ਆਪਣੇ ਰੰਗ ਅਨੇਕ ਪ੍ਰੋਗਰਾਮ ਦੇਖਣ ਵਾਲੇ ਸਮੂਹ ਦਰਸ਼ਕਾਂ ਨੂੰ ਜਗੀਰ ਸਿੰਘ ਕਾਹਲੋਂ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਪਿਆਰੇ ਦਰਸ਼ਕੋ, ਜਿਵੇਂ ਅਸੀਂ ਹਰ ਪ੍ਰੋਗਰਾਮ ਦੇ ਵਿੱਚ ਇੱਕ ਨਵਾਂ ਰੰਗ ਲੈ ਕੇ ਆਉਂਦੇ ਹਾਂ, ਇਸ ਵਾਰ ਵੀ ਅਸੀਂ ਇੱਕ ਖੂਬਸੂਰਤ ਤੇ ਨਵਾਂ ਰੰਗ ਲੈ ਕੇ ਆਏ ਹਾਂ, ਜਿਨ੍ਹਾਂ ਨੇ ਜਿਹੜਾ ਮਾਰਸ਼ਲ ਆਰਟ ਹੈ ਪੰਜਾਬ ਦਾ ਗੱਤਕਾ, ਉਹਦੇ ਤੇ ਬਹੁਤ ਕੰਮ ਕੀਤਾ। ਉਹਦੀ ਜਥੇਬੰਦੀ ਦੇ ਵਿੱਚ ਉਹਨਾਂ ਨੇ ਆਗੂ ਰੋਲ ਨਿਭਾਇਆ ਔਰ ਹੁਣ ਵੀ ਆਗੂ ਰੋਲ ਨਿਭਾ ਰਹੇ ਨੇ। ਇਹ ਨੇ ਸਰਦਾਰ ਹਰਜੀਤ ਸਿੰਘ ਗਰੇਵਾਲ, ਜਿਹੜੇ ਕਿ ਰੋਜ਼ਾਨਾ ਅਜੀਤ ਦੇ ਵਿੱਚ ਪਹਿਲਾਂ ਸਬ ਐਡੀਟਰ ਦੇ ਤੌਰ ਤੇ ਵਿਚਰਦੇ ਰਹੇ ਔਰ ਅੱਜ ਕੱਲ੍ਹ ਇਹ ਜੁਆਇੰਟ ਡਾਇਰੈਕਟਰ ਨੇ ਪੰਜਾਬ ਸਰਕਾਰ ਦੇ ਵਿੱਚ। ਇਹਨਾਂ ਨੇ ਗੱਤਕੇ ਦੀ ਜਿਹੜੀ ਕਲਾ ਹੈ ਉਹਨੂੰ ਵਿਕਸਿਤ ਕਰਨ ਦੇ ਵਿੱਚ, ਉਹਨੂੰ ਪ੍ਰਚਾਰਨ ਪ੍ਰਸਾਰਨ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਔਰ ਅੱਜ ਸਾਡੇ ਦਰਸ਼ਕਾਂ ਦੇ ਰੂਬਰੂ ਕਰਨ ਦਾ ਸਾਨੂੰ ਮੌਕਾ ਇਸ ਕਰਕੇ ਮਿਲ ਰਿਹਾ ਕਿ ਇਹ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਇੱਕ ਡੈਲੀਗੇਟ ਦੇ ਤੌਰ ਤੇ ਵੀ ਆਏ। ਇਹਨਾਂ ਨੇ ਆਪਣਾ ਇੱਕ ਜਿਹੜਾ ਖੋਜ ਪੱਤਰ ਹੈ ਉਹ ਵੀ ਪੇਸ਼ ਕੀਤਾ, ਜਿਹਦਾ ਨਾਂ ਹੈ, ਜਿਹਦਾ ਅਨੁਮਾਨ ਸੀ ਗੱਤਕਾ, ਗੁਰਮੁਖੀ ਤੇ ਗੁਰਬਾਣੀ। ਇਹਨਾਂ ਸਿਰਲੇਖ ਤੋਂ ਹੀ, ਇਸ ਸਿਰਲੇਖ ਤੋਂ, ਇਸ ਅਨੁਮਾਨ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਕਿਸ ਕਿਸਮ ਦੇ ਵਿਦਵਾਨ ਹਨ। ਤੁਹਾਨੂੰ ਗਰੇਵਾਲ ਜੀ ਅਸੀਂ ਜੀ ਆਇਆਂ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਗੁਰਫਤਿਹ। ਗਰੇਵਾਲ ਜੀ, ਸਭ ਤੋਂ ਪਹਿਲਾਂ ਗਰੇਵਾਲ ਜੀ ਮੈਂ ਇਹ ਜਾਣਨਾ ਚਾਹਾਂਗਾ ਕਿ ਇਹ ਜਿਹੜੀ ਗੱਤਕੇ ਦੀ ਕਲਾ ਹੈ ਜੀ, ਇਹ ਬੜੀ ਪੁਰਾਣੀ ਆ। ਸਾਡੇ ਗੁਰੂ ਸਾਹਿਬਾਨ ਨੇ ਜੀ ਇਹਨੂੰ ਬਖਸ਼ਿਆ ਹੈਗਾ, ਯਾਨੀ ਇੱਦਾਂ ਕਹਿ ਲਈਏ ਕਿ ਇਹ ਸਾਡੇ ਗੁਰੂ ਸਾਹਿਬਾਨ ਦੀ ਬਖਸ਼ਿਸ਼ ਆ। ਮੈਂ ਇਹ ਜਾਣਨਾ ਚਾਹਾਂਗਾ ਕਿ ਤੁਸੀਂ ਪੱਤਰਕਾਰੀ ਕੀਤੀ, ਪੰਜਾਬ ਦੇ ਅਫਸਰ ਪੰਜਾਬ ਸਰਕਾਰ ਦੇ ਬਣੇ, ਤੁਸੀਂ ਗੱਤਕੇ ਨਾਲ ਲੰਮੇ ਸਮੇਂ ਤੋਂ ਜੁੜੇ ਰਹੇ ਹੋ। ਤੁਸੀਂ ਇਸ ਵੇਲੇ ਜਿਹੜੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਹੈ ਭਾਰਤ ਦੀ, ਉਹਦੇ ਵੀ ਪ੍ਰਧਾਨ ਹੋ ਔਰ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਵੀ ਤੁਸੀਂ ਪ੍ਰਧਾਨ ਹੋ। ਏਡੇ ਵੱਡੇ ਅਹੁਦੇ ਜਿਹੜੇ ਆ, ਬੜੇ ਲੰਮੇ ਸਮੇਂ ਤੋਂ, ਲਗਭਗ 2 ਦਹਾਕਿਆਂ ਤੋਂ ਤੁਸੀਂ ਇਸ ਸੰਸਥਾ ਨਾਲ ਜੁੜੇ ਆ। ਮੈਂ ਇਹ ਜਾਣਨਾ ਚਾਹਾਂਗਾ ਕਿ ਇਹ ਜਿਹੜਾ ਮਾਰਸ਼ਲ ਆਰਟ ਹੈ, ਜਿਹੜੀ ਗੱਤਕੇ ਦੀ ਕਲਾ ਹੈ, ਇਹਦਾ ਥੋੜ੍ਹਾ ਜਿਹਾ ਇਤਿਹਾਸ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਵੈਸੇ ਜੀ ਜਿਹੜਾ ਸਿੱਖ ਸ਼ਸਤਰ ਵਿਦਿਆ ਜੀ ਹੈ, ਉਹ ਉਸ ਦਾ ਬਹੁਤ ਪੁਰਾਤਨ ਇਤਿਹਾਸ ਹੈ। ਘੱਟੋ ਘੱਟ 600 ਸਾਲ ਪਿੱਛੇ ਜਾਈਏ ਤਾਂ ਉਦੋਂ ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ 'ਤੇ ਚੱਲੇ ਆ ਜੀ, ਤਾਂ ਉਹ ਵੀ ਇੱਕ ਹੱਥ ਸੋਟਾ ਨਾਲ ਲੈ ਕੇ ਚੱਲੇ ਆ ਜੀ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜੇ ਸ਼ੁਰੂ ਕੀਤੇ ਜੀ ਕਿ ਜਿਹੜੇ ਸਾਡੇ ਸਿੱਖ ਨੇ ਉਹ ਜਿਸਮਾਨੀ ਤੌਰ 'ਤੇ ਤਾਕਤਵਰ ਰਹਿਣ। ਠੀਕ ਹੈ। ਸੋਟੀ ਮਨੁੱਖ ਦਾ ਸ਼ੁਰੂ ਤੋਂ ਆਰੰਭ ਤੋਂ ਹੀ ਇੱਕ, ਜਦੋਂ ਤੋਂ ਜੰਗਲਾਂ 'ਚੋਂ ਚੱਲਿਆ ਮਨੁੱਖ, ਜਾਂ ਅੱਜ ਵੀ ਸੋਟੀ ਸਾਡਾ ਇੱਕ ਪਾਰਟ ਹੈ, ਹਰ ਮਨੁੱਖ ਦਾ ਹਥਿਆਰ ਹੈ। ਸਵੇ ਰੱਖਿਆ ਲਈ ਇੱਕ ਸਸਤਾ, ਸੌਖਾ, ਬੁੱਕਲ ਦਾ ਇੱਕ ਸਾਡਾ ਕੰਮ ਆਉਣ ਵਾਲਾ, ਹਰ ਵੇਲੇ ਜਿਹੜਾ ਸਾਡਾ ਕਿਸੇ ਵੀ ਵੇਲੇ ਕੰਮ ਆਉਣ ਵਾਲਾ ਸਸਤਾ, ਸੌਖਾ ਅਤੇ ਛੋਟਾ ਜਿਹਾ ਸ਼ਸਤਰ ਹੈ। ਉਸ ਤੋਂ ਬਾਅਦ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਆ, ਤਾਂ ਉਸ ਤੋਂ ਬਾਅਦ ਇੱਕ ਮਤਲਬ ਸਾਡੀ ਜਿਹੜੀ ਸਿੱਖ ਪਰੰਪਰਾ ਗੁਰੂ ਸਾਹਿਬਾਂ ਤੋਂ ਚੱਲੀ ਆ ਰਹੀ ਆ, ਉਦੋਂ ਫਿਰ ਇੱਕ ਕਰਵਟ ਲਈ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਸ਼ਸਤਰਬੰਦ ਹੋਣ ਲਈ ਸਿੱਖਾਂ ਨੂੰ ਇੱਕ ਸੁਨੇਹਾ ਦਿੱਤਾ। ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ, ਮੀਰੀ ਪੀਰੀ ਦੀ ਉਹਨਾਂ ਨੇ ਸ਼ੁਰੂ ਕੀਤੀ 2 ਕਿਰਪਾਨਾਂ ਧਾਰਨ ਕਰਕੇ, ਔਰ ਉਸ ਅਕਾਲ ਤਖਤ ਦੇ ਨਾਲ ਹੀ ਉਹਨਾਂ ਨੇ ਮੱਲ ਅਖਾੜੇ ਸ਼ੁਰੂ ਕੀਤੇ ਅਤੇ ਜਿਹੜੀ ਸਿੱਖ ਸ਼ਸਤਰ ਕਲਾ ਸੀ ਇਸ ਦੇ ਅਖਾੜੇ ਸ਼ੁਰੂ ਕੀਤੇ, ਔਰ ਨਾਲ ਹੀ ਇੱਕ ਸੱਦਾ ਦਿੱਤਾ ਹਰ ਸਿੱਖ ਨੂੰ ਕਿ ਵਧੀਆ ਘੋੜੇ, ਨਗਾਰੇ ਅਤੇ ਹੋਰ ਵਧੀਆ ਸ਼ਸਤਰ ਰੱਖੋ। ਕਿਉਂਕਿ ਉਸ ਵੇਲੇ ਕੀ ਸੀਗਾ ਕਿ ਕੋਈ ਵੀ ਨਾਰਮਲ ਇਨਸਾਨ ਜਾਂ ਆਮ ਲੋਕ ਨਗਾਰਾ ਨਹੀਂ ਸੀ ਵਰਤ ਸਕਦੇ। ਉਹ ਇੱਕ ਹੁਕਮਰਾਨਾਂ ਦਾ ਹੀ ਬਾਦਸ਼ਾਹੀ ਹੁੰਦੀ ਸੀ। ਦਸਤਾਰ ਨਹੀਂ ਸੀ ਕੋਈ ਬੰਨ੍ਹ ਸਕਦਾ ਹੁੰਦਾ, ਉਹ ਵੀ ਬਾਦਸ਼ਾਹਾਂ ਦਾ ਬਾਦਸ਼ਾਹ ਸੀਗੀ। ਸ਼ਸਤਰ ਨਹੀਂ ਸੀ ਕੋਈ ਰੱਖ ਸਕਦਾ ਹੁੰਦਾ ਘਰਾਂ 'ਚ, ਉਹ ਵੀ ਸਿੱਖਣ ਦੀ ਕਲਾ ਸੀ ਜਿਹੜੀ, ਉਹ ਵੀ ਉਹਨਾਂ ਕੋਲ ਹੀ ਫੌਜਾਂ, ਉਹਨਾਂ ਦੀਆਂ ਫੌਜਾਂ ਕੋਲ ਹੀ ਹੁੰਦੀ ਸੀ। ਅਤੇ ਗੁਰੂ ਸਾਹਿਬ ਨੇ ਬਰਾਬਰ ਦਾ ਇੱਕ ਤਖਤ ਕਾਇਮ ਕੀਤਾ,
ਮੇਰੀ ਪੀਰੀ ਧਾਰਨ ਕੀਤੀ ਔਰ ਇੱਕ ਸ਼ਸਤਰ ਵਿੱਦਿਆ ਸੀ ਜਿਹੜੀ ਉਹ ਪ੍ਰਚਲਿਤ ਇੱਕ ਕੀਤੀ। ਸਮਾਨਾਂਤਰ ਨਿਜ਼ਾਮ ਸਿਰਜਿਆ। ਤੁਸੀਂ ਇਹ ਕਹਿ ਦੋ ਸਮਾਨਾਂਤਰ ਨਿਜ਼ਾਮ, ਧਾਨੀ ਜੀ ਮੈਂ ਇਹਨੂੰ ਕਹੂੰਗਾ ਕਿ ਉਸ ਵੇਲੇ ਜਿਹੜਾ ਓਪਰੈਸ਼ਨ ਸੀ, ਅਤਿਆਚਾਰ ਸੀ, ਉਹ ਇੱਕ ਉੱਪਰ ਪਹੁੰਚ ਗਿਆ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਉਹ ਅਤਿਆਚਾਰ ਦੀ ਇੱਕ ਚਰਮ ਸੀਮਾ ਆ ਗਈ ਸੀ। ਉਸ ਅਤਿਆਚਾਰ ਲਈ ਉਸ ਜਿਹੜੇ ਹਿਊਮਨ ਰਾਈਟਸ ਸੀਗੇ ਲੋਕਾਂ ਦੇ ਆਪਣੇ, ਕਿ ਅਸੀਂ ਇੱਕ ਨਾਰਮਲ ਜੀਵਨ ਜਿਉ ਸਕੀਏ, ਉਹ ਹਿਊਮਨ ਰਾਈਟਸ ਕੁਚਲੇ ਗਏ, ਦੱਬੇ ਕੁਚਲੇ ਹੋਏ ਸੀਗੇ। ਉਹਨਾਂ ਕੋਲੇ ਕੋਈ ਅਧਿਕਾਰ ਨਹੀਂ ਸੀ ਇਹੋ ਜਿਹਾ ਕਿ ਉਹ ਨਾਰਮਲ ਇਨਸਾਨ ਵਾਂਗੂ ਆਪਣੀ ਜਿਹੜੀ ਇੰਡੀਪੈਂਡੈਂਸੀ ਆ ਉਹ ਰਹਿ ਸਕਣ, ਆਪਣਾ ਜਿਹੜਾ ਕੋਈ ਵੀ ਕੌਮ ਦਾ ਜਿਹੜਾ ਧਰਮ ਹੈ ਉਹ ਸਹੀ ਤਰੀਕੇ ਨਾਲ ਆਪਣੇ ਧਰਮ ਦਾ ਨਿਰਵਾਹ ਕਰ ਸਕਣ। ਇਹ ਕਿਸੇ ਕੋਲੇ ਉਸ ਵੇਲੇ ਰਾਈਟ ਨਹੀਂ ਸੀਗਾ। ਉਹ ਉਹਨਾਂ ਨੇ ਗੁਰੂ ਸਾਹਿਬ ਨੇ ਮਤਲਬ ਇਕੱਲੇ ਸਿੱਖਾਂ ਲਈ ਨਹੀਂ, ਉਹਨਾਂ ਨੇ ਜਿਹੜੀ ਜਿੰਨੀਆਂ ਵੀ ਲੜਾਈਆਂ ਲੜੀਆਂ ਜਾਂ ਇਹ ਸ਼ਸਤਰ ਦਿੱਤੇ, ਉਹ ਇੱਕ ਹਰ ਕੌਮ ਲਈ ਧਰਮ ਤੋਂ ਉੱਪਰ ਉੱਠ ਕੇ ਉਹਨਾਂ ਲਈ ਇੱਕ ਮਨੁੱਖੀ ਅਧਿਕਾਰ, ਇੱਕ ਜ਼ੁਲਮ ਦੇ ਖਿਲਾਫ ਲੜਨਾ, ਇੱਕ ਆਪਣੇ ਆਪ ਨੂੰ ਸਵੈ ਰੱਖਿਆ 'ਚ ਪ੍ਰਵੀਨ ਕਰਨਾ, ਇਹ ਮਕਸਦ ਲੈ ਕੇ ਇਹ ਇੱਕ ਮਤਲਬ ਦਿੱਤਾ। ਸੋ ਦੈਟ ਦੇਖੋ ਜਿੰਨੀਆਂ ਵੀ ਲੜਾਈਆਂ ਹੋਈਆਂ ਜਾਂ ਜਿੰਨੀਆਂ ਵੀ ਸਿੱਖਾਂ ਨੇ ਕੀਤੀਆਂ, ਅੱਜ ਤੱਕ ਸਿੱਖੀ ਦੇ ਇਤਿਹਾਸ 'ਚ ਇਹ ਆ ਕੋਈ ਵੀ ਲੜਾਈ ਜਿਹੜੀ ਹੋਈ ਹੈ, ਯੁੱਧ ਹੋਇਆ, ਉਹ ਨਾ ਧਰਮ ਯੁੱਧ ਸੀਗਾ, ਸਿਰਫ ਹੱਕਾਂ ਦੀ ਲੜਾਈ ਲਈ ਹੋਇਆ। ਗੁਰੂ ਸਾਹਿਬ ਨੇ ਜਦੋਂ ਵੀ ਕੀਤਾ ਜਾਂ ਜਨ ਉਹਨਾਂ 'ਤੇ ਹਮਲੇ ਹੋਏ ਉਸ ਦਾ ਮੋੜਵਾਂ ਜਵਾਬ ਦਿੱਤਾ। ਅੱਛਾ, ਕੋਈ ਇਸ ਲਈ ਨਹੀਂ ਸੀਗਾ ਕਿ ਕਬਜ਼ਾ ਕਰਨਾ ਸੀਗਾ ਕਿਸੇ ਆਪਦੇ ਥਾਂ 'ਤੇ, ਇਹ ਵੀ ਨਹੀਂ ਸਾਡਾ ਉਹ ਹੋਇਆ। ਅੱਛਾ, ਈਵਨ ਕਿ ਕਈ ਲੜਾਈਆਂ, ਕਈ ਤਾਂ ਇਸ ਤਰ੍ਹਾਂ ਦੇ ਯੁੱਧ ਹੋਏ ਕਿ ਚਾਹੇ ਉਹ ਕਿਸੇ ਹੋਰ ਧਰਮ ਦਾ ਰਾਖੀ ਕਰਨੀ ਸੀ ਤਾਂ ਗੁਰੂ ਸਾਹਿਬ ਨੇ ਉਹ ਕੀਤਾ। ਕੁੱਲ ਮਿਲਾ ਕੇ ਜੇ ਮੈਂ ਇਸ ਨੂੰ ਇਹ ਕਹਦਾ ਕਿ ਅਸੀਂ ਇਸ ਕੌਮ ਦੀ ਸਿਰਜਣਾ, ਇਸ ਕੌਮ ਨੂੰ ਸ਼ਸਤਰ ਕਲਾ ਦਾ ਜਿਹੜਾ ਇੱਕ ਗੁਣ ਦਿੱਤਾ ਗੁਰੂ ਸਾਹਿਬ ਨੇ, ਸਕਿੱਲ ਦਿੱਤੇ, ਤੇ ਉਹ ਸਿਰਫ ਫੰਡਾਮੈਂਟਲ ਰਾਈਟਸ ਅਗੇਂਸਟ ਓਪਰੈਸ਼ਨ ਐਂਡ ਸਪਿਰਿਚੁਅਲਿਟੀ ਤੁਹਾਡੇ 'ਚ ਇਨਵੋਲਵ ਕਰਨ ਲਈ, ਪਲੱਸ ਤੁਸੀਂ ਜਿਸਮਾਨੀ ਤੌਰ 'ਤੇ ਤਾਕਤਵਰ ਹੋਵੋ, ਪਲੱਸ ਤੁਹਾਡੇ ਇੱਕ ਸਕਿੱਲ ਹੋਵੇ, ਤੁਸੀਂ ਆਪਣੇ ਪਰਿਵਾਰ ਦੀ, ਆਪਣੇ ਸਮਾਜ ਦੀ ਸਵੈ ਰੱਖਿਆ ਕਰ ਸਕੋ। ਜੇਕਰ ਕਿਤੇ ਇਨ ਕੇਸ ਐਮਰਜੈਂਸੀ ਚੂਕਾ ਰਹਿ ਜਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਹੈ ਦਸਤ, ਇਹ ਇਸ ਲਾਈਨ ਦੇ ਵਿੱਚ ਗੁਰੂ ਸਾਹਿਬ ਨੇ ਸਭ ਕੁਛ ਹੀ ਕਲੀਅਰ ਕਰਤਾ। ਜਦੋਂ ਫਿਰ ਇਹ ਚੱਲਦਾ ਹੋਇਆ ਸ਼ਸਤਰ ਵਿੱਦਿਆ, ਤੇ ਗੁਰੂ ਸਾਹਿਬ ਦਸ਼ਮੇਸ਼ ਪਿਤਾ ਜੀ ਨੇ, ਗੁਰੂ ਗੋਬਿੰਦ ਸਾਹਿਬ ਨੇ ਇਸ ਸ਼ਸਤਰ ਕਲਾ ਦੇ ਵਿੱਚ ਕੁਛ ਹੋਰ ਇੰਟਰੋਡਿਊਸ ਕੀਤੇ। ਉਹਦੇ 'ਚ ਸੀਗਾ ਸ਼ੂਟਿੰਗ। ਤੁਹਾਡੇ ਯਾਦ ਹੋਵੇ ਜਦੋਂ ਦਮਨਵਾ ਸਾਹਿਬ ਉਹਨਾਂ ਨੇ ਰਾਈਫਲ ਦੀ ਜਿਹੜੀ ਹੈਗੀ ਆ ਉਹ ਪਰਖੀ ਆ, ਤੇ ਉਸ ਤੋਂ ਬਾਅਦ ਤੀਰਅੰਦਾਜ਼ੀ। ਗੁਰੂ ਸਾਹਿਬ ਨੇ ਜਦੋਂ ਵੀ ਕਿਤੇ ਤੀਰ ਚਲਾਇਆ, ਉਹਨਾਂ ਨੇ ਮਾਰਨ ਲਈ ਨਹੀਂ ਸੀ ਚਲਾਇਆ, ਉਹ ਨਾਲ ਇੱਕ ਸੋਨੇ ਦਾ ਤੀਰ ਦੇ ਅੱਗੇ ਲਾ ਕੇ ਭੇਜਦੇ ਸੀ ਕਿ ਜੇ ਵਿਰੋਧੀ ਦੇ ਲੱਗੇ ਤਾਂ ਉਹ ਆਪਣਾ ਇਲਾਜ ਵੀ ਕਰਵਾ ਲਵੇ। ਕਿੰਨੀ ਵੱਡੀ ਸਾਡੀ ਮਤਲਬ ਕੌਮ ਦੇ ਵਿੱਚ ਉਹ ਗੁਰੂ ਸਾਹਿਬ ਨੇ ਇਹ ਭਰੀ ਆ ਚੀਜ਼। ਤੇ ਇਸ ਕਰਕੇ ਇਹ ਗੱਤਕਾ ਕਦੇ ਵੀ ਮਤਲਬ ਹਿੰਸਾ ਜਾਂ ਕਦੇ ਵੀ ਕਿਸੇ ਉਸ ਲਈ ਕਿ ਅਸੀਂ ਕਿਸੇ 'ਤੇ ਅਟੈਕ ਕਰਨ ਲਈ ਆ, ਨੋ, ਇਹ ਸਿਰਫ ਸਵੈ ਰੱਖਿਆ ਲਈ ਹੈ, ਆਪਣੇ ਸਮਾਜ ਦੀ, ਆਪਣੀ ਜੋ ਵੀ ਸਾਡਾ ਪਰਿਵਾਰ ਹੈ, ਸਾਡਾ ਦੇਸ਼ ਹੈ, ਉਸ ਲਈ ਇਹ ਜਿਹੜੀ ਸਿੱਖ ਸ਼ਸਤਰ ਕਲਾ ਸਿੱਖਾਂ ਨੂੰ ਦਿੱਤੀ ਹੈ, ਇਹਦਾ ਕੁੱਲ ਨਿਚੋੜ ਇਹ ਨਿਕਲਦਾ ਹੈ। ਇਹਦੇ 'ਚ ਗਰੇਵਾਲ ਸਾਹਿਬ ਜੋ ਮੈਨੂੰ ਸਮਝ ਲੱਗਦਾ ਉਹ ਇਹ ਆ ਬਈ ਸ਼ਾਸਤਰ ਦੀ ਜਿਹੜੀ ਗੱਲ ਹੈ ਉਹ ਤੇ ਗੁਰੂ ਸਾਹਿਬ ਨੇ ਕੀਤੀ ਆ ਜੀ, ਤੇ ਨਾਲ ਦੀ ਨਾਲ ਸ਼ਸਤਰ ਦੀ ਵੀ ਕੀਤੀ ਹੈਗੀ ਆ, ਤੇ ਨਾਲ ਦੀ ਨਾਲ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹ ਜਿਹੜੀ ਕਲਾ ਹੈ ਗੱਤਕੇ ਦੀ ਕਲਾ, ਜਾਂ ਗੁਰੂ ਸਾਹਿਬ ਦਾ ਜਿਹੜਾ ਸਮੁੱਚਾ ਸਿਧਾਂਤ ਆ, ਉਹ ਇੱਕ ਤਾਂ ਹੈ ਸਵੈ ਰੱਖਿਆ ਦਾ, ਤੇ ਦੂਜਾ ਹੈ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਤੁਸੀਂ ਬੜੀ ਬਾਖੂਬੀ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਆ। ਤੇ ਇਹਦੇ ਵਿੱਚ ਜਿਹੜੇ ਕੋਈ ਸੁਧਾਰ ਹੋਏ, ਜਿੱਦਾਂ ਤੁਸੀਂ ਕਿਹਾ ਵੀ 10ਵੇਂ ਗੁਰੂ ਸਾਹਿਬ ਨੇ ਇਹਦੇ 'ਚ ਕੁਝ ਸੁਧਾਰ ਵੀ ਕੀਤੇ, ਉਹਨਾਂ ਬਾਰੇ ਕੁਝ ਦੱਸੋਗੇ? ਜੀ ਹਾਂ, ਜੇ ਆਪਾਂ ਦਸ਼ਮੇਸ਼ ਪਿਤਾ ਜੀ ਦੇ ਬਾਣੀ ਨੂੰ ਪੜ੍ਹੀਏ, ਖਾਸ ਕਰਕੇ ਸ਼ਸਤਰ ਨਾਮਮਾਲਾ ਨੂੰ ਦੇਖੀਏ, ਤੇ ਜਾਪ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਕਾਫੀ ਇਸ ਚੀਜ਼ ਦਾ ਜ਼ਿਕਰ ਕੀਤਾ, ਪਰ ਸ਼ਸਤਰ ਨਾਮਮਾਲਾ ਜਿਹੜੀ ਉਸ ਦੇ ਵਿੱਚ ਸ਼ਸਤਰਾਂ ਦਾ ਹੀ ਜ਼ਿਕਰ ਹੈ, ਉਸ 'ਤੇ ਸ਼ਸਤਰਾਂ ਨੂੰ ਜਿਹੜਾ ਧਿਆਇਆ ਗਿਆ, ਤਾਂ ਉਹ ਆਲਮੋਸਟ ਉਸ ਦੇ ਵਿੱਚ ਇੰਨੇ ਸ਼ਸਤਰ ਨੇ ਜੀ, ਘੱਟੋ ਘੱਟ ਮਤਲਬ 30-32 ਸ਼ਸਤਰਾਂ ਦੇ ਨਾਂ ਉਹਦੇ ਵਿੱਚ ਸ਼ਾਮਲ ਨੇ। ਔਰ ਉਹਨਾਂ ਨੇ
ਸੈਪ ਸਰੋਹੀ ਸੈਤੀ ਯਹੀ ਹਮਾਰੇ ਪੀਰ। ਹੂੰ ਉਹਨਾਂ ਸ਼ਸਤਰਾਂ ਨੂੰ ਉਹਨਾਂ ਨੇ ਇੱਕ ਸੁਪੀਰੀਅਰ ਵਜੋਂ ਮਤਲਬ ਦਰਜਾ ਦਿੱਤਾ ਕਿ ਮਤਲਬ ਇਹ ਸਾਡੇ ਲਈ ਏਡੇ ਮਤਲਬ ਆਦਰ ਮਾਣ ਵਾਲੇ ਨੇ। ਤੇ ਤੁਸੀਂ ਸ਼ਸਤਰਮਾਲਾ ਦੇ ਵਿੱਚ ਸਾਰਿਆਂ ਨੇ ਜਾਣਦੇ ਆ, ਪੜ੍ਹਿਆ ਹੋਣਾ ਜੀ। ਤੁਸੀਂ ਦੇਖੋਗੇ ਗੁਰੂ ਸਾਹਿਬ ਨੇ 30-32 ਸ਼ਸਤਰਾਂ ਦਾ ਤਾਂ ਜ਼ਿਕਰ ਉਸ ਦੇ ਵਿੱਚ ਕਰਕੇ ਚੱਲਿਆ, ਨਮੋ ਕੀਤਾ ਹੋਇਆ ਸ਼ਸਤਰਾਂ ਨੂੰ, ਹੈ ਨਾ, ਨਮਸਕਾਰ ਕਰਦੇ ਆ ਉਹ ਸ਼ਸਤਰਾਂ ਨੂੰ ਗੁਰੂ ਸਾਹਿਬ ਉਹਦੇ ਵਿੱਚ ਜਿੱਥੇ ਉਹ ਕਰਦੇ ਆ ਉਹ ਸ਼ਸਤਰਾਂ ਦੀ ਜਿਹੜੀ। ਲੇਕਿਨ ਅੱਜ ਦਾ ਸਮਾਂ ਤੇ ਉਦੋਂ ਦੇ ਸਮੇਂ ਮੁਤਾਬਕ ਦੇਖ ਲਈਏ, ਅੱਜ ਸਾਡੇ ਕੋਲ 18 ਕੋਈ ਸ਼ਸਤਰ ਨੇ ਜਿਹੜੇ ਤੁਸੀਂ ਨਗਰ ਕੀਰਤਨਾਂ ਦੇ ਵਿੱਚ ਸਾਡੇ ਜਿਹੜੇ ਗੱਤਕਾਬਾਜ਼ ਨੇ, ਸਾਡੇ ਜਿਹੜੇ ਸਿੱਖ ਸ਼ਸਤਰ ਵਿਦਿਆ ਦੇ ਖਿਡਾਰੀ ਨੇ, ਉਹਦਾ ਪ੍ਰਦਰਸ਼ਨ ਉਹ ਪ੍ਰਦਰਸ਼ਨ ਕਰਦੇ ਆ। ਉਹ ਜਦੋਂ ਪ੍ਰਦਰਸ਼ਨ ਵੀ ਕਰਦੇ ਆ ਕੌਲਨ ਸਾਹਿਬ, ਤਾਂ ਉਹ ਇੱਕ ਦੂਜੇ ਦੇ ਮਾਰ ਨਹੀਂ ਰਹੇ ਹੁੰਦੇ, ਉਹ ਸਿਰਫ ਡੈਮੋਸਟ੍ਰੇਟ ਕਰ ਰਹੇ ਆ, ਉਸ ਨੂੰ ਕਰਕੇ ਦਿਖਾ ਰਹੇ ਆ ਕਿ ਕਿਵੇਂ ਇਹ ਸ਼ਸਤਰ ਆ ਜਿਹੜਾ ਸਵੈ ਰੱਖਿਆ ਲਈ ਵਰਤਿਆ ਜਾਂਦਾ ਹੈ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੱਸਦਾ, ਸ਼ਾਇਦ ਨਹੀਂ ਪਤਾ ਹੋਣਾ। ਇੱਕ ਚੱਕਰ ਘੁਮਾਉਂਦੇ ਆ ਜੀ, ਉਸ ਚੱਕਰ ਦੀ ਇੰਨੀ ਅਹਿਮੀਅਤ ਸੀ ਸਾਡੀ ਸਿੱਖ ਫੌਜ ਦੇ ਵਿੱਚ। ਉਹ ਚੱਕਰ ਉਸ ਵੇਲੇ ਲੋਹੇ ਦਾ ਹੋਇਆ ਕਰਦਾ ਸੀ। ਉਹਦੇ ਜਿਹੜੇ ਸਟ੍ਰਿੰਗ ਸੀਗੇ, ਸਪਾਈਕ ਸੀਗੇ, ਤੇ ਪਲੱਸ ਸਿਰੇ ਤੇ ਜਿਹੜੇ ਲੱਗੇ ਹੋਏ ਸੀ ਕੋਲੇ, ਉਹ ਆਪਣੇ ਖਾਲਸੇ ਇੰਨੀ ਤੇਜ਼ ਘੁਮਾਉਂਦੇ ਸੀ। ਪੈਦਲ ਫੌਜ ਦੇ ਅੱਗੇ ਚੱਲਦਾ ਹੋਇਆ ਉਹ ਘੁੰਮਦਾ ਹੋਇਆ ਜਿਹੜਾ ਚੱਕਰ ਘੁੰਮਦਾ ਸੀ, ਉਹ ਇੱਕ ਦੀਵਾਰ ਬਣਦਾ ਸੀ। ਜੇ ਉਹਦੇ 'ਚ ਕੋਈ ਤੀਰ ਲੱਗਦਾ ਸੀ ਤਾਂ ਤੀਰ ਵਾਪਸ ਮਤਲਬ ਡਾਇਰੈਕਸ਼ਨ ਬਦਲ ਲੈਂਦਾ ਸੀ, ਤਾਂ ਪਿੱਛੋਂ ਜਿਹੜੀ ਪੈਦਲ ਫੌਜ ਸੀ ਉਹ ਅੱਗੇ ਚੱਲਦੀ ਰਹਿੰਦੀ ਸੀ। ਹੁਣ ਜਿਵੇਂ ਅੱਜ ਕੱਲ੍ਹ ਟੈਂਕ ਚੱਲਦੇ ਆ, ਟੈਂਕ ਆਪਣਾ ਕੰਮ ਕਰਦੇ ਆ ਤੇ ਉਹਦੇ ਪਿੱਛੇ ਪੈਦਲ ਫੌਜ ਹੋ ਕੇ ਆਉਂਦੀ ਆ। ਤੇ ਉਸ ਵੇਲੇ ਇਹ ਚੱਕਰ ਐਡਾ ਵੱਡਾ ਸਵੈ ਰੱਖਿਆ ਦਾ ਸਾਧਨ ਸੀ ਸਾਡੇ ਲਈ। ਮਤਲਬ ਇਸੇ ਤਰ੍ਹਾਂ ਹਰ ਸ਼ਸਤਰ ਦਾ ਆਪੋ ਆਪਣਾ ਰੋਲ ਹੈ, ਜਿਹੜੇ ਸ਼ਸਤਰ ਉਸ ਦੇ ਵਿੱਚ ਯੂਜ਼ ਹੁੰਦੇ ਆ। ਇਹ ਸਮੇਂ ਦੇ ਹਿਸਾਬ ਨਾਲ ਸ਼ਸਤਰਾਂ ਦੀ ਅੱਜ ਕੱਲ੍ਹ ਵਰਤੋਂ ਘਟ ਗਈ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਹੁਣ ਤਾਂ ਅਗਨੀ ਸ਼ਸਤਰ ਆ ਗਏ ਆ ਜੀ, ਤੇ ਅਗਨੀ ਸ਼ਸਤਰ ਆਉਣ ਕਰਕੇ ਗੱਤਕੇ ਦਾ ਪ੍ਰਭਾਵ ਬਿਲਕੁਲ ਹੀ ਘਟ ਗਿਆ ਸੀ। ਇਹੋ ਜਿਹਾ ਸਮਾਂ ਵੀ ਆਇਆ ਕੌਲਨ ਸਾਹਿਬ ਕਿ ਸਾਡੀ ਜਿਹੜੀ ਸਾਰਕ ਸੰਸਥਾ ਹੈਗੀ ਆ ਇੰਡੀਆ ਦੇ ਨਾਲ ਆਲੇ ਦੁਆਲੇ ਗੁਆਂਢੀ 7 ਮੁਲਕ ਨੇ ਇਹ, ਉਹ ਸਾਰਕ ਸੰਸਥਾ ਇਸ ਖਿੱਤੇ ਦੀ ਕਲਾ, ਸੱਭਿਆਚਾਰ, ਫਲੋਰਾ, ਫੌਨਾ ਔਰ ਇਹੋ ਜਿਹੀਆਂ ਚੀਜ਼ਾਂ 'ਤੇ ਹਿਸਟਰੀ, ਇਸ 'ਤੇ ਇੱਕ ਰਿਸਰਚ ਕਰਦੀ ਰਹਿੰਦੀ ਆ ਜੀ। ਉਹਨਾਂ ਦੀ ਰਿਸਰਚ ਦੇ ਮੁਤਾਬਕ ਗੱਤਕਾ ਡਿਮਨਿਸ਼ਿੰਗ ਆਰਟ 'ਚ ਸ਼ਾਮਲ ਸੀ। ਅੱਛਾ। 2000 ਮੇਰੇ ਕੋਲੇ 9 ਜਾਂ 10 ਦੇ ਵਿੱਚ ਮੈਨੂੰ ਇੱਕ ਪੂਨੇ ਤੋਂ ਫੋਨ ਆਇਆ। ਡਾਕਟਰ ਮੀਨਾਕਸ਼ੀ ਸੀਗੇ, ਉਹਨਾਂ ਨੂੰ ਰਿਸਰਚ ਪ੍ਰੋਜੈਕਟ ਮਿਲਿਆ ਸੀ। ਉਹਨਾਂ ਨੇ ਇਸ 'ਤੇ ਰਿਸਰਚ ਕੀਤੀ ਕਿ ਆਉਣ ਵਾਲੀਆਂ ਨਸਲਾਂ ਲਈ ਗੱਤਕੇ ਨੂੰ ਸਾਂਭ ਲਈਏ, ਕਿਉਂਕਿ ਇਹ ਡਿਮਨਿਸ਼ਿੰਗ ਆਰਟ 'ਚ ਸ਼ਾਮਲ ਹੈ। ਤੇ ਹੁਣ ਇਸ ਦੇ ਜਿਹੜੇ ਖਿਡਾਰੀ ਵੀ ਘਟਦੇ ਜਾ ਰਹੇ ਨੇ, ਖੇਡਣ ਵਾਲੇ ਵੀ ਘਟਦੇ ਜਾ ਰਹੇ ਨੇ, ਤਾਂ ਇਸ ਨੂੰ ਡਿਜੀਟਲਾਈਜ਼ ਕਰ ਦਈਏ। ਤਾਂ ਮੇਰੇ ਕੋਲ ਆਏ, ਉਹਨਾਂ ਨੇ ਆਪਣਾ ਪ੍ਰੋਜੈਕਟ ਉਹ ਕੀਤਾ। ਲੇਕਿਨ ਉਸ ਤੋਂ ਪਹਿਲਾਂ ਅਸੀਂ ਇਸ ਨੂੰ ਇੱਕ ਮਤਲਬ ਗੇਮ ਦੇ ਵਿੱਚ ਸ਼ਾਮਲ ਕਰਵਾ ਚੁੱਕੇ ਸੀ ਜੀ। ਉਸ ਵੇਲੇ ਪੰਜਾਬ ਦੇ ਸਿੱਖਿਆ ਮੰਤਰੀ ਸੀਗੇ ਡਾਕਟਰ ਰੁਪਿੰਦਰਜੀਤ ਕੌਰ ਜੀ, ਮੈਂ ਉਹਨਾਂ ਨਾਲ ਬਤੌਰ ਪਬਲਿਕ ਰਿਲੇਸ਼ਨ ਅਫਸਰ ਤਾਇਨਾਤ ਸੀ। ਉਹਨਾਂ ਤੋਂ ਮੈਂ ਇਹ ਮਤਲਬ ਇੰਟਰੋਡਿਊਸ ਕਰਾਤਾ ਸੀ ਬਾਕਾਇਦਾ ਇੱਕ ਨੋਟੀਫਿਕੇਸ਼ਨ ਦੇ ਨਾਲ। ਤੁਹਾਡੇ ਯਾਦ ਹੋਵੇ, ਤੁਸੀਂ ਆਪ ਪ੍ਰੋਫੈਸਰ ਰਹੇ ਹੋ, ਕਿ ਜੇ ਕੋਈ ਚੀਜ਼ ਬਤੌਰ ਨੋਟੀਫਿਕੇਸ਼ਨ ਸਰਕਾਰ 'ਚ ਸ਼ਾਮਲ ਹੋ ਜਾਂਦੀ ਹੈ, ਕਿਸੇ ਵੀ ਸਰਕਾਰੀ ਹਿੱਸੇ ਦਾ ਪਾਰਟ ਬਣ ਜਾਂਦੀ ਆ, ਫਿਰ ਉਹ ਖਤਮ ਨਹੀਂ ਹੁੰਦੀ। ਠੀਕ ਹੈ। ਤੇ ਫਿਰ ਮੈਂ ਬੀਬੀ ਜੀ ਨੂੰ ਕਿਹਾ, ਮੈਂ ਕਿਹਾ ਬੀਬੀ ਜੀ ਹੁਣ ਇਹ ਟੌਪਿਕ ਬਦਲੋ, ਹੁਣ ਇਸ ਨੂੰ ਕਹੋ ਫਰੋਮ ਡਿਮਿਨਿਸ਼ਿੰਗ ਟੂ ਪ੍ਰੋਮਿਸਿੰਗ ਆਰਟ। ਵਾਹ। ਗੱਤਕਾ ਖਤਮ ਹੋਣ ਵਾਲਾ ਜਿਹੜਾ ਉਹ ਹੁਣ ਇੱਕ ਮਤਲਬ ਪ੍ਰੋਗਰੈਸਿਵ ਆਰਟ ਬਣ ਗਿਆ। ਤੇ ਇਹ ਮਤਲਬ ਸਾਡੀ ਇੱਕ ਉਹ ਸੀਗੀ ਕਿ ਅਸੀਂ ਸਿੱਖ ਕੌਮ ਲਈ ਇੰਨਾ ਛੋਟਾ ਜਿਹਾ ਕਾਰਜ ਕਰ ਗਏ ਕਿ ਇਸ ਗੱਤਕੇ ਨੂੰ ਮਤਲਬ ਖਤਮ ਹੁੰਦਿਆਂ ਇੱਕ ਮਤਲਬ ਉਹ ਕਰ ਲਿਆ, ਬਚਾ ਲਿਆ। ਹੁਣ ਤੁਸੀਂ ਪੁੱਛੋਗੇ ਕਿ ਉਹ ਕਿਵੇਂ ਹੋ ਰਿਹਾ ਸੀ, ਇਹੀ ਗੱਲ ਮੈਂ ਉਹਨਾਂ ਨੂੰ ਪੁੱਛੀ ਵੀ ਤੁਸੀਂ ਕਿਸ ਲੈਵਲ 'ਤੇ ਕਿਵੇਂ ਇਹ ਸੋਚਿਆ ਕਿ ਇਹ ਡਿਮਿਨਿਸ਼ਿੰਗ ਆਰਟ 'ਚ ਸ਼ਾਮਲ ਆ। ਤਾਂ ਉਹਨਾਂ ਦੀ ਰਿਸਰਚ ਕਮਾਲ ਦੀ ਸੀ ਜਿਹੜੀ ਉਹਨਾਂ ਨੇ ਉੱਥੇ ਬੈਠਿਆਂ ਕੀਤੀ ਆ। ਉਹ ਕਹਿੰਦੇ ਕਿ ਤੁਸੀਂ ਇਹ ਦੱਸੋ ਕਿ ਜਿਹੜੀਆਂ ਅੱਜ ਤੋਂ 40 ਸਾਲ 50 ਸਾਲ ਪਹਿਲਾਂ ਗੱਤਕਾ ਦੀਆਂ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਸੀਆਂ, ਉਹਨਾਂ ਦੀ ਗਿਣਤੀ ਅੱਜ ਕਿੰਨੀ ਆ? ਠੀਕ ਹੈ। ਨਿਹੰਗ ਸਿੰਘਾਂ ਦੀ ਗਿਣਤੀ ਜਿਹੜੀ ਉਸ ਵੇਲੇ ਸੀ ਅੱਜ ਕਿੰਨੀ ਰਹਿ ਗਈ? ਬਿਲਕੁਲ ਮੈਂ ਪਰਫੈਕਟ ਹੈ। ਮੈਂ ਕਿਹਾ ਜੀ ਨਿਹੰਗ ਸਿੰਘ ਬਜ਼ੁਰਗ ਹੀ ਨੇ, ਨਵੇਂ ਨੌਜਵਾਨ ਕੋਈ ਹੋ ਹੀ ਨਹੀਂ ਜਾ ਰਹੇ ਸਿੰਘ। ਮਤਲਬ ਕਾਲਨ ਸਾਹਿਬ, ਤੁਸੀਂ ਪੰਜਾਬ ਦੀ ਹਿਸਟਰੀ ਬਾਰੇ ਵਿਵਸਥਾ ਪੂਰੇ ਹੋ। ਅੱਗੇ ਸਾਡੇ
ਮਤਲਬ ਘਰਾਂ 'ਚੋਂ ਮਤਲਬ 4-4 5-5 ਬੱਚੇ ਹਰੇਕ ਦੇ ਹੁੰਦੇ ਸੀ। ਜੀ। ਅੱਜ ਕੱਲ ਤਾਂ ਸਿੰਗਲ ਮੁੰਡਾ ਹਰੇਕ ਦੇ। ਜੀ। ਉਦੋਂ ਅਸੀਂ ਇੱਕ ਬੱਚਾ ਨਿਹੰਗ ਸਿੰਘਾਂ ਨੂੰ ਦਿੰਦੇ ਹੁੰਦੇ ਸੀ। ਅੱਜ ਕੌਣ ਦਿੰਦਾ? ਕਿਹੜਾ ਬੰਦਾ ਮਤਲਬ ਨਿਹੰਗ ਸਿੰਘਾਂ ਨੂੰ ਮਤਲਬ ਫੌਜ ਦੇ ਵਿੱਚ ਸ਼ਾਮਲ ਕਰਾਉਂਦਾ? ਦੂਸਰੀ ਗੱਲ, ਅੱਜ ਕੱਲ ਅਸੀਂ ਸਾਰੇ ਪੱਛਮੀ ਨਿਵਾਸ 'ਚ ਰਹਿੰਦੇ ਹਾਂ, ਹੈ ਨਾ, ਤੇ ਉਹ ਬਾਣੇ ਵਾਲੇ ਤਾਂ ਸਿੰਘ ਵੈਸੇ ਹੀ ਬਾਣਾ ਕੌਣ ਕਾਲਜ ਪਾ ਕੇ ਜਾਂਦਾ, ਯੂਨੀਵਰਸਿਟੀ ਪਾ ਕੇ ਜਾਂਦਾ, ਹੈ ਨਾ ਜੀ। ਤੇ ਇਸੇ ਤਰ੍ਹਾਂ ਹੀ ਹੁਣ ਸਿਖਾਉਣ ਵਾਲੇ ਘਟਦੇ ਜਾਂਦੇ ਆ। ਅੱਛਾ, ਸ਼ਸਤਰ ਬਣਾਉਣ ਵਾਲੇ ਵੀ ਘਟਦੇ ਜਾਂਦੇ, ਕਿਉਂਕਿ ਸ਼ਸਤਰ ਵਿਕੂਗਾ ਤਾਂ ਜੇ ਖੇਡਣ ਵਾਲੇ ਹੋਣਗੇ ਤਾਂ ਹੀ ਬਣਾਏ ਜਾਣਗੇ। ਰੀਅਲੀ ਉਹਨਾਂ ਦੇ ਹੋਰ ਵੀ ਕਈ ਟੌਪਿਕ ਸੀਗੇ ਜਿਹੜੇ ਉਹਨਾਂ ਨੇ ਮੈਨੂੰ ਆਪਦਾ ਰਿਸਰਚ ਦਾ ਉਹ ਦਿਖਾਇਆ ਨਾ, ਕਿ ਇਸ ਜਿਹੜੇ ਉਹਨਾਂ ਨੇ ਟੌਪਿਕ ਲਏ ਆ, ਮਤਲਬ ਪੁਆਇੰਟਸ ਲਏ ਆ, ਇਸ ਪੁਆਇੰਟ ਨੂੰ ਬੇਸਿਸ ਰੱਖ ਕੇ ਇਹ ਆਇਆ ਕਿ ਇਹ ਡਿਮਿਨਿਸ਼ਿੰਗ 'ਚ ਜਾ ਰਿਹਾ ਅਗਲੀਆਂ ਪੀੜ੍ਹੀਆਂ 'ਚ। ਇਸ ਕਰਕੇ ਇਹਨੂੰ ਪਹਿਲਾਂ ਜੇ ਹੁਣ ਜਿਹੜੇ ਜਿਉਂਦੇ ਆ ਉਹਨਾਂ ਨੂੰ ਸਾਹਮਣੇ ਰੱਖ ਕੇ, ਪੁਰਾਣੇ ਬਜ਼ੁਰਗਾਂ ਨੂੰ, ਤੇ ਇਸ ਨੂੰ ਸਮੇਟ ਲਈਏ। ਇਹਦੇ 'ਚੋਂ ਗਰੇਵਾਲ ਸਾਹਿਬ ਇੱਕ ਗੱਲ ਇਹ ਵੀ ਨਿਕਲੀ, ਮਤਲਬ ਸਾਡਾ ਇਹ ਮੇਨ ਟੌਪਿਕ ਤਾਂ ਨਹੀਂ ਹੈਗਾ, ਕਿ ਜਿਹੜੇ ਪੰਜਾਬੀ ਆ ਇਹ ਇਤਿਹਾਸ ਸਿਰਜਦੇ ਆ ਪਰ ਇਤਿਹਾਸ ਸਾਂਭਦੇ ਨਹੀਂ। ਤੇ ਇਹ ਵੀ ਗੱਲ ਇੱਥੋਂ ਮਤਲਬ ਜਸਟੀਫਾਈ ਹੋਈ ਆ ਕਿ ਮਹਾਰਾਸ਼ਟਰ ਤੋਂ ਇੱਕ ਵਿਦਵਾਨ ਨੇ ਆ ਕੇ ਤੁਹਾਨੂੰ ਇਹ ਗੱਲਾਂ ਦੱਸੀਆਂ ਹੈਗੀਆਂ। ਹੁਣ ਗਰੇਵਾਲ ਜੀ, ਮੈਂ ਜਾਣਨਾ ਚਾਹਾਂਗਾ ਕਿ ਅਸੀਂ ਜਦੋਂ ਪੜ੍ਹਦੇ ਸੀਗੇ ਜਾਂ ਛੋਟੇ ਸੀਗੇ ਤਾਂ ਯੂਨੀਵਰਸਿਟੀ ਪੱਧਰ ਤੱਕ ਦੇ ਮੁਕਾਬਲੇ ਜਿਹੜੇ ਆ ਉਹ ਗੱਤਕੇ ਦੇ ਕਾਲਜਾਂ ਦੇ ਹੁੰਦੇ ਸੀਗੇ। ਤੁਸੀਂ ਹੁਣ ਕਿਉਂਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਵੀ ਪ੍ਰਧਾਨ ਹੋ ਤੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਵੀ ਪ੍ਰਧਾਨ ਹੋ, ਇਸ ਵੇਲੇ ਜਾਂ ਪਿਛਲੇ 16-17 ਸਾਲ ਤੋਂ ਜਦੋਂ ਦੇ ਤੁਸੀਂ ਜੁੜੇ ਆ, ਇਹਦੇ ਵਿੱਚ ਕੀ ਪ੍ਰੋਗਰੈਸ ਹੋਈ ਹੈਗੀ ਆ? ਯਾਨੀ ਜਿਹੜੀ ਗੱਤਕੇ ਨੂੰ ਇੱਕ ਖੇਡ ਦੇ ਤੌਰ ਤੇ, ਮਾਰਸ਼ਲ ਆਰਟ ਤਾਂ ਇਹ ਹੈ ਹੀ ਆ, ਪਰ ਇੱਕ ਖੇਡ ਦੇ ਤੌਰ ਤੇ ਵੀ ਜਿਹੜੀ ਮਾਨਤਾ ਸੀਗੀ ਉਹਦੀ ਹੁਣ ਕੀ ਪੋਜੀਸ਼ਨ ਹੈਗੀ ਆ? ਤੁਹਾਡੇ ਵਹਿੰਦਿਆਂ ਕਿਵੇਂ ਇਹਦੀ ਤਰੱਕੀ ਹੋਈ ਆ? ਅਸਲ ਕਾਲੂ ਸਾਹਿਬ, ਜੇ ਆਪਾਂ ਪਿਛੋਕੜ 'ਚ ਜਾਈਏ, 1936 ਦੀ ਮੇਰੇ ਕੋਲ ਇੱਕ ਰੂਲ ਬੁੱਕ ਹੈ। ਮੇਜਰ ਕਰਤਾਰ ਸਿੰਘ ਅਕਾਲੀ RSD ਕਾਲਜ ਫਿਰੋਜ਼ਪੁਰ ਦੇ ਫਿਜ਼ੀਕਲ ਡਾਇਰੈਕਟਰ ਸੀਗੇ। ਉਹਨਾਂ ਨੇ ਜਿਹੜੀ ਪੰਜਾਬ ਯੂਨੀਵਰਸਿਟੀ ਲਾਹੌਰ ਸੀ ਉਹਦੇ ਲਈ ਬੁੱਕ ਲਿਖੀ ਸੀ। ਅੱਛਾ, ਯੂਨੀਵਰਸਿਟੀ ਦਾ ਜਿਹੜਾ ਸਪੋਰਟਸ ਡਿਪਾਰਟਮੈਂਟ ਸੀ ਉਹਦੇ ਲਈ ਇਹ ਬੁੱਕ ਲਿਖੀ ਸੀ। ਤੇ ਉਸ 1936 ਚ ਲਾਹੌਰ ਪੰਜਾਬ ਜਿਹੜੀ ਯੂਨੀਵਰਸਿਟੀ ਸੀ ਉਸ ਦੀ ਇੱਕ ਬਾਕਾਇਦਾ ਮਾਨਤਾ ਪ੍ਰਾਪਤ ਖੇਡ ਸੀ ਗੱਤਕਾ 1936 ਚ ਜੀ। ਉਸ ਵੇਲੇ ਦੀਆਂ ਜਿਹੜੀਆਂ ਓਲੰਪਿਕ ਦੀਆਂ ਖੇਡਾਂ ਸੀਆਂ ਉਹਨਾਂ ਦੇ ਰੂਲ ਬੁੱਕ ਕਾਗਜ਼ਾਂ ਦੇ ਉੱਪਰ ਲਿਖੇ ਹੋਏ ਸੀ। ਤੇ ਸਾਡਾ ਐਡਾ ਵੱਡਾ ਇਤਿਹਾਸ ਹੈ ਕਿ ਸਾਡੀ ਬੁੱਕ ਛਪੀ ਹੋਈ ਸੀ ਉਸ ਵੇਲੇ ਦੀ, ਮੇਰੇ ਕੋਲ ਬੁੱਕ ਹੈ, ਉਹ ਤਸਵੀਰਾਂ ਸਮੇਤ ਉਹ ਬੁੱਕ ਹੈ। ਇਹ ਗੱਤਕਾ 1984-85 ਤੱਕ ਚੱਲਦਾ ਆਇਆ ਕਾਲਜਾਂ ਦੇ ਵਿੱਚ। ਮੇਰੇ ਕੋਲੇ ਪੁਰਾਣਾ, ਕਿਉਂਕਿ ਜਦੋਂ ਰਿਕਾਰਡ ਇਕੱਠਾ ਕੀਤਾ ਤਾਂ ਖਾਲਸਾ ਕਾਲਜ ਦੀ ਫੋਟੋ ਹੈਗੀ ਆ, ਬਿਸ਼ਨ ਸਿੰਘ ਸਮੁੰਦਰੀ ਉਸ ਵੇਲੇ ਪ੍ਰਿੰਸੀਪਲ ਸੀਗੇ ਉੱਥੇ, ਤੇ ਉਹਨਾਂ ਦੀ ਇੱਕ ਫੋਟੋ ਹੈ ਗੱਤਕਾ ਪਲੇਅਰਸ ਦੇ ਨਾਲ, ਯਾਦਗਾਰੀ ਫੋਟੋ ਖਿਚਾਈ ਹੋਈ ਹੈ ਜਦੋਂ ਉਹ ਮੈਡਲ ਜਿੱਤ ਕੇ ਆਉਂਦੇ ਆ। ਇਸੇ ਤਰ੍ਹਾਂ ਗਵਰਨਮੈਂਟ ਕਾਲਜ ਪਟਿਆਲਾ ਦੀ, ਲੁਧਿਆਣੇ ਦੀ ਹੈਗੀ ਆ ਮੇਰੇ ਕੋਲੇ 89-90 ਦੀ, ਤੇ ਉਹ ਵੀ ਇੱਦਾਂ ਹੀ ਇੱਕ ਯਾਦਗਾਰੀ ਫੋਟੋ ਜਿਹੜੀ ਮੈਂ ਆਪਾਂ ਉਦੋਂ ਪੁਰਾਣੀਆਂ ਖਿਚਾਉਂਦੇ ਹੁੰਦੇ ਸੀ ਕਾਲਜਾਂ ਦੇ ਵਿੱਚ। ਤੇ ਉਸ ਤੋਂ ਬਾਅਦ ਇਹ ਗੱਤਕਾ ਮਤਲਬ ਇੱਕ ਕਿਸਮ ਦਾ ਜਦੋਂ ਪੰਜਾਬ 'ਚ ਥੋੜ੍ਹਾ ਜਿਹਾ ਮਾਹੌਲ ਹੋਇਆ ਤਾਂ ਇਹ ਗੱਤਕਾ ਨਿਕਲ ਗਿਆ, ਖੇਡਾਂ 'ਚੋਂ ਨਿਕਲ ਗਿਆ। ਕਾਰਨ ਇਹ ਵੀ ਸੀ ਉਸ ਵੇਲੇ ਇਹਦੀ ਕੋਈ ਸੰਸਥਾ ਨਹੀਂ ਸੀਗੀ। ਠੀਕ ਹੈ। ਤੇ ਜਦੋਂ ਇਹ ਸੰਸਥਾਵਾਂ ਬਣੀਆਂ, ਗੱਤਕੇ ਦੀਆਂ ਸੰਸਥਾਵਾਂ ਬਣੀਆਂ, ਤਾਂ ਉਸ ਤੋਂ ਬਾਅਦ ਇਸ ਨੂੰ ਦੁਬਾਰਾ ਰਿਕੋਗਨਾਈਜ਼ ਕਰਾਉਣ ਲਈ ਇੱਕ ਮੁਹਿੰਮ ਚੱਲੀ। ਉਸ ਦੇ ਵਿੱਚ ਇਹ ਸੀਗਾ ਕਿ ਉਦੋਂ ਪੰਜਾਬ ਸਰਕਾਰ ਤੋਂ ਅਸੀਂ 2008 ਦੇ ਵਿੱਚ ਇਸ ਦੀ ਰਿਕੋਗਨੀਸ਼ਨ ਲਈ ਫਸਟ ਟਾਈਮ। ਫਿਰ ਉਸ ਤੋਂ ਬਾਅਦ ਚੱਲ ਆਉਂਦਾ ਰਿਹਾ ਜੀ। ਅੱਜ ਜਿਹੜਾ ਅਸੀਂ ਜਿਸ ਮੁਕਾਮ ਤੇ ਅੱਜ ਪਹੁੰਚੇ ਹਾਂ, ਤੇ ਉੱਥੇ ਇਹ ਆ ਕਿ ਅੱਜ ਗੱਤਕਾ ਇੰਡੀਆ ਦੀਆਂ ਨੈਸ਼ਨਲ ਖੇਡਾਂ ਦੇ ਵਿੱਚ ਸ਼ੁਮਾਰ ਹੈ। ਠੀਕ ਹੈ। ਜਿਹੜੀਆਂ ਹੁਣ 37ਵੀਆਂ ਨੈਸ਼ਨਲ ਗੇਮਸ ਗੋਆ 'ਚ ਹੋ ਰਹੀਆਂ ਨੇ ਅਕਤੂਬਰ ਮਹੀਨੇ, ਉਹਨਾਂ ਦੇ ਵਿੱਚ ਗੱਤਕਾ ਹੋਊਗਾ। 43 ਖੇਡਾਂ ਨੇ, ਉਹਨਾਂ ਦੇ ਵਿੱਚ ਇੱਕ ਗੱਤਕਾ ਵੀ ਹੈਗਾ। ਇਸੇ ਤਰ੍ਹਾਂ ਸਾਡਾ ਜਿਹੜਾ ਇੰਡੀਆ ਦਾ ਸਪੋਰਟਸ ਡਿਪਾਰਟਮੈਂਟ ਹੈ ਯੂਨੀਅਨ ਮਿਨਿਸਟਰੀ ਦਾ, ਤੇ ਉਹ ਆਪਣੇ ਤੌਰ ਤੇ ਬਰਾਬਰ ਇੱਕ ਨੈਸ਼ਨਲ ਖੇਡਾਂ ਕਰਵਾਉਂਦੇ ਆ। ਉਹਦਾ ਨਾਂ ਹੈਗਾ ਖੇਲੋ ਇੰਡੀਆ। ਤੇ ਉਹਨਾਂ ਨੇ ਮਤਲਬ ਇਹ ਖੇਲੋ ਇੰਡੀਆ ਦਾ ਇੱਕ ਉਹ ਬਰਾਬਰ ਇੱਕ ਡਾਇਰੈਕਟੋਰੇਟ ਬਣਾਇਆ ਹੈ, ਸੋ ਦੈਟ ਇਹਨਾਂ ਬੱਚਿਆਂ ਦੀਆਂ ਜ਼ਿਆਦਾ ਪ੍ਰੈਕਟਿਸ ਕਰਵਾ ਕੇ ਓਲੰਪਿਕ 'ਚ ਅਸੀਂ ਇੰਡੀਆ ਦਾ ਇੱਕ ਸਟੈਂਡਰਡ ਮੇਨਟੇਨ ਕਰੀਏ। ਤੇ ਉਹ ਜਿਹੜਾ ਖੇਲੋ ਇੰਡੀਆ ਹੈਗੀ ਆ, ਗੇਮਸ ਹੁੰਦੀਆਂ ਨੇ ਹਰ ਸਾਲ, ਮਤਲਬ ਉਹਨਾਂ ਦੇ ਵਿੱਚ ਵੀ ਗੱਤਕਾ ਸ਼ਾਮਲ ਹੈ। ਉਹ 'ਚ ਵੀ 40-45 ਖੇਡਾਂ ਸ਼ਾਮਲ ਨੇ, ਉਹ 'ਚ ਵੀ ਗੱਤਕਾ ਹੈਗਾ। ਇਸੇ ਤਰ੍ਹਾਂ ਜਿਹੜੀਆਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੇਮਸ ਹੁੰਦੀਆਂ ਨੇ, 2015 ਤੋਂ ਉਹਦੇ ਵਿੱਚ ਗੱਤਕਾ ਸ਼ਾਮਲ ਹੈਗਾ। ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਇੰਡੀਆ ਦੀਆਂ ਨੈਸ਼ਨਲ ਸਕੂਲ ਗੇਮਸ ਹੁੰਦੀਆਂ ਨੇ, ਉਹਨਾਂ ਵਿੱਚ ਵੀ ਗੱਤਕਾ ਸ਼ਾਮਲ ਹੈ। ਅੱਜ ਹੁਣ ਇਹ ਆ ਕਿ ਇੰਡੀਆ ਦੇ ਵਿੱਚ, ਜਾਂ ਤੁਸੀਂ ਕਹਿ ਲਓ ਕਿ ਕਿਸੇ ਵੀ ਕੰਟਰੀ ਦੇ ਵਿੱਚ, ਕਿਸੇ ਵੀ ਖੇਡ ਨੂੰ
ਜਿਹੜੀ ਵੀ ਚੋਟੀ ਦੀ ਪੋਜੀਸ਼ਨ ਪ੍ਰਾਪਤ ਹੋਣੀ ਹੁੰਦੀ ਆ ਉਹ ਅੱਜ ਗੱਤਕੇ ਨੂੰ ਇੰਡੀਆ ਦੇ ਵਿੱਚ ਪ੍ਰਾਪਤ ਹੈਗੀ ਆ। ਇਹ ਗਰੇਵਾਲ ਸਾਹਿਬ ਤੁਹਾਡੀ ਬੜੀ ਵੱਡੀ ਪ੍ਰਾਪਤੀ ਆ, ਕਿਉਂਕਿ ਗੁਰੂ ਮਹਾਰਾਜ ਨੇ ਜੀ। ਮੇਰੇ ਇੱਕ ਰਿਸ਼ਤੇਦਾਰ ਲਾਇਲਪੁਰ ਖਾਲਸਾ ਕਾਲਜ ਜਲੰਧਰ ਜੀ ਪੜ੍ਹਦੇ ਹੁੰਦੇ ਸਨ ਜੀ। ਤੇ ਸਾਡੇ ਤੋਂ ਤੇ ਉਹ ਕਾਫੀ ਵੱਡੇ ਸੀਗੇ। ਜੀ। ਉਹ ਫਿਰ ਸਾਨੂੰ ਦੱਸਦੇ ਹੁੰਦੇ ਸਨ, ਅਸੀਂ ਉਹਨਾਂ ਨੂੰ ਪੁੱਛਣਾ ਨਾ ਵੀ ਤੁਸੀਂ ਵੀ ਕੋਈ ਗੇਮ ਖੇਡੀ ਆ? ਜੀ। ਕਹਿੰਦੇ ਜੀ ਮੈਂ ਗੱਤਕਾ ਖੇਡਦਾ ਹੁੰਦਾ ਸੀਗਾ। ਬੜੇ ਕਿਹਾ। ਤੇ ਅਸੀਂ ਕਿਹਾ ਵੀ ਗੱਤਕਾ ਤਾਂ ਨਿਹੰਗ ਸਿੰਘ ਖੇਡਦੇ ਹੁੰਦੇ ਆ ਵੀ। ਉਹ ਕਹਿੰਦੇ ਨਹੀਂ ਇਹ ਇੱਕ ਮਾਨਤਾ ਪ੍ਰਾਪਤ ਖੇਡ ਸੀਗੀ। ਔਰ ਕਹਿੰਦੇ ਵੀ ਮੈਂ ਇੰਨਾ ਛੋਹਲਾ ਸੀਗਾ, ਉਹ ਆਪਣੇ ਬਾਰੇ ਦੱਸਦੇ ਸੀਗੇ ਕਿ ਵੀ ਮੈਂ ਮਤਲਬ ਵਿਦਨ ਨੋ ਟਾਈਮ ਜਿਹੜਾ ਮੇਰਾ ਅਪੋਨੈਂਟ ਹੁੰਦਾ ਸੀਗਾ ਨਾ ਉਹਨੂੰ ਮੈਂ ਮੈਦਾਨੋਂ ਬਾਹਰ ਕਰ ਦਿੰਦਾ ਸੀਗਾ। ਮਤਲਬ ਮੈਂ ਇੰਨਾ ਪ੍ਰਬੀਨ ਸੀਗਾ। ਸੋ ਅਸੀਂ ਗੱਤਕੇ ਦੀ ਖੇਡ ਬਾਰੇ ਮਤਲਬ ਕਾਲਜ ਲੈਵਲ ਤੇ ਜਿਹੜੀ ਹੁੰਦੀ ਰਹੀ ਆ ਉਹ ਸੁਣਿਆ ਹੋਇਆ, ਤੁਸੀਂ ਦੇਖਿਆ ਹੋਇਆ, ਸੁਣਦੇ ਆਏ ਆ। ਔਰ ਤੁਸੀਂ ਇਹ ਬੜੀ ਵੱਡੀ ਪ੍ਰਾਪਤੀ ਕੀਤੀ ਹੈਗੀ ਆ। ਤੇ ਹੁਣ ਤੁਸੀਂ ਇਹ ਦੱਸੋ ਕਿ ਇਹ ਜਿਹੜਾ ਆਰਟ ਆ ਕੀ ਇਹ ਕੇਵਲ ਸਿੱਖਾਂ ਦਾ ਹੀ ਆਰਟ ਆ ਕਿ ਇਹ ਪੰਜਾਬੀਆਂ ਦਾ ਆਰਟ ਆ ਕਿ ਜਾਂ ਇਹ ਇੱਕ ਖੇਡ ਆ? ਇਸ ਤਰ੍ਹਾਂ ਹੈਗਾ ਜੀ ਕਿ ਜਿਹੜੀ ਸਿੱਖ ਸ਼ਸਤਰ ਵਿੱਦਿਆ, ਸਮੁੱਚੀ ਸਿੱਖ ਸ਼ਸਤਰ ਵਿੱਦਿਆ, ਉਹ ਤਾਂ ਸਿਰਫ ਸਿੱਖਾਂ ਦੀ ਆ। ਠੀਕ ਹੈ। ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਸੋਟੀ, ਲਾਠੀ, ਮਰਾਠੀ, ਤਲਵਾਰ, ਕਿਰਪਾਨ, ਢਾਲ ਜੋ ਵੀ ਹੈਗੇ ਆ ਉਹ ਸਾਡੀ ਸਿੱਖ ਸ਼ਸਤਰ ਕਲਾ ਹੈਗੀ ਆ। ਉਸ ਦੇ ਵਿੱਚ ਸਾਡੇ ਹਰ ਤਰ੍ਹਾਂ ਦੇ ਵਾਰ ਨੇ, ਜੰਗੀ ਵਾਰ ਵੀ ਨੇ ਜਾਂ ਸਵੈ ਰੱਖਿਆ ਲਈ ਵੀ ਹੈਗਾ ਉਹ ਸਾਰਾ ਕੁਛ ਹੈ ਨਾ। ਅਤੇ ਉਹ ਤਾਂ ਸਿਰਫ ਸਾਡੇ ਬਾਣੇ ਵਾਲੇ ਸਿੰਘ ਅਤੇ ਸਾਡੇ ਅੰਮ੍ਰਿਤਧਾਰੀ ਜਿਸ ਨੇ ਦੁਮਾਲਾ, ਚੋਲਾ ਜਾਂ ਬੀਬੀਆਂ ਕੇਸਕੀ ਸਜਾਉਂਦੀਆਂ ਨੇ, ਪਲੱਸ ਕਮਰ ਕੱਸਾ ਅਤੇ ਖਜ਼ਾਨਾ ਗਾਤਰਾ ਹੋਵੇ ਜੀ। ਉਹਦੇ 'ਚ ਉਹ ਸਾਰੇ ਜਿਹੜੀ ਸ਼ਸਤਰ ਕਲਾ, ਸਮੁੱਚੀ ਸ਼ਸਤਰ ਕਲਾ, ਉਸ ਨੂੰ ਡੈਮੋਸਟ੍ਰੇਟ ਕੀਤਾ ਜਾਂਦਾ ਹੈ। ਠੀਕ ਹੈ। ਉਹ ਸਾਡੀ ਜਿਹੜੀ ਹੈਗੀ ਆ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਹੈ, ਉਹ ਉਸ ਨੂੰ ਪ੍ਰਮੋਟ ਕਰਦੀ ਹੈ, ਉਸ ਦੇ ਮੁਕਾਬਲੇ ਕਰਾਉਂਦੀ ਹੈ। ਠੀਕ ਹੈ। ਸੋ ਦੈਟ ਕਿ ਸਾਡਾ ਵਿਰਸਾ, ਸਾਡੀ ਵਿਰਾਸਤ ਹੈ ਜਿਹੜੀ ਉਹ ਕੋਈ ਭੁੱਲੇ ਨਾ, ਬਰਾਬਰ ਉਹਦੇ ਮੁਕਾਬਲੇ ਉਵੇਂ ਹੁੰਦੇ ਆ। ਉਸੇ ਜਿਹੜੀ ਸਮੁੱਚੀ ਸਿੱਖ ਸ਼ਸਤਰ ਕਲਾ ਹੈਗੀ ਆ, ਉਸੇ ਦਾ ਇੱਕ ਪਾਰਟ ਹੈਗਾ ਗੱਤਕਾ ਸੋਟੀ, ਜਿਹੜੀ ਅਸਲ 'ਚ ਕੀ ਹੈ। ਕੌਣ ਸਾਹਿਬ ਤੁਸੀਂ ਵੀ ਜਰਨਲਿਸਟ ਰਹੇ ਹੋ ਆਪ, ਸਾਡੇ ਹਰ ਲੋਕ ਇੱਕ ਨਾ ਚੀਜ਼ ਨੂੰ ਅਸੀਂ ਜਿਵੇਂ ਕਹਿ ਦਿੰਦੇ ਹਾਂ, ਪਿੰਡ ਦਾ ਛੋਟਾ ਜਿਹਾ ਬੱਸ ਸਟਾਪ ਹੁੰਦਾ, ਅਸੀਂ ਉਹਨੂੰ ਕਹਿੰਦੇ ਉਹ ਪਿੰਡ ਵਾਲੇ ਬੱਸ ਅੱਡੇ 'ਤੇ ਆ ਜੀ। ਬੱਸ ਅੱਡਾ ਤਾਂ ਸ਼ਹਿਰ ਦਾ ਹੁੰਦਾ, ਉਹ ਬੱਸ ਸਟਾਪ ਹੈ। ਇਸੇ ਤਰ੍ਹਾਂ ਅਸੀਂ ਸਮੁੱਚੀ ਸਿੱਖ ਸ਼ਸਤਰ ਵਿੱਦਿਆ ਨੂੰ, ਸ਼ਸਤਰ ਕਲਾ ਨੂੰ, ਸਾਡੀ ਯੁੱਧ ਕਲਾ ਨੂੰ ਗੱਤਕਾ ਕਹਿ ਦਿੰਦੇ ਹਾਂ। ਠੀਕ ਹੈ। ਭਾਈ ਕਾਹਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਹੈ, ਉਹਦੇ 'ਚ ਤੁਸੀਂ ਗੱਤਕੇ ਦੀ ਅਗਰ ਡੈਫੀਨੇਸ਼ਨ ਪੜ੍ਹੋ ਤਾਂ ਬਹੁਤ ਕਲੀਅਰ ਹੋ ਜੂ, ਸਾਰਿਆਂ ਨੇ ਕਿਸੇ ਨੇ ਦੇਖਿਆ ਹੋਣਾ। ਅਤੇ ਉਹਨਾਂ ਨੇ ਲਿਖਿਆ ਕਿ 3 ਹੱਥ ਦਾ ਡੰਡਾ ਜਿਹੜਾ ਹੈਗਾ ਉਹਨੂੰ ਗੱਤਕਾ ਸੋਟੀ ਕਹਿੰਦੇ ਆ। ਠੀਕ ਹੈ। ਮੈਂ ਮਾਲਵੇ ਨੂੰ ਬਿਲੋਂਗ ਕਰਦਾ। ਸਾਡੇ ਪਿੰਡ ਵਾਲੇ ਬਜ਼ੁਰਗ ਜਿਨ੍ਹਾਂ ਨੇ ਹਲੇ ਵੀ ਉਹ ਪੁਰਾਣੇ ਲਫ਼ਜ਼ ਸੰਭਾਲ ਕੇ ਰੱਖੇ ਹੋਏ ਆ, ਉਹ ਜੇ ਕਿਸੇ ਦੇ ਡੰਡਾ ਮਾਰਨਾ ਹੋਵੇ ਤਾਂ ਉਹਨੂੰ ਕਹਿੰਦੇ ਆ ਕੁਤਕਾ ਲਿਆ ਹੋਏ, ਮਾਰੇ ਦੇ ਕੁਤਕਾ, ਤੇ ਇਹ ਕਰ। ਉਹ ਕੁਤਕਾ ਖੁਤਕਾ ਦਾ ਲਫ਼ਜ਼ ਸੁਧਰ ਕੇ ਗੁਰੂ ਸਾਹਿਬ ਨੇ ਇਹਨੂੰ ਗੱਤਕਿਆ ਸੋਟੀ ਦਾ ਨਾਂ ਦਿੱਤਾ। ਜਦ ਕਿ ਉਹ ਸੋਟੀ ਜਿਹੜੀ ਮੈਂ ਗੱਲ ਦੱਸ ਰਿਹਾ ਸੀ, ਸੋਟੀ ਆ ਜਿਹੜੀ ਉਹ ਸਮੁੱਚੀ ਸਿੱਖ ਸ਼ਸਤਰ ਕਲਾ ਦਾ ਪਾਰਟ ਹੈ। ਉਸ ਦੇ ਵਿੱਚੋਂ ਇੱਕ ਵੱਖਰੀ ਕੱਲੀ ਸੋਟੀ ਲੈ ਕੇ ਜਿਹੜੀ 1936 ਤੋਂ ਮੇਜਰ ਕਰਤਾਰ ਸਿੰਘ ਅਕਾਲੀ ਜੀ ਜਾਂ ਉਸ ਤੋਂ ਪਹਿਲਾਂ ਦਾ ਹੋਣਾ, ਕਿਉਂਕਿ ਸਾਡੇ ਕੋਲ ਜਿਵੇਂ ਤੁਸੀਂ ਕਿਹਾ ਸੀ ਅਸੀਂ ਇਤਿਹਾਸ ਬਣਾਉਂਦੇ ਹਾਂ, ਸੰਭਾਲਦੇ ਨਹੀਂ। ਅਸੀਂ ਇਤਿਹਾਸ ਨਹੀਂ ਬਣਾਇਆ, ਸੰਭਾਲਿਆ ਕਿ ਇਹ ਸੋਟੀ ਕਦੋਂ ਪਿੱਛੋਂ ਆ ਕੇ ਖੇਡ ਬਣ ਕੇ ਚੱਲੀ ਹੋਈ ਆ। 1936 ਤੋਂ ਤਾਂ ਸਾਡੇ ਕੋਲ ਹੈਗੀ ਆ ਕਿ 1936 'ਚ ਇਹ ਬਤੌਰ ਕੱਲੀ ਸੋਟੀ ਸੀ ਜੀ। ਮੈਂ ਕਹਿ ਰਿਹਾ ਕਿ ਕੱਲੀ ਸੋਟੀ ਬਤੌਰ ਸਪੋਰਟਸ ਅਪਰੂਵ ਹੋਈ ਸੀਗੀ ਜੀ। ਅਸੀਂ ਉਸੇ ਲੈਗੇਸੀ ਨੂੰ ਲੈ ਕੇ, ਜਿਹੜੀ 87 ਸਾਲ ਪੁਰਾਣੀ ਹੈਗੀ ਆ ਲੈਗੇਸੀ, ਉਸੇ ਨੂੰ ਲੈ ਕੇ ਪ੍ਰਮੋਟ ਕਰ ਰਹੇ ਹਾਂ, ਜਿਹੜੀ ਸਾਡੀ ਵਿਸ਼ਵ ਗੱਤਕਾ ਫੈਡਰੇਸ਼ਨ ਔਰ ਨੈਸ਼ਨਲ ਗੱਤਕਾ ਐਸੋਸੀਏਸ਼ਨ ਹੈ। ਉਸੇ ਕੱਲੀ ਸੋਟੀ ਨੂੰ ਹੀ ਇੰਡੀਆ ਗੌਰਮੈਂਟ 'ਚ ਪ੍ਰਵਾਨਗੀ ਹੋਈ ਹੈ। ਉਸੇ ਸੋਟੀ ਨੂੰ ਹੀ ਹੁਣ ਅਸੀਂ ਏਸ਼ੀਅਨ ਗੇਮਸ ਐਂਡ ਓਲੰਪਿਕ ਗੇਮਸ 'ਚ ਲੈ ਕੇ ਚੱਲੇ ਹਾਂ। ਸਿਰਫ ਸੋਟੀ ਦੀ ਕਲਾ ਨੂੰ ਹੀ ਮਤਲਬ ਬਤੌਰ ਸਪੋਰਟਸ ਲੈ ਕੇ ਚੱਲੇ ਹਾਂ। ਲੇਕਿਨ ਜਿਹੜੀ ਸਾਡੀ ਉਹ ਹੈਗੀ ਆ ਸਿੱਖ ਸ਼ਸਤਰ ਵਿੱਦਿਆ, ਉਹ ਸਾਡੀ ਪੂਰੀ ਕੌਮ ਦਾ ਇੱਕ ਸਾਡਾ ਸਰਮਾਇਆ, ਸਾਡਾ ਸਕਿੱਲ ਹੈ। ਇਹਦਾ ਮਤਲਬ ਇਹ ਆ ਕਿ ਜਿਹੜੀ ਤੁਸੀਂ ਵਿਆਖਿਆ ਕੀਤੀ ਹੈਗੀ ਆ, ਜਿਹੜੀ ਸਿੱਖ ਸ਼ਸਤਰ ਵਿੱਦਿਆ ਦੀ ਆ, ਉਹ ਇੱਕ ਆਪਣੇ ਥਾਂ ਆ, ਉਹਦੀ ਸੰਭਾਲ ਹੋ ਰਹੀ ਹੈਗੀ ਆ, ਉਹਦੇ ਲਈ ਕੌਂਸਲ ਵੀ ਬਣੀ ਹੈਗੀ ਆ। ਔਰ ਇਹ ਜਿਹੜਾ ਗੱਤਕਾ ਹੈਗਾ, ਇਹਦੇ 'ਚ ਕੋਈ ਬੰਦਸ਼ ਨਹੀਂ ਹੈ ਕਿ ਕਿਸੇ ਧਰਮ ਵਿਸ਼ੇਸ਼ ਦਾ, ਜਾਂ ਕਿਉਂਕਿ ਜਦੋਂ ਸਾਰੀਆਂ ਸਟੇਟਾਂ ਨੇ ਗੱਤਕਾ ਖੇਡਣਾ ਤਾਂ ਉਹਦੇ ਵਿੱਚ ਮਤਲਬ ਕੋਈ ਧਰਮ ਦਾ ਮਸਲਾ ਨਹੀਂ ਹੈ। ਅਤੇ ਇਹਦੇ 'ਚ ਗੱਲ ਸਾਹਿਬ ਇਹ ਹੋਰ ਵੀ ਆ, ਮੈਂ ਤੁਹਾਨੂੰ ਇਹ 'ਚ ਹੋਰ ਗੱਲ ਕਰਾਂ। ਮੈਂ ਜਿਵੇਂ ਪਹਿਲਾਂ ਸ਼ੁਰੂ ਤੋਂ ਦੱਸਿਆ ਸੀ ਤੁਹਾਨੂੰ ਕਿ ਸੋਟੀ ਮਨੁੱਖ ਦਾ
ਆਦ ਮਾਨਵ ਤੋਂ ਲੈ ਕੇ ਅੱਜ ਤੱਕ ਸਾਡਾ ਪਾਰਟ ਹੈ। ਠੀਕ ਹੈ। ਔਰ ਇਹ ਸੋਟੀ ਦੀ ਕਲਾ ਜਿਹੜੀ ਹੈਗੀ ਆ, ਸੋਟੀ ਦੀ ਕਲਾ ਜਿਹੜੀ ਆਧਾਰਿਤ ਹੈਗੀ ਆ, ਸਟਿਕ ਫਾਈਟਿੰਗ ਜਿਹਨੂੰ ਕਹਿ ਦਈਏ, ਇਹ ਕੱਲੀ ਸਾਡੀ ਨਹੀਂ ਜੀ, ਇਹ 32 ਮੁਲਕਾਂ ਦੀ ਬੁਨਿਆਦੀ ਮੂਲ ਖੇਡ ਆ। ਉਹ ਸੋਟੀ ਦਾ ਆਕਾਰ ਵੱਖ-ਵੱਖ ਮੁਲਕਾਂ ਦੇ ਵਿੱਚ ਵੱਖੋ-ਵੱਖ ਆ। ਠੀਕ ਹੈ। ਕਿਸੇ ਦੀ 2.5 ਫੁੱਟ ਦੀ ਆ, ਕਿਸੇ ਦੀ 1.5 ਫੁੱਟ ਦੀ ਆ, ਕਿਸੇ ਦੀ ਥੋੜੀ ਜਿਹੀ ਐ ਬਿੰਗੀ ਜੀ ਆ, ਕਿਸੇ ਦੀ ਸੋਟੀ ਕੰਨ ਤੱਕ ਦੀ ਆ, ਐਡੀ ਵੱਡੀ ਸੋਟੀ ਹੈ। ਸਾਡੇ ਇੰਡੀਆ 'ਚ ਹੀ ਸੋਟੀ ਆਧਾਰਿਤ 3 ਹੋਰ ਮਾਰਸ਼ਲ ਆਰਟ ਨੇ, ਕਲਰੀ ਪਾਈਤੂ, ਥਾਂਗਟਾ, ਸਿਲੰਬਮ। ਰਸ਼ੀਆ 'ਚ ਮਾਰਸ਼ਲ ਆਰਟ ਹੈ, ਜੇ ਤੁਸੀਂ ਉਹ ਰਸ਼ੀਆ ਵਾਲੇ ਨੂੰ ਜੇ ਕਿਤੇ ਮਾੜੇ ਜੇ ਪੱਗ ਪੁੱਗ ਬਣਾ ਕੇ ਜਾਂ ਦੁਮਾਲਾ ਬਣਾ ਕੇ ਖਿਡਾਓ ਤਾਂ ਤੁਹਾਨੂੰ ਕਹੂਗਾ ਵੀ ਇਹ ਇੱਥੇ ਕਿੱਥੇ ਗਤਕਾ ਆ ਗਿਆ ਰਸ਼ੀਆ 'ਚ ਜੀ। ਤੇ ਇਸ ਕਰਕੇ ਇਹ ਜਿਹੜੀ ਸੋਟੀ ਦੀ ਕਲਾ ਹੈਗੀ ਆ, ਇਹ ਸੋਟੀ ਦੀ ਕਲਾ ਚੱਲਦੀ ਆ। ਲੇਕਿਨ ਸੋਟੀ ਦੀ ਕਲਾ ਜਿਹੜੀ ਹੈਗੀ ਆ, ਇੱਕ ਮੂਲ ਉਹ ਹੁੰਦਾ ਸਿੱਖਣ ਦਾ। ਜੇ ਤੁਸੀਂ ਤਲਵਾਰ ਕਿਰਪਾਨ ਚਲਾਉਣੀ ਸਿੱਖਣੀ ਆ ਤਾਂ ਪਹਿਲਾਂ ਸੋਟੀ ਆਉਣੀ ਚਾਹੀਦੀ ਆ। ਜੇ ਤੁਸੀਂ ਮੋਟਰਸਾਈਕਲ ਚਲਾਉਣਾ ਤਾਂ ਤੁਹਾਨੂੰ ਸਾਈਕਲ ਚਲਾਉਣਾ ਆਉਣਾ ਚਾਹੀਦਾ। ਇਹ ਸੋਟੀ ਦਾ ਸਾਡਾ ਬੁਨਿਆਦੀ ਇੱਕ ਲਰਨਿੰਗ ਦਾ ਪਾਰਟ ਹੁੰਦਾ ਜੀ। ਇਸ ਕਰਕੇ ਸੋਟੀ ਆ ਜਿਹੜੀ, ਸੋਟੀ ਨੂੰ ਕਿਉਂਕਿ ਸੋਟੀ ਖੇਡਣੀ ਆ ਇਕੱਲੀ, ਉਹਨੂੰ ਕੋਈ ਵੀ ਖੇਡ ਸਕਦਾ। ਸਟਿਕ ਫਾਈਟਿੰਗ ਆਪਾਂ ਜਿਹਨੂੰ ਪੰਜਾਬੀ 'ਚ ਨਾਂ ਦੇ ਦਈਏ ਤਾਂ ਉਹ ਹੈਗਾ ਗੱਤਕਾ ਸੋਟੀ, ਮਤਲਬ ਉਹਦਾ ਨਾਂ ਚੱਲਿਆ ਹੋਇਆ ਹੈਗਾ। ਉਹਦੇ 'ਚ ਗਰੇਵਾਲ ਸਾਹਿਬ ਮੈਨੂੰ ਮਹਿਸੂਸ ਹੁੰਦਾ, ਤੁਸੀਂ ਬੜੀ ਵਧੀਆ ਗੱਲ ਇਹ ਦੱਸ ਰਹੇ ਹੈਗੇ ਆ, ਕਿਉਂਕਿ ਜੇ ਉਹ ਸੋਟੀ ਤੋਂ ਸ਼ੁਰੂ ਕਰਨਗੇ ਤੇ ਸੋਟੀ ਨੇ ਤਾਂ ਕੋਈ ਸੱਟ ਨਹੀਂ ਲਾਉਣੀ, ਮਤਲਬ ਕੋਈ ਜ਼ਖਮ ਨਹੀਂ ਕਰਨਾ। ਤੇ ਜੇ ਮਤਲਬ ਉਹਦੀ ਥਾਂ ਕੋਈ ਡਾਂਗ ਹੋਏਗੀ, ਕੋਈ ਤਲਵਾਰ ਹੋਏਗੀ ਤਾਂ ਉਹ ਨੈਚੁਰਲੀ ਖਤਰਨਾਕ ਹੁੰਦੀ ਆ। ਤੇ ਫਰਮ ਸਿੰਪਲ ਟੂ ਕੰਪਲੈਕਸ ਜਿੱਦਾਂ ਸਿੱਖਣ ਦਾ ਪ੍ਰੋਸੈਸ ਹੈਗਾ, ਇਹ ਵੀ ਮੈਨੂੰ ਲੱਗਦਾ ਵੀ ਜਿਹੜੀ ਕਲਾ ਹੈਗੀ ਆ ਇਹ ਸੋਟੀ ਤੋਂ ਸ਼ੁਰੂ ਹੋ ਕੇ ਫਿਰ ਤਲਵਾਰ ਵੱਲ ਨੂੰ ਤੇ ਸ਼ਸਤਰ ਜਿਹੜੇ ਹੈਗੇ ਆ ਉਹਨਾਂ ਵੱਲ ਨੂੰ ਜਾਂਦੀ ਹੈਗੀ ਆ। ਸੋ ਇਹ ਬੜੇ ਵਧੀਆ ਤਰੀਕੇ ਨਾਲ ਤੁਸੀਂ ਇਹਦੀ ਵਿਆਖਿਆ ਕਰ ਰਹੇ ਹੈਗੇ ਆ। ਤੇ ਹੁਣ ਜਿਹੜਾ ਭਾਰਤ ਹੈਗਾ, ਜਿਹੜੀਆਂ ਨੈਸ਼ਨਲ ਗੇਮਸ ਹੁੰਦੀਆਂ ਨੇ, ਉਹਦੇ 'ਚ ਤੁਸੀਂ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿੰਨੀਆਂ ਕੁ ਸਟੇਟਾਂ ਜਿਹੜੀਆਂ ਨੇ ਉਹ ਗੱਤਕੇ ਦੀ ਕਲਾ ਨੂੰ ਉਹਨਾਂ ਨੇ ਮਾਨਤਾ ਦਿੱਤੀ ਆ, ਜਾਂ ਗੱਤਕੇ ਦੀ ਖੇਡ ਉਹਨਾਂ ਸਟੇਟਾਂ ਵੱਲੋਂ ਨੈਸ਼ਨਲ ਲੈਵਲ 'ਤੇ ਸ਼ਾਮਲ ਹੁੰਦੀ ਆ? ਇਸ ਵੇਲੇ ਮਤਲਬ ਸਾਡੇ ਇਹ ਹੁੰਦਾ ਜੀ ਕਾਲਨ ਸਾਹਿਬ, ਹਰ ਸਪੋਰਟਸ ਦਾ ਇੱਕ ਅਸੂਲ ਹੈ। ਔਰ ਸਾਨੂੰ ਉਹ ਓਲੰਪਿਕ ਜਿਹੜੀ ਸਾਡੀ ਐਸੋਸੀਏਸ਼ਨ ਹੁੰਦੀ ਹੈ ਕਿਸੇ ਵੀ ਕੰਟਰੀ ਦੀ, ਜਾਂ ਵਰਲਡ ਦੀ ਓਲੰਪਿਕ ਕੌਂਸਲ ਕਹਿ ਦਿਓ, ਉਸ ਦਾ ਇੱਕ ਜਿਹੜਾ ਨਿਯਮ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਬੇਸ ਹੈ ਉਹ ਸਾਡਾ ਮਤਲਬ ਡਿਸਟ੍ਰਿਕਟ ਲੈਵਲ ਦਾ ਯੂਨਿਟ ਹੋਣਾ ਚਾਹੀਦਾ ਜੀ। ਤੇ ਉਹ ਸਾਡਾ ਜਿਹੜਾ ਪਹਿਲਾਂ ਹੁੰਦੀ ਹੈ ਸਾਡੀ ਡਿਸਟ੍ਰਿਕਟ ਗੱਤਕਾ ਐਸੋਸੀਏਸ਼ਨ, ਉਸ ਤੋਂ ਬਾਅਦ ਆਉਂਦੀ ਹੈ ਸਟੇਟ ਲੈਵਲ ਦੀ ਐਸੋਸੀਏਸ਼ਨ। ਮੰਨ ਲਓ ਪੰਜਾਬ ਦੀ ਐਸੋਸੀਏਸ਼ਨ ਹੋ ਗਈ, ਫਿਰ ਹਰਿਆਣੇ ਦੀ ਗੱਤਕਾ ਐਸੋਸੀਏਸ਼ਨ ਹੋ ਗਈ, ਇਸੇ ਤਰ੍ਹਾਂ ਤਾਮਿਲਨਾਡੂ ਦੀ ਹੋ ਗਈ, ਇਸੇ ਤਰ੍ਹਾਂ ਬਿਹਾਰ ਦੀ ਹੋ ਗਈ, ਮਤਲਬ ਇੱਦਾਂ ਨੇ। ਫਿਰ ਉਹਨਾਂ ਸਾਰੀਆਂ ਐਸੋਸੀਏਸ਼ਨਾਂ ਨੂੰ ਕੰਟਰੋਲ ਕਰਨ ਲਈ ਨੈਸ਼ਨਲ ਬਾਡੀ ਹੁੰਦੀ ਹੈ ਜੀ। ਉਹ ਨੈਸ਼ਨਲ ਬਾਡੀ ਇੰਡੀਆ ਦੀ ਹੈਗੀ ਆ ਜਿਹੜੀ ਸਾਰੇ ਸਟੇਟਾਂ ਨੂੰ ਕੰਟਰੋਲ ਕਰਦੀ ਆ। ਜਿਹੜੀ ਸਟੇਟ ਦੀ ਬਾਡੀ ਹੁੰਦੀ ਉਹ ਡਿਸਟ੍ਰਿਕਟਾਂ ਨੂੰ ਕੰਟਰੋਲ ਕਰਦੀ ਆ। ਉਸ ਤੋਂ ਬਾਅਦ ਜਿੰਨੀਆਂ ਨੈਸ਼ਨਲਸ ਨੇ, ਮੰਨ ਲਓ ਇੰਡੀਆ ਦੀ ਬਾਡੀ ਹੋ ਗਈ, ਨੇਪਾਲ ਦੀ ਹੋ ਗਈ, ਯੂਕੇ ਦੀ ਹੋ ਗਈ, ਕੈਨੇਡਾ ਦੀ ਹੋ ਗਈ, ਉਹਨਾਂ ਦੇ ਉੱਪਰ ਹੁੰਦੀ ਹੈ ਵਰਲਡ ਗੱਤਕਾ ਫੈਡਰੇਸ਼ਨ। ਤੇ ਇਸੇ ਤਰ੍ਹਾਂ ਜਿੰਨੇ ਏਸ਼ੀਆਈ ਮੁਲਕ ਨੇ ਉਹਨਾਂ ਦੀ ਹੋ ਗਈ ਏਸ਼ੀਅਨ ਗੱਤਕਾ ਫੈਡਰੇਸ਼ਨ। ਜਿਹੜੇ ਕਾਮਨਵੈਲਥ ਕੰਟਰੀਜ਼ ਨੇ ਉਹਨਾਂ ਦੀ ਹੋ ਗਈ ਕਾਮਨਵੈਲਥ ਗੱਤਕਾ ਫੈਡਰੇਸ਼ਨ। ਇਹ ਸਾਡਾ ਸਪੋਰਟ ਦਾ ਸਟਰਕਚਰ ਹੈ। ਉਹਦੇ ਲਈ ਸਾਡਾ ਅੱਜ ਜਿਹੜਾ ਇੰਡੀਆ ਦਾ ਮਾਡਲ ਹੈਗਾ, ਇੰਡੀਆ ਦਾ ਸਟਰਕਚਰ ਜਿਹੜਾ ਅਸੀਂ ਬਣਾਇਆ ਹੋਇਆ ਹੈਗਾ, ਇਸ ਵੇਲੇ ਸਾਡੇ 24 ਸਟੇਟ ਹੋ ਗਏ ਹੋਏ ਆ ਜਿਹੜੇ ਗੱਤਕਾ ਖੇਡਦੇ ਨੇ, ਜਿਨ੍ਹਾਂ ਦੇ ਵਿੱਚ ਸਾਡੀਆਂ ਸਟੇਟ ਲੈਵਲ ਦੀਆਂ ਆਰਗੇਨਾਈਜੇਸ਼ਨ ਬਣੀਆਂ ਹੋਈਆਂ ਨੇ ਜਿਹੜੀਆਂ ਸਾਡੇ ਤੋਂ ਮਾਨਤਾ ਪ੍ਰਾਪਤ ਨੇ। ਤੇ ਉਹ ਨੈਸ਼ਨਲ ਗੱਤਕਾ ਐਸੋਸੀਏਸ਼ਨ ਤੋਂ ਮਾਨਤਾ ਪ੍ਰਾਪਤ, ਤੁਸੀਂ ਅਸਾਮ ਤੱਕ ਸਾਡਾ ਉਹ ਹੋ ਗਿਆ, ਚਲਿਆ ਗਿਆ ਹੁਣ। ਤੇ ਕੁਛ ਦਿਨ ਹੋਏ ਨੇ ਨਾਗਾਲੈਂਡ ਦੀ ਐਸੋਸੀਏਸ਼ਨ ਬਣਾ ਕੇ ਹਟਿਆ। ਤੇ ਇਸੇ ਤਰ੍ਹਾਂ ਹੀ ਦੂਸਰੇ ਹੋਰ ਛੋਟੇ ਛੋਟੇ ਮੁਲਕ ਜਿਹੜੇ ਨਾਰਥ ਈਸਟਰਨ ਸਟੇਟਸ ਨੇ ਹੁਣ ਸਾਡੇ ਉਹ ਰਹਿ ਗਿਆ ਆਲਮੋਸਟ, ਮਨੀਪੁਰ, ਮਿਜ਼ੋਰਮ, ਮੇਘਾਲਿਆ, ਤ੍ਰਿਪੁਰਾ, ਉੱਧਰਲੀ ਸਾਈਡ 'ਤੇ ਨੂੰ ਜਾ ਰਹੇ ਹਾਂ ਅਸੀਂ ਹੁਣ। ਅਦਰਵਾਈਜ਼ ਬਾਕੀ ਇੰਡੀਆ ਜਿਹੜਾ ਸਾਡਾ ਸਟਰਕਚਰ ਆ ਉਹ ਪੂਰਾ ਹੋ ਗਿਆ ਹੋਇਆ। ਤੇ ਬਾਕੀ ਗਰੇਵਾਲ ਸਾਹਿਬ ਇਹ ਤਾਂ ਤੁਸੀਂ ਦੱਸੀ ਹੈਗੀ ਆ, ਮਤਲਬ ਨੈਸ਼ਨਲ ਲੈਵਲ 'ਤੇ ਬਈ ਸਟਰਕਚਰ ਦੱਸਿਆ ਹੈਗਾ ਵੀ ਜਿਹੜੀ ਓਲੰਪਿਕ ਗੇਮਸ ਹੈਗੀਆਂ ਜਾਂ ਜਿਹੜੀ ਓਲੰਪਿਕ ਐਸੋਸੀਏਸ਼ਨ ਹੈ ਉਹ ਡਿਸਟ੍ਰਿਕਟ ਤੋਂ ਸ਼ੁਰੂ ਹੁੰਦੀਆਂ ਹੈਗੀਆਂ। ਹੁਣ ਇਹ ਦੱਸੋ ਕਿ ਬਈ ਜਿਹੜੇ ਕੰਟਰੀਜ਼ ਨੇ ਜੀ, ਮਤਲਬ ਜਿਹੜੀ ਤੁਹਾਡੀ ਵਿਸ਼ਵ ਗੱਤਕਾ ਫੈਡਰੇਸ਼ਨ ਆ, ਇਹਦੇ ਨਾਲ ਕਿੰਨੇ ਕੁ ਕੰਟਰੀ ਫੈਡਰੇਟਡ ਨੇ, ਯਾਨੀ ਕਿੰਨੇ ਕੁ ਕੰਟਰੀ ਇਹਦੇ ਨਾਲ ਸੰਬੰਧਿਤ ਨੇ? ਜੀ 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 ਇਸ ਦੇ ਵਿੱਚ ਇਹ ਆ ਕਿ ਮੇਰਾ ਇਹ ਜਿਹੜਾ ਦੌਰਾ ਇਹ ਵੀ ਇਸੇ ਨਾਲ ਹੀ ਰਿਲੇਟਡ ਹੈ ਜੀ। ਆਲਮੋਸਟ 3 ਮਹੀਨੇ ਦਾ ਮੇਰਾ ਇਹ ਇੱਕ ਟੂਰ ਸੀਗਾ।
ਵੱਖ-ਵੱਖ ਮੁਲਕਾਂ 'ਚ ਜਾਣ ਦਾ। ਮੈਂ ਦੁਬਈ ਵੀ ਗਿਆ, ਉੱਥੋਂ ਦੀ ਵੀ ਐਸੋਸੀਏਸ਼ਨ, ਇਸ ਤਰ੍ਹਾਂ ਯੂਕੇ ਦੇ ਵਿੱਚ ਸਾਡਾ ਬਹੁਤ ਵਧੀਆ ਮਾਡਲ ਹੈ। ਜੇ ਹੁਣ ਇਹ ਕਹਿ ਦੋ ਕਿ ਪਹਿਲਾਂ ਅਸੀਂ ਇੰਡੀਆ ਵਾਲਾ ਮਾਡਲ ਲੈ ਕੇ ਚੱਲੇ ਸੀ, ਹੁਣ ਅਸੀਂ ਯੂਕੇ ਵਾਲਾ ਮਾਡਲ ਲੈ ਕੇ ਚੱਲੇ ਆ। ਯੂਕੇ ਦੇ ਵਿੱਚ ਜਿਹੜੇ ਉੱਥੋਂ ਦੇ ਕੰਟਰੀ ਹੈੱਡ ਨੇ ਉਹ ਹੈਗੇ ਨੇ ਸਰਦਾਰ ਤਨਮਨਜੀਤ ਸਿੰਘ ਢੇਸੀ ਜੀ, ਜਿਹੜੇ ਪਾਰਲੀਮੈਂਟ ਦੇ ਮੈਂਬਰ ਪਾਰਲੀਮੈਂਟ ਨੇ। ਪਹਿਲੇ ਉਹ ਸਾਡੇ ਦਸਤਾਰਧਾਰੀ ਯੂਰਪ ਦੇ ਮੁਲਕਾਂ ਦੇ ਪਹਿਲੇ ਉਹ ਸਿੱਖ ਦਸਤਾਰਧਾਰੀ ਪਾਰਲੀਮੈਂਟ ਮੈਂਬਰ ਨੇ। ਉਹ ਸਾਡੇ ਪਿਛਲੇ 2012-13 ਤੋਂ ਪ੍ਰਧਾਨ ਚੱਲੇ ਆ ਰਹੇ ਆ। ਤੇ ਹੁਣ ਤੱਕ ਉਹਨਾਂ ਨੇ ਕਾਲੂ ਸਾਹਿਬ ਹੁਣ 9ਵਾਂ ਜਿਹੜਾ ਯੂਕੇ ਦਾ ਨੈਸ਼ਨਲ ਟੂਰਨਾਮੈਂਟ ਉੱਥੇ ਹੋਣ ਜਾ ਰਿਹਾ 2 ਸਤੰਬਰ ਨੂੰ, ਅਸੀਂ ਉਹ ਅਟੈਂਡ ਕਰਨਾ। ਤੇ ਮਤਲਬ ਉਹ ਹਰ ਸਾਲ ਇੱਕ ਨੈਸ਼ਨਲ ਈਵੈਂਟ ਉੱਥੇ ਕਰਾਉਂਦੇ ਆ। ਗਰੇਵਾਲ ਸਾਹਿਬ, ਤੁਸੀਂ ਬੜੀ ਡਿਟੇਲ ਨਾਲ ਦੱਸ ਰਹੇ ਹੋ। ਹੁਣ ਸਾਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਣੀ ਪੈਣੀ ਆ। ਪਿਆਰੇ ਦਰਸ਼ਕੋ, ਤੁਸੀਂ ਸਰਦਾਰ ਹਰਜੀਤ ਸਿੰਘ ਗਰੇਵਾਲ ਹੋਰਾਂ ਦੀਆਂ ਗੱਲਾਂ ਬੜੇ ਮਤਲਬ ਕੰਮ ਦੀਆਂ ਨੇ, ਅਸੀਂ ਇਹ ਜਾਰੀ ਰੱਖਾਂਗੇ। ਪਰ ਹੁਣ ਇੱਕ ਲੈਂਦੇ ਆ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਅਸੀਂ ਇਸੇ ਤਰ੍ਹਾਂ ਇਹਨਾਂ ਨਾਲ ਗੱਲਾਂ ਬਾਤਾਂ ਜਾਰੀ ਰੱਖਾਂਗੇ। ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਹੁਣੇ ਗਏ ਤੇ ਹੁਣੇ ਆਏ। ਕੀ ਤੁਸੀਂ ਕਿਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂ ਨਿਊ ਕਮਰ ਹੋਣ ਕਰਕੇ ਕੈਨੇਡਾ ਵਿੱਚ ਸੈਟਲ ਹੋਣ 'ਚ ਦਿੱਕਤ ਆ ਰਹੀ ਹੈ? ਜ਼ਿੰਦਗੀ ਦੀ ਇਸ ਕਠਿਨਾਈ ਭਰੇ ਦੌਰ 'ਚੋਂ ਲੰਘਣਾ ਸੱਚਮੁੱਚ ਬੜਾ ਮੁਸ਼ਕਿਲ ਹੈ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਐਸੀ ਸਮਾਜ ਸੇਵੀ ਸੰਸਥਾ ਹੈ ਜੋ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਸਿਹਤ ਸਮੱਸਿਆ, ਸੈਟਲਮੈਂਟ ਭਾਸ਼ਾ ਸਿੱਖਣੀ ਹੋਵੇ ਜਾਂ ਨਸ਼ਾ ਛੁਡਾਉਣਾ ਹੋਵੇ, ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਦੀ ਹੈ। ਜੇਕਰ ਤੁਸੀਂ ਵੀ ਇਹਨਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਾਡੇ ਫੋਨ ਨੰਬਰ 9056770889 ਤੇ ਕਾਲ ਕਰੋ। ਜੀ ਹਾਂ, 9056770889 ਤੇ ਕਾਲ ਕਰੋ। ਵਧੇਰੇ ਜਾਣਕਾਰੀ ਲਈ www.pchs4u.com ਤੇ ਜਾਓ। ਈਮੇਲ ਵੀ ਕਰ ਸਕਦੇ ਹੋ info@pchs4u.com। Punjabi Community Health Services, serving diverse communities. ਪਿਆਰੇ ਦਰਸ਼ਕੋ, ਬ੍ਰੇਕ ਤੋਂ ਬਾਅਦ ਅਸੀਂ ਹਾਜ਼ਰ ਹੋ ਗਏ ਹਾਂ ਤੇ ਸਾਡੀ ਗੱਲਬਾਤ ਚੱਲ ਰਹੀ ਆ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਗਰੇਵਾਲ। ਤੇ ਗਰੇਵਾਲ ਸਾਹਿਬ, ਤੁਸੀਂ ਦੱਸ ਰਹੇ ਸੀਗੇ ਕਿ ਯੂਕੇ ਦੇ ਵਿੱਚ ਤੁਹਾਡਾ ਯੂਨਿਟ ਬਣ ਗਿਆ, ਜਿਹਦੇ 'ਚ ਢੇਸੀ ਸਾਹਿਬ ਉੱਥੇ ਅਗਵਾਈ ਕਰ ਰਹੇ ਹੈਗੇ ਆ। ਹੋਰ ਕੰਟਰੀਜ਼ ਦੇ ਵਿੱਚ ਕਿੱਥੇ ਕਿੱਥੇ ਤੁਸੀਂ ਫੈਲੇ ਹੋ? ਹਾਂਜੀ, ਆਸਟ੍ਰੇਲੀਆ, ਨਿਊਜ਼ੀਲੈਂਡ, ਨੇਪਾਲ, ਇੰਡੀਆ ਤਾਂ ਹੈ ਹੀ ਹੈ, ਉਹ ਯੂਕੇ ਹੈਗਾ, ਯੂਰਪ ਦੇ ਕਈ ਕੰਟਰੀਆਂ 'ਚ ਹੈਗਾ, ਤੁਹਾਡੇ ਇੱਥੇ ਕੈਨੇਡਾ 'ਚ ਵੀ ਐਂਡ USA 'ਚ ਵੀ। ਤੇ USA 'ਚ ਤਾਂ ਅਸੀਂ ਸਟੇਟਸ ਦੇ ਵਿੱਚ ਵੀ ਆਪਣੇ ਯੂਨਿਟ ਬਣਾਤੇ ਹੋਏ ਵੱਖ-ਵੱਖ ਸਟੇਟਾਂ ਦੇ। ਤੇ ਸਾਡੇ ਜਿਹੜੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸੈਕਟਰੀ ਨੇ ਡਾਕਟਰ ਦੀਪ ਸਿੰਘ, ਉਹ ਨਿਊਯਾਰਕ ਰਹਿੰਦੇ ਆ। ਤੇ ਤੁਸੀਂ ਮੰਨੋਗੇ ਨਹੀਂ ਕਿ ਜੀ USA ਦੇ ਵਿੱਚ ਉਹਨਾਂ ਨੇ ਐਡਾ ਵੱਡਾ ਗੱਤਕੇ ਦਾ ਜਾਗ ਲਾਤਾ। ਘੱਟੋ ਘੱਟ 2500 ਬੱਚਾ ਉਹ ਹੁਣ ਤੱਕ ਟ੍ਰੇਨਡ ਕਰ ਚੁੱਕੇ ਆ, ਗੱਤਕੇ ਦੀਆਂ ਇੰਨੀਆਂ ਟੀਮਾਂ ਬਣਾ ਚੁੱਕੇ ਆ USA ਦੇ ਵਿੱਚ ਜੀ। ਤੇ ਇਸੇ ਤਰ੍ਹਾਂ ਸਾਡੇ ਕੈਲਗਰੀ ਜਨਮਜੀਤ ਸਿੰਘ ਬੈਠੇ ਆ, ਉਹ ਕਰ ਰਹੇ ਆ, ਹੋਰ ਅਲੱਗ-ਅਲੱਗ ਥਾਵਾਂ 'ਤੇ ਬੈਠੇ ਆ ਸਾਡੇ। ਮਤਲਬ ਹੁਣ ਅਸੀਂ ਇਸ ਦਾ ਹੋਰ ਪਸਾਰਾ ਕਰਨ ਜਾ ਰਹੇ ਹਾਂ ਵੱਖ-ਵੱਖ ਮੁਲਕਾਂ ਦੇ ਵਿੱਚ। ਮੈਂ ਹੋਰ ਵੀ ਵਿਜ਼ਿਟ ਕਰਨੇ ਆ ਮੁਲਕ ਜਿਹੜੇ ਹੈਗੇ ਆ, ਰਹਿੰਦੇ ਆ। ਤੇ ਸਾਡਾ ਸਾਰਿਆਂ ਦਾ ਇਹ ਕਲੈਕਟਿਵ ਇੱਕ ਇਹ ਆ ਕਿ ਅਸੀਂ ਪੂਰੇ ਜਿਹੜਾ ਹੈਗਾ ਵਿਸ਼ਵ ਦੇ ਵਿੱਚ ਵੱਖ-ਵੱਖ ਮੁਲਕਾਂ 'ਚ ਇੱਦਾਂ ਦੀਆਂ ਫੈਡਰੇਸ਼ਨਸ ਬਣਾ ਕੇ ਟੂਰਨਾਮੈਂਟ ਸ਼ੁਰੂ ਕਰਵਾਈਏ, ਸੋ ਦੈਟ ਜਦੋਂ ਓਲੰਪਿਕ 'ਚ ਜਾਣਾ ਹੈ ਉਹਨਾਂ ਦਾ ਕੁੰਡਾ ਖੜਕਾਉਣਾ ਹੈ, ਜਾਂ ਏਸ਼ੀਆ, ਪਹਿਲਾਂ ਤਾਂ ਏਸ਼ੀਆ ਦਾ ਕੁੰਡਾ ਖੜਕਾਵਾਂਗੇ ਕਿ ਜੀ ਸਾਨੂੰ ਏਸ਼ੀਅਨ ਗੇਮ 'ਚ ਸ਼ਾਮਿਲ ਕਰ ਲਓ, ਫਿਰ ਕਾਮਨਵੈਲਥ ਗੇਮਸ 'ਚ ਜਾਵਾਂਗੇ, ਫਿਰ ਓਲੰਪਿਕ ਖੇਡਾਂ ਦਾ ਕੁੰਡਾ ਖੜਕਾਵਾਂਗੇ ਕਿ ਜੀ ਅਸੀਂ ਆ ਗਏ ਆ, ਸਾਡੇ ਗੱਤਕੇ ਨੂੰ ਸ਼ਾਮਿਲ ਕਰੋ, 600 ਸਾਲ ਪੁਰਾਣੀ ਖੇਡ ਆ। ਤੇ ਹੁਣ ਤਾਂ ਮੰਨ ਲਓ ਕਿ ਇਹ ਸਾਡਾ ਗੱਤਕਾ ਹੈਗਾ। ਤੇ ਉਹਦੇ ਲਈ ਉਹ ਸਾਨੂੰ ਉਹਨਾਂ ਨੇ ਪੁੱਛਣਾ ਕਿ ਤੁਹਾਡਾ ਕਿੰਨਾ ਸਟਰਕਚਰ ਹੈ, ਕਿੰਨਾ ਢਾਂਚਾ, ਕਿਉਂਕਿ ਸਾਨੂੰ ਇਹੀ ਇੰਡੀਆ 'ਚ ਪੁੱਛਿਆ ਗਿਆ ਸੀ ਜਦੋਂ ਅਸੀਂ ਨੈਸ਼ਨਲ ਗੇਮ 'ਚ ਆਏ ਹਾਂ ਕਿ ਤੁਹਾਡੇ ਕਿੰਨੇ ਸਟੇਟ ਨੇ, ਕਿੰਨੀਆਂ ਬਾਡੀਜ਼ ਨੇ, ਕਿੰਨੇ ਟੂਰਨਾਮੈਂਟ ਕਰਾ ਰਹੇ ਹੋ। ਹੁਣ ਜਿਵੇਂ ਇੰਡੀਆ 'ਚ ਸਾਡਾ ਇਸ ਵਾਰੀ ਮੈਂ ਅਕਤੂਬਰ 'ਚ ਜਾ ਰਿਹਾ ਤੇ ਸਾਡਾ 11ਵਾਂ ਨੈਸ਼ਨਲ ਕੰਪੀਟੀਸ਼ਨ ਹੋ ਰਿਹਾ ਜੀ। ਤੇ ਇਸੇ ਤਰ੍ਹਾਂ ਹੀ ਮਤਲਬ ਉਹ ਅਸੀਂ ਉਹੋ ਜਿਹਾ ਪੈਟਰਨ ਲੈ ਕੇ ਪੂਰੇ ਵਰਲਡ 'ਚ ਵੱਖ-ਵੱਖ ਕੰਟਰੀਆਂ 'ਚ ਕਰਾਂਗੇ, ਤਾਂ ਜਾ ਕੇ ਸਾਨੂੰ ਕਿਤੇ ਏਸ਼ੀਆ 'ਚ ਦਾਖਲਾ ਮਿਲੂ ਕਿ ਤੁਹਾਡਾ ਪਸਾਰ ਕਿੰਨਾ। ਪਰ ਕਾਲੂ ਸਾਹਿਬ, ਇੱਕ ਬਸ ਮੈਂ ਜਾਂਦਾ ਤੁਹਾਡੇ 'ਚ ਇਹ ਗੱਲ ਰੱਖਦਾ ਕਿ ਤੁਹਾਡੇ ਵਰਗੇ ਸੱਜਣ ਨੇ ਪੁੱਛਿਆ ਕਿ ਇੱਦਾਂ ਕਿੰਨੀਆਂ ਟੀਮਾਂ ਤਿਆਰ ਹੋ ਜਾਣਗੀਆਂ, ਕਿਵੇਂ? ਤਾਂ ਮੇਰਾ ਇੱਕ ਛੋਟਾ ਜਿਹਾ ਫਾਰਮੂਲਾ ਹੈਗਾ ਕਿ ਤੁਸੀਂ ਦੱਸੋ ਵੀ ਕਿਹੜੇ ਕੰਟਰੀ 'ਚ ਗੁਰਦੁਆਰਾ ਨਹੀਂ ਹੈਗਾ ਜੀ। ਗੁਰਦੁਆਰੇ ਨਹੀਂ ਹੈਗੇ ਜੀ। ਮਤਲਬ ਹੁਣ ਤਾਂ ਬਿਲਕੁਲ ਗੁਰਦੁਆਰੇ ਗਈ ਹੈ, ਗੁਰਦੁਆਰੇ, ਠੀਕ ਹੈ। ਔਰ ਜਿੱਥੇ ਗੁਰਦੁਆਰਾ ਹੈ ਉੱਥੇ ਗੱਤਕਾ,
ਮੈਂ ਕਹਿੰਦਾ ਤੁਹਾਡੇ ਵਾਲੀ ਉਹ ਗੱਲ ਤੁਸੀਂ ਉਸ 'ਚ ਵੀ ਕੀਤੀ ਸੀ ਵਿਸ਼ਵ ਪੰਜਾਬੀ ਕਾਨਫਰੰਸ 'ਚ ਵੀ ਜਿੱਥੇ ਗੁਰਬਾਣੀ ਆ ਉੱਥੇ ਗੱਤਕਾ। ਠੀਕ ਹੈ ਨਾ ਜੀ। ਤੇ ਇਸ ਕਰਕੇ ਅਸੀਂ ਉਹ ਮਣਕੇ ਪਏ ਆ ਵਰਲਡ ਓਵਰ, ਵੱਖ-ਵੱਖ ਮੁਲਕਾਂ 'ਚ ਪਏ ਆ ਮਣਕੇ ਸਾਰੇ ਕਿਤੇ। ਉਹ ਮਣਕਿਆਂ ਦੀ ਇੱਕ ਮਾਲਾ ਪਰੋਣੀ ਆ। ਬਹੁਤ ਅੱਛੀ ਤੁਹਾਡੀ ਇਹ ਅਪਰੋਚ ਹੈਗੀ ਆ, ਔਰ ਇਸੇ ਤਰ੍ਹਾਂ ਕੋਈ ਜਿਹੜੀ ਖੇਡ ਹੈਗੀ ਆ ਨਾ ਉਹਨੂੰ ਮੌਕਾ ਮਿਲ ਸਕਦਾ ਆ। ਮੈਂ ਹੁਣ ਜਾਣਨਾ ਚਾਹਾਂਗਾ ਕਿ ਤੁਸੀਂ ਵਿਸ਼ੇਸ਼ ਤੌਰ ਤੇ ਜਿਹੜੀ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਹੋ ਕੇ ਹਟੀ ਆ, ਉਹਦੇ ਵਿੱਚ ਤੁਸੀਂ ਪੇਪਰ ਪੜ੍ਹਿਆ ਸੀਗਾ ਜਿਹਦਾ ਅਨੁਮਾਨ ਸੀਗਾ ਗੱਤਕਾ, ਗੁਰਮੁਖੀ ਅਤੇ ਗੁਰਬਾਣੀ। ਹੁਣ ਤਾਂ ਤੁਸੀਂ ਗੁਰਦੁਆਰਾ ਵੀ ਨਾਲ ਜੋੜਤਾ ਹੈਗਾ। ਸੋ ਕਰੇਵਾਲ ਤੋਂ ਜੇ ਸ਼ੁਰੂ ਕਰੀਏ ਤੇ ਇਹ ਗੱਗੇ ਦਾ ਅਨੁਪ੍ਰਾਸ ਹੈਗਾ, ਗੱਤਕਾ, ਗੁਰਮੁਖੀ, ਗੁਰਬਾਣੀ ਤੇ ਗੁਰਦੁਆਰਾ। ਗਰੇਵਾਲ ਤੋਂ ਸ਼ੁਰੂ ਕਰਦੇ ਹਾਂ ਆਪਾਂ। ਸੋ ਗਰੇਵਾਲ ਜੀ, ਇਹ ਤੁਸੀਂ ਦੱਸੋ ਕਿ ਇਹਨਾਂ ਦਾ ਕੀ ਆਪਸ ਦੇ ਵਿੱਚ ਰਿਸ਼ਤਾ ਹੈਗਾ, ਗੱਤਕੇ ਦਾ, ਗੁਰਮੁਖੀ ਦਾ, ਗੁਰਬਾਣੀ ਦਾ ਤੇ ਗੁਰਦੁਆਰੇ ਦਾ? ਦੇਖੋ, ਗੁਰਮੁਖੀ ਜਿਹੜੀ ਹੈਗੀ ਉਹ ਤਾਂ ਬਹੁਤ ਪੁਰਾਣਾ ਇਤਿਹਾਸ ਹੈ, ਤੁਸੀਂ ਸਾਰੇ ਜਾਣਦੇ ਹੋ। ਮੈਂ ਉਸ 'ਤੇ ਟਾਈਮ ਜ਼ਿਆਦਾ ਨਾ ਵੇਸਟ ਕਰਾਂ ਜੀ। ਸਾਡੇ ਗੁਰੂ ਸਾਹਿਬਾਨ ਨੇ ਸੰਸਕ੍ਰਿਤ ਜਾਂ ਉਸ ਸਮੇਂ ਦੀਆਂ ਭਾਸ਼ਾਵਾਂ ਨਹੀਂ ਅਪਣਾਈਆਂ। ਠੀਕ ਹੈ। ਗੁਰਮੁਖੀ ਦੇ ਵਿੱਚ ਹੀ ਸਾਰਾ ਗੁਰ ਇਤਿਹਾਸ ਸਾਡਾ ਗੁਰਬਾਣੀ ਜਿਹੜੀ ਆ ਉਹ ਰਚੀ ਗਈ ਆ। ਅਤੇ ਉਸ ਦੇ ਵਿੱਚ ਅੱਗੇ ਗੁਰੂ ਸਾਹਿਬ ਨੇ ਦੂਜੀਆਂ ਸਾਨੂੰ ਹੋਰ ਸਸ਼ਕਤ ਕਰਨ ਲਈ ਹੋਰ ਭਾਸ਼ਾਵਾਂ ਦੇ ਲਫ਼ਜ਼ ਐਡ ਕੀਤੇ ਨੇ ਵਿੱਚ, ਸੋ ਦੈਟ ਅਸੀਂ ਇਹ ਨਾ ਰਹੀਏ ਕਿ ਅਸੀਂ ਇਕੱਲੇ ਗੁਰਮੁਖੀ ਵਾਲੇ ਹਾਂ। ਬ੍ਰਜ ਭਾਸ਼ਾ ਵੀ, ਸੰਸਕ੍ਰਿਤ ਦੇ ਲਫ਼ਜ਼ ਵੀ, ਹੋਰਾਂ ਭਾਸ਼ਾ ਨੇ ਵੀ ਇੱਕ ਬਹੁਤ ਸੋਹਣਾ ਗੁਰੂ ਸਾਹਿਬ ਨੇ ਸਾਨੂੰ ਇੱਕ ਸੁਮੇਲ ਦਿੱਤਾ। ਅਗਰ ਗੁਰਮੁਖੀ ਹੈ ਤਾਂ ਸਾਡੀ ਗੁਰਬਾਣੀ ਆ। ਠੀਕ ਹੈ। ਸਾਡੀ ਗੁਰਸਿੱਖੀ ਆ। ਠੀਕ ਹੈ। ਅਤੇ ਜੇ ਗੁਰਸਿੱਖੀ ਜਿਉਂਦੀ ਹੈ, ਸਾਡੀ ਗੁਰਬਾਣੀ ਜਿਉਂਦੀ ਹੈ, ਤਾਂ ਹੀ ਗੱਤਕਾ। ਇਹ ਜਿਵੇਂ ਆਪਾਂ ਗੱਲ ਕਰ ਰਹੇ ਸੀ ਇੰਟਰਡਿਪੈਂਡੈਂਟ, ਇੰਟਰ ਰਿਲੇਟਡ, ਇਹ ਆਪਸ 'ਚ ਜਿਵੇਂ ਕਹਿੰਦੇ ਆ ਵੀ ਇਹਨਾਂ ਦਾ ਸਾਹ ਆਉਣਾ ਇੱਕ ਦੂਜੇ ਦਾ ਔਖਾ ਹੈ ਇੱਕ ਦੂਜੇ ਨੂੰ। ਜੇ ਇਕੱਠੇ ਚੱਲਦੇ ਆ ਫਿਰ ਸਭ ਤਰੱਕੀ ਆ। ਅਤੇ ਇਸ ਕਰਕੇ ਮੈਂ ਔਰ ਸੈਕੰਡਲੀ ਸਾਡੇ ਗੁਰਦੁਆਰਾ ਸਾਹਿਬ ਜੀ, ਉਹ ਸਾਡਾ ਸਾਰਿਆਂ ਦਾ ਇੱਕ ਇਹੋ ਜਿਹਾ ਮਤਲਬ ਮੌਕਾ, ਸਾਰਿਆਂ ਦਾ ਇੱਕ ਇਕੱਠ ਹੈ ਇਹੋ ਜਿਹਾ ਜਿੱਥੇ ਹੋਣ ਵਾਲਾ, ਸਾਰਿਆਂ ਦਾ ਇੱਕ ਦਰ ਹੈ ਉਸ ਦਰ 'ਤੇ ਜਾ ਕੇ ਜਿੱਥੇ ਇਹ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਸਾਰੀਆਂ। ਇੱਕ ਕੇਂਦਰ ਬਿੰਦੂ ਹੈ। ਕੇਂਦਰ ਬਿੰਦੂ ਹੈ ਸਾਡਾ ਦਰ ਹੈ, ਉਹ ਹੈ ਗੁਰੂ ਦਾ ਦਰ ਜਿਹਨੂੰ ਆਪਾਂ ਕਹਿੰਦੇ ਹਾਂ ਜੀ। ਅਤੇ ਉਸ ਦਰ 'ਤੇ ਆ ਕੇ ਸਾਰੀਆਂ ਦਾ ਸੁਮੇਲ ਬਣ ਜਾਂਦਾ। ਅਤੇ ਮੈਂ ਇਹ ਤੁਹਾਡੇ ਰਾਹੀਂ ਇਹ ਗੱਲ ਕਹਿਣਾ ਕਿ ਇਸ ਚੀਜ਼ ਨੂੰ ਸੰਭਾਲਣ ਲਈ, ਇਸ ਚੀਜ਼ ਨੂੰ ਅੱਗੇ ਪ੍ਰਮੋਟ ਕਰਨ ਲਈ, ਸੋ ਦੈਟ ਆਉਂਦੀਆਂ ਨਸਲਾਂ ਇਸੇ ਚੀਜ਼ਾਂ ਨਾਲ ਜੁੜੀਆਂ ਰਹਿਣ। ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇੱਕ ਚਿੰਤਾ ਵਾਲੀ ਗੱਲ ਹੈ ਕਿ ਨਵੇਂ ਬੱਚੇ ਮਤਲਬ ਕਥਾ ਕੀਰਤਨ ਨਹੀਂ ਸੁਣਨ ਜਾਂਦੇ, ਸਿਰਫ ਮੱਥਾ ਟੇਕਦੇ ਆ ਅਤੇ ਲੰਗਰ ਛਕ ਕੇ ਵਾਪਸ ਆ ਜਾਂਦੇ ਆ। ਉਹਨਾਂ ਨੂੰ ਰਿਟੇਨ ਕਰਨ ਲਈ ਜੇ ਆਪਾਂ ਕਹੀਏ, ਸਮੁੱਚੇ ਵਿਸ਼ਵ ਦੇ ਜਿੰਨੇ ਗੁਰਦੁਆਰਾ ਸਾਹਿਬ ਨੇ, ਗੁਰਦੁਆਰਾ ਕਮੇਟੀਆਂ ਜਾਂ ਸਾਡੇ ਹੋਰ ਵੀ ਚਿੰਤਕ, ਸਾਡੇ ਪੰਜਾਬੀ ਪ੍ਰੇਮੀ ਔਰ ਸਾਡੇ ਜਿੰਨੇ ਵੀ ਰਿਸਰਚ ਸਕਾਲਰ ਨੇ ਜਾਂ ਆਪਣੇ ਆਪ ਨੂੰ ਆਪਣੀ ਕੌਮ ਦੇ ਰਹਿਨੁਮਾ ਨੇ, ਮੇਰੀ ਉਹਨਾਂ ਨੂੰ ਇੱਕ ਅਪੀਲ ਹੈ ਕਿ ਆਪਾਂ ਇਕੱਠੇ ਹੋ ਕੇ ਹਰ ਗੁਰਦੁਆਰੇ ਦੇ ਵਿੱਚ ਗੁਰਮੁਖੀ ਦੀ ਕਲਾਸ ਸ਼ੁਰੂ ਕਰੀਏ। ਬੱਚਿਆਂ ਨੂੰ ਗੁਰਬਾਣੀ ਬਾਰੇ ਦੱਸੀਏ। ਘੱਟੋ ਘੱਟ ਗੱਤਕੇ ਦੀ ਇੱਕ ਕਲਾਸ ਇੱਕ ਹਫ਼ਤੇ ਦੇ ਵਿੱਚ 1 ਘੰਟੇ ਲਈ ਸ਼ਾਮ ਦੇ ਟਾਈਮ ਸ਼ੁਰੂ ਕਰਾ ਦਈਏ ਜੀ। ਅਤੇ ਜੇ ਅਸੀਂ ਇਹ ਸੁਮੇਲ ਇਕੱਠਾ ਕਰਕੇ ਸ਼ੁਰੂ ਕਰ ਦਈਏ ਤਾਂ ਸਾਡੇ ਗੁਰਦੁਆਰੇ ਵੀ ਕਾਇਮ ਨੇ, ਸਾਡਾ ਗੱਤਕਾ ਵੀ ਕਾਇਮ ਹੈ, ਸਾਡੀ ਗੁਰਬਾਣੀ ਵੀ ਕਾਇਮ ਹੈ, ਸਾਡੀ ਗੁਰਮੁਖੀ ਸਦੀ ਵੀ ਜਿਉਂਦੀ ਰਹੂਗੀ। ਇਹ ਤੁਹਾਡੀ ਅਪਰੋਚ ਜਿਹੜੀ ਆ ਗਰੇਵਾਲ ਸਾਹਿਬ, ਇਹਨੂੰ ਸਾਡੀ ਇੱਛਾ ਆ, ਸਾਡੇ ਚੈਨਲ ਦੀ ਵੀ ਇੱਛਾ ਆ, ਸਾਡੇ ਦਰਸ਼ਕਾਂ ਦੀ ਵੀ ਇੱਛਾ ਆ ਕਿ ਤੁਹਾਡੀ ਜਿਹੜੀ ਇਹ ਕੋਸ਼ਿਸ਼ ਆ ਇਹਨੂੰ ਫਲ ਪਵੇ। ਔਰ ਮੈਨੂੰ ਉਮੀਦ ਆ ਕਿ ਜਿਸ ਤਰੀਕੇ ਨਾਲ ਤੁਸੀਂ ਯਤਨ ਕਰ ਰਹੇ ਹੋ ਇਹਨੂੰ ਫਲ ਜ਼ਰੂਰ ਪਏਗਾ। ਔਰ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਤੁਹਾਡੇ ਕੋਲ ਜਾਣਨੀ ਚਾਹੁੰਦਾ ਆ ਕਿ ਕੋਈ ਵੀ ਖੇਡ ਜਿਹੜੀ ਹੈਗੀ ਆ ਉਹ ਬੰਦੇ ਦਾ ਦ੍ਰਿਸ਼ਟੀਕੋਣ ਵਿਸ਼ਾਲ ਕਰਦੀ ਆ ਜੀ। ਕੀ ਗੱਤਕਾ ਵੀ ਵਿਸ਼ਾਲਤਾ ਵੱਲ ਲਿਜਾਂਦਾ ਹੈ ਮਨੁੱਖ ਨੂੰ? ਕਾਲੂ ਸਾਹਿਬ, ਤੁਸੀਂ ਵੱਡੀ ਗੱਲ ਕੀਤੀ ਆ। ਇਹ ਇੱਕ ਬਹੁਤ ਵੱਡਾ ਰਿਸਰਚ ਦਾ ਵਿਸ਼ਾ ਵੀ ਹੈ ਸਾਡੇ ਗੱਤਕੇ ਵਾਲਿਆਂ ਲਈ ਵੀ, ਅਤੇ ਆਮ ਜਿਹੜੇ ਰਾਈਟਰਸ ਨੇ ਜਾਂ ਜਿਹੜੇ ਲੇਖਕ ਨੇ ਜਾਂ ਜਿਹੜੇ ਜਰਨਲਿਸਟ ਨੇ। ਅੱਜ ਤੱਕ ਗੱਤਕੇ ਨੂੰ ਸਿਰਫ ਖੇਡ ਜਾਂ ਇੱਕ ਇਸ ਲਈ ਮੰਨਿਆ ਗਿਆ ਕਿ ਸਾਡਾ ਜਿਹੜਾ ਗੱਤਕਾ ਹੈਗਾ
ਉਹ ਇੱਕ ਬਤੌਰ ਖੇਡ ਜਾਂ ਸਿੱਖ ਸ਼ਸਤਰ ਵਿੱਦਿਆ ਵੱਲੋਂ ਉਹ ਹੁੰਦਾ ਰਿਹਾ, ਪ੍ਰਮੋਟ ਹੋਇਆ ਜਾਂ ਵਰਤਿਆ ਗਿਆ ਅੱਜ ਤੱਕ ਜਿਹੜਾ ਵੀ ਹੈਗਾ। ਪਰ ਲੇਕਿਨ ਇਹ ਰਿਹਾ ਜਿਹੜੀ ਗੱਤਕੇ ਦੀ ਕਲਾ ਨੂੰ ਅਸੀਂ ਇੱਕ ਸੈਲਫ ਡਿਫੈਂਸ ਵਜੋਂ ਸੀਗਾ, ਗੁਰੂ ਸਾਹਿਬ ਨੇ ਸਾਨੂੰ ਸੈਲਫ ਡਿਫੈਂਸ ਨਹੀਂ, ਜਿਵੇਂ ਮੈਂ ਸ਼ੁਰੂ 'ਚੋਂ ਕੀਤਾ ਸੀਗਾ ਕਿ ਸਾਨੂੰ ਇਹ ਇੱਕ ਸਮੁੱਚੀ ਕੌਮ ਦਾ ਜਾਂ ਸਮੁੱਚੇ ਸਮਾਜ ਦਾ, ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ, ਬੰਦੇ ਨੂੰ ਆਪਣਾ ਜੀਵਨ ਨਿਰਵਾਹ ਕਰਨਾ ਜਾਂ ਆਪਣੀ ਜਿਹੜੀ ਧਾਰਮਿਕ ਆਜ਼ਾਦੀ ਹੈ ਉਹ ਨਾ ਮੰਨਣ ਲਈ, ਜਾਂ ਜਿਹੜੀ ਉਸ ਨੂੰ ਸਵੈ ਰੱਖਿਆ ਆਪਣੇ ਆਪ 'ਚ ਇੱਕ ਗੁਣ ਪੈਦਾ ਕਰਨ ਲਈ, ਕੌਮ ਸਸ਼ਕਤ ਬਣਾਉਣ ਲਈ ਕਿ ਤੁਸੀਂ ਜ਼ੁਲਮ ਦਾ ਟਾਕਰਾ ਕਰੋ, ਆਪਦੇ ਆਪ 'ਤੇ ਹੁੰਦੇ ਅਤਿਆਚਾਰ ਨਾ ਸਹੋ, ਤੁਹਾਡੇ ਆਪ ਦੇ ਮਨੁੱਖੀ ਅਧਿਕਾਰਾਂ, ਤੁਹਾਡੇ ਫੰਡਾਮੈਂਟਲ ਰਾਈਟਸ ਦੀ ਰਾਖੀ ਹੋ ਸਕੇ। ਅਤੇ ਇਹ ਗੁਰੂ ਸਾਹਿਬ ਨੇ ਇਸ ਲਈ ਸਾਨੂੰ ਸਿੱਖ ਸ਼ਸਤਰ ਵਿੱਦਿਆ ਦਿੱਤੀ ਆ। ਅਸੀਂ ਇਹਨੂੰ ਬਹੁਤ ਛੋਟੀ ਕਰਕੇ ਸੋਚ ਰਹੇ ਹਾਂ ਅੱਜ, ਜਾਂ ਜਿਹੜੇ ਵੀ ਇਹ ਸੋਚਦੇ ਨਿਹੰਗ ਸਿੰਘ ਜਾਂ ਇਹ ਚੀਜ਼। ਕਾਲੂ ਸਾਹਿਬ, ਜਦੋਂ ਮੈਂ ਇਹ ਖੇਡ ਨਾਲ ਜੁੜਿਆ ਨਾ ਜੀ, ਤਾਂ ਮੈਨੂੰ ਲੋਕ ਨਾ ਪੈਰਾਂ ਤੋਂ ਸਿਰ ਤੱਕ ਦੇਖਦੇ ਸੀ ਜੀ। ਮੈਨੂੰ ਐਂ ਸੋਚਦੇ ਸੀ ਵੀ ਸ਼ਾਇਦ ਇਹਦਾ ਦਿਮਾਗ ਖਰਾਬ ਹੋ ਗਿਆ। ਮੈਨੂੰ ਕਹਿੰਦੇ ਯਾਰ ਤੂੰ ਚੰਗਾ ਭਲਾ ਅਫਸਰ ਹੈ, ਤੂੰ ਇਹ ਨਿਹੰਗਾਂ 'ਚ ਕਿੱਥੇ ਵੜ ਗਿਆ, ਤੂੰ ਇਹ ਕਿੱਥੇ ਆ ਗਿਆ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਸਾਡੀ ਸਿੱਖੀ ਦੀ ਖੇਡ ਆ, ਮੈਂ ਤਾਂ ਉਸ ਪਾਸੇ ਚੱਲਿਆ। ਇਹ ਇੱਕ ਸਾਨੂੰ ਨਾ ਦਾਇਰਾ ਵਿਸ਼ਾਲ ਕਰਨਾ ਪਊ ਲੋਕਾਂ ਦਾ। ਸਾਨੂੰ ਵਰਲਡ ਓਵਰ ਹੋਰ ਕੌਮਾਂ ਨੂੰ ਵੀ ਦੱਸਣਾ ਪੈਣਾ, ਜਿਹੜੇ ਗੱਤਕੇ ਤੋਂ ਡਰਦੇ ਆ ਨਾ, ਜਿਹੜੇ ਇਹ ਡਰ ਜਾਂਦੇ ਆ ਕਿ ਨਿਹੰਗ ਸਿੰਘ ਦਾ ਬਾਣਾ ਗੱਤਕਾ ਖੇਡਦੇ ਆ ਤਾਂ ਇਹਨਾਂ ਕੋਲ ਹਰ ਟਾਈਮ ਸ਼ਸਤਰ ਹੀ ਹੁੰਦਾ। ਦੇਖੋ ਇੱਕ ਵਾਰੀ ਕਿਤੇ ਕੋਈ ਗੱਲ ਚੱਲੀ, ਕਿਸੇ ਅੰਗਰੇਜ਼ ਨੇ ਇਹ ਗੱਲ ਕਿਹਾ ਕਿ ਤੁਹਾਡੇ ਕੋਲੋਂ ਹਮੇਸ਼ਾ ਨਾ ਸ਼ਸਤਰ ਅਤੇ ਤੁਹਾਡੇ ਕੋਲ ਹਮੇਸ਼ਾ ਕੋਈ ਹਰ ਚੀਜ਼ ਦਾ ਰਹਿੰਦਾ ਕਿ ਸੋਟੀ ਜਾਂ ਤੁਹਾਡੇ ਕੋਲ ਕਿਰਪਾਨ ਰਹਿੰਦੀ ਆ। ਉਹ ਸਾਡੇ ਤਾਂ ਜੀ ਵਿਆਹ ਵੇਲੇ ਜਾਂਦੇ ਹਾਂ ਤਾਂ ਸਾਡੇ ਹੱਥ 'ਚ ਕਿਰਪਾਨ ਹੁੰਦੀ ਆ, ਠੀਕ ਹੈ। ਅਤੇ ਹਰ ਥਾਂ 'ਤੇ ਕਿਸ ਕੌਮ ਕੋਲੇ ਕਿਰਪਾਨ ਨਹੀਂ ਹੈਗੀ ਸੀ, ਕਿਸ ਥਾਂ 'ਤੇ ਹੈ ਨਹੀਂ। ਮਨੁੱਖਤਾ ਜਦੋਂ ਚੱਲਿਆ ਜਦੋਂ ਦੀ ਸੋਟੀ ਆ। ਗੁਰੂ ਸਾਹਿਬ ਨੇ ਉਸ ਸਾਰੇ ਸ਼ਸਤਰਾਂ ਨੂੰ ਆਪਣੀ ਕੌਮ ਨੂੰ ਇੱਕ ਲੋਕਾਂ ਦੇ ਲਈ ਰੱਖਿਅਕ ਬਣਾ ਕੇ ਸਾਨੂੰ ਪੇਸ਼ ਕੀਤਾ। ਉਹ ਚੀਜ਼ ਸਾਨੂੰ ਦੁਨੀਆ 'ਤੇ ਪਸਾਰਨ ਦੀ ਲੋੜ ਹੈ। ਇਹਦੇ ਲਈ ਆਪਾਂ ਸਾਰੇ ਯਤਨ ਕਰੀਏ ਕਿ ਗੱਤਕੇ ਦਾ ਇੱਕ ਕਨਸੈਪਟ ਦੱਸੀਏ ਲੋਕਾਂ ਨੂੰ ਕਿ ਇਹ ਕਨਸੈਪਟ ਕੀ ਹੈਗਾ ਮਾਰਸ਼ਲ ਆਰਟ। ਮੈਂ ਜਿਹੜਾ ਗਰੇਵਾਲ ਸਾਹਿਬ ਸਵਾਲ ਕੀਤਾ ਸੀਗਾ ਉਹਦਾ ਤੁਸੀਂ ਬਾਖੂਬੀ ਜਵਾਬ ਦੇ ਰਹੇ ਆ ਕਿ ਗੱਤਕਾ ਵੀ ਸਾਨੂੰ ਵਿਸ਼ਾਲਤਾ ਬਖਸ਼ਦਾ ਹੈਗਾ। ਜਿਵੇਂ ਦੇਖੋ ਤੁਸੀਂ, ਸਾਡੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਕੁਰਬਾਨੀ ਆ ਉਹਨੂੰ ਸਿਰਫ ਇਸ ਗੱਲ ਨਾਲ ਜੋੜਦੇ ਆ ਕਿ ਉਹਨਾਂ ਨੇ ਹਿੰਦੂਆਂ ਦੀ ਰਾਖੀ ਲਈ ਕੁਰਬਾਨੀ ਦਿੱਤੀ। ਅਸਲ ਦੇ ਵਿੱਚ ਗੱਲ ਇਹ ਹੈਗੀ ਆ, ਉਹਨਾਂ ਨੇ ਜਨੇਊ ਦੀ ਰਾਖੀ ਲਈ ਕੁਰਬਾਨੀ ਨਹੀਂ ਦਿੱਤੀ, ਨਾ ਉਹਨਾਂ ਨੇ ਹਿੰਦੂਆਂ ਦੀ ਰਾਖੀ ਲਈ ਕੁਰਬਾਨੀ ਦਿੱਤੀ ਆ। ਉਹਨਾਂ ਨੇ ਇਸ ਗੱਲ ਲਈ ਕੁਰਬਾਨੀ ਦਿੱਤੀ ਆ, ਹਾਲਾਂਕਿ ਦੇਖੋ ਪਹਿਲੇ ਗੁਰੂ ਨੇ ਜਨੇਊ ਪਹਿਨਣ ਨੂੰ ਇਨਕਾਰ ਕਰਤਾ ਸੀਗਾ, ਤੇ ਨਵੇਂ ਜਾਮੇ 'ਚ ਆ ਕੇ ਗੁਰੂ ਤੇਗ ਬਹਾਦਰ ਨੇ ਕਿੱਥੋਂ ਜਨੇਊ ਪਹਿਨਣਾ ਸੀਗਾ। ਉਹਨਾਂ ਦਾ ਮਤਲਬ ਇਹ ਸੀਗਾ ਕਿ ਮੈਂ ਜਨੇਊ ਪਹਿਨਾਂ ਜਾਂ ਨਾ ਪਹਿਨਾਂ, ਪਰ ਜਿਹੜੇ ਜਨੇਊ ਪਹਿਨਦੇ ਆ ਉਹਨਾਂ ਨੂੰ ਜਨੇਊ ਪਹਿਨਣ ਦੀ ਆਜ਼ਾਦੀ ਹੋਣੀ ਚਾਹੀਦੀ ਆ। ਇੰਪਲਾਈਡ ਦੇਅਰ ਬਾਈ, ਜਿਹਦਾ ਮਤਲਬ ਇਹ ਹੈਗਾ ਕਿ ਉਹ ਮਨੁੱਖੀ ਅਧਿਕਾਰਾਂ ਦੀ ਇੱਕ ਸ਼ੁਰੂਆਤ ਸੀਗੀ। ਮਤਲਬ ਕਿ ਸਾਡੇ ਲੋਕ ਜਿਹੜੇ ਇੱਥੋਂ ਤੱਕ ਸੀਮਤ ਕਰਦੇ ਆ ਨਾ, ਉਹ ਸਾਡੇ ਗੁਰੂ ਸਾਹਿਬ ਦੇ ਕਨਸੈਪਟ ਨੂੰ ਛੋਟਾ ਕਰ ਦਿੰਦੇ ਆ। ਸੋ ਮੈਂ ਸਮਝਣਾ ਵੀ ਜਿਹੜਾ ਗੱਤਕਾ ਵੀ ਹੈ ਨਾ, ਇਹ ਬਾਕੀ ਖੇਡਾਂ ਵਾਂਗੂ ਸਾਨੂੰ ਵਿਸ਼ਾਲ ਬਣਾਉਂਦਾ ਹੈਗਾ, ਸਾਨੂੰ ਵਿਸ਼ਾਲਤਾ ਬਖਸ਼ਦਾ ਆ ਕਿ ਅਸੀਂ ਇੱਕ ਧਰਮ ਤੱਕ, ਇੱਕ ਖਿੱਤੇ ਤੱਕ, ਇੱਕ ਸੂਬੇ ਤੱਕ ਸੀਮਤ ਨਾ ਰਹਿ ਕੇ ਵਰਲਡ ਓਵਰ ਜਿਹੜੀ ਮਾਨਵਤਾ ਹੈਗੀ ਆ, ਹਿਊਮੈਨਿਟੀ ਆ, ਬਿਕਾਜ਼ ਹਿਊਮੈਨਿਟੀ ਇਜ਼ ਗ੍ਰੇਟਰ ਰਿਲੀਜਨ ਦੈਨ ਐਨੀ ਰਿਲੀਜਨ, ਕਿਸੇ ਵੀ ਧਰਮ ਨਾਲੋਂ ਉੱਪਰ ਆ। ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਵਿਸ਼ਾਲਤਾ ਬਖਸ਼ਦੀਆਂ ਹੈਗੀਆਂ, ਕਿਉਂਕਿ ਅਸੀਂ ਗੱਤਕੇ ਦੀ ਗੱਲ ਕਰ ਰਹੇ ਹੈਗੇ ਆ। ਗੱਤਕਾ ਵੀ, ਗੁਰਮੁਖੀ ਵੀ, ਗੁਰਬਾਣੀ ਵੀ, ਗੁਰਦੁਆਰਾ ਵੀ, ਇਹਨਾਂ ਨੂੰ ਚਲਾਉਣ ਵਾਲੇ ਜਿਹੜੇ ਹੈਗੇ ਆ ਉਹ ਜੇ ਸੰਕੀਰਨ ਹੋਣ ਤਾਂ ਇਹਨਾਂ ਦਾ ਉਹਦੇ 'ਚ ਕੋਈ ਕਸੂਰ ਨਹੀਂ ਹੈ। ਮਤਲਬ ਕਿ ਮੰਨ ਲਓ ਕਿ ਕਿਸੇ ਗੁਰਦੁਆਰੇ ਦਾ ਭਾਈ ਜੇ ਕੋਈ ਬਹੁਤਾ ਲਾਇਕ ਨਾ ਹੋਵੇ ਤਾਂ ਉਹਦੇ 'ਚ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਦਾ ਕੋਈ ਕਸੂਰ ਨਹੀਂ ਹੈ, ਉਹਦੇ 'ਚ ਕਸੂਰ ਇੰਟਰਪ੍ਰੇਟ ਕਰਨ ਵਾਲੇ ਦਾ ਹੈਗਾ। ਸੋ ਤੁਸੀਂ ਇੱਕ ਚੰਗਾ ਕਾਰਜ ਲੈ ਕੇ ਚੱਲੇ ਹੋ। ਤੁਸੀਂ ਇੱਕ ਜਿਹੜੀ ਲੁਕੀ ਹੋਈ ਜਾਂ ਜਿਹੜੀ ਪਿੱਛੇ ਸੁੱਟੀ ਜਾ ਰਹੀ ਸੀਗੀ ਜਾਂ ਜਿਹੜੀ ਡਿਮਿਨਿਸ਼ਿੰਗ ਇੱਕ ਆਰਟ ਸੀਗਾ ਉਹਨੂੰ ਤੁਸੀਂ ਜੀਵਿਤ ਕਰਨ ਲੱਗੇ ਹੋ। ਮੈਂ ਹੁਣ ਇਹ ਜਾਣਨਾ ਚਾਹਾਂਗਾ ਕਿ ਤੁਸੀਂ, ਕਿਉਂਕਿ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਆ, ਹੁਣ ਇਸ ਤੋਂ ਅਗਲੀ ਗੱਲ ਮੈਂ ਚਾਹਾਂਗਾ ਕਿ ਇਹ ਮੇਰਾ ਖਿਆਲ ਆ ਕਿ ਇਸ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ 29-30 ਜੁਲਾਈ ਨੂੰ ਇੱਥੇ ਟੋਰਾਂਟੋ 'ਚ ਹੋਈ ਆ, ਅਤੇ
ਜਿਹੜੀ ਰਜਿਸਟਰਡ ਬਾਡੀ ਆ, ਔਰ ਇਹਦੇ ਵਿੱਚ ਹੋਰ ਵੀ ਬੜੇ ਮੁਲਵਾਨ ਪਰਚੇ ਪੜ੍ਹੇ ਗਏ ਆ, ਤੁਸੀਂ ਸੁਣੇ ਵੀ ਆ। ਇਹਦੇ ਵਿੱਚ ਇਹ ਤੁਹਾਡਾ ਜਿਹੜਾ ਸ਼ਾਮਲ ਹੋਣਾ ਸੀਗਾ ਗੱਤਕੇ ਨਾਲ ਸੰਬੰਧਿਤ ਤੇ ਗਾਂ ਗੱਤਕੇ ਨਾਲ ਰਿਲੇਟਡ ਗੁਰਮੁਖੀ ਤੇ ਗੁਰਬਾਣੀ, ਇਹ ਮੇਰਾ ਖਿਆਲ ਇਹ ਆ ਵੀ ਸ਼ਾਇਦ ਹੀ ਕਿਸੇ ਵਿਸ਼ਵ ਕਾਨਫਰੰਸ ਦੇ ਵਿੱਚ ਇਸ ਕਿਸਮ ਦੀ ਡਿਸਕਸ਼ਨ ਹੋਈ ਹੋਵੇ। ਸੋ ਇਹ ਤੁਸੀਂ ਇੱਕ ਬੜਾ ਵਧੀਆ ਜਿਹੜਾ ਕਨਸੈਪਟ ਹੈਗਾ ਲਿਆਂਦਾ, ਇੱਕ ਬੜਾ ਵਧੀਆ ਯਤਨ ਤੁਸੀਂ ਆਰੰਭਿਆ ਹੈਗਾ, ਔਰ ਕਾਨਫਰੰਸ ਵਾਲੇ ਵੀ ਇਸ ਗੱਲ ਦਾ ਮਾਣ ਮਹਿਸੂਸ ਕਰ ਸਕਦੇ ਆ ਕਿ ਉਹਨਾਂ ਨੇ ਹਰਜੀਤ ਸਿੰਘ ਗਰੇਵਾਲ ਹੋਰਾਂ ਨੂੰ ਇਨਵਾਈਟ ਕੀਤਾ, ਉਹਦੇ ਵਿੱਚ ਸ਼ਮੂਲੀਅਤ ਕੀਤੀ, ਔਰ ਗਰੇਵਾਲ ਸਾਹਿਬ ਨੇ ਇੱਕ ਬਹੁਤ ਮਹੱਤਵਪੂਰਨ ਟੌਪਿਕ ਜਿਹੜਾ ਕਿ ਇੰਟਰ ਰਿਲੇਟਡ ਹੈਗਾ ਗੱਤਕਾ, ਗੁਰਮੁਖੀ ਤੇ ਗੁਰਬਾਣੀ। ਹੁਣ ਮੈਂ ਚਾਹਾਂਗਾ ਕਿ ਜਿਹੜੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਹੁੰਦੀਆਂ ਆ, ਤੁਸੀਂ ਅਜੀਤ ਅਖਬਾਰ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ, ਫਿਰ ਤੁਸੀਂ ਜਿਹੜਾ ਪੱਤਰਕਾਰੀ ਦਾ ਤੁਹਾਡਾ ਮੁਕਾਮ ਆ ਉਹ ਬੜਾ ਵੱਡਾ ਆ। ਸੋ ਮੈਂ ਇਹ ਜਾਣਨਾ ਚਾਹਾਂਗਾ ਕਿ 1980 ਤੋਂ ਲੈ ਕੇ ਵਿਸ਼ਵ ਪੰਜਾਬੀ ਕਾਨਫਰੰਸਾਂ ਹੋ ਰਹੀਆਂ, ਥਾਈਲੈਂਡ 'ਚ ਹੋ ਗਈ, ਅਮਰੀਕਾ 'ਚ ਹੋ ਗਈ, ਇੰਗਲੈਂਡ 'ਚ ਹੋ ਗਈ, ਆਪਣੇ ਪਾਕਿਸਤਾਨ 'ਚ ਹੋ ਗਈ, ਇੰਡੀਆ 'ਚ ਹੋ ਗਈ ਤੇ ਕੈਨੇਡਾ 'ਚ ਵੀ। ਸੋ ਇਹ ਤੁਸੀਂ ਇਹਨਾਂ ਦੀ ਕੀ ਸਾਰਥਕਤਾ ਸਮਝਦੇ ਹੋ ਕਿ ਕੋਈ ਇਹਨਾਂ ਦੀ ਸਾਰਥਕਤਾ ਹੈ ਵੀ ਆ? ਜੇ ਹੈ ਵੀ ਆ ਤਾਂ ਕੀ ਆ? ਕਾਲੂ ਸਾਹਿਬ, ਤੁਸੀਂ ਬਹੁਤ ਵਧੀਆ ਕਿ ਇਸ ਤੋਂ ਪਹਿਲਾਂ ਕਿ ਛੋਟੀ ਜਿਹੀ ਗੱਲ ਕਰਕੇ ਹਟਿਓ। ਛੋਟੀ ਨਹੀਂ, ਮੈਂ ਕਹੂੰਗਾ ਕਿ ਬਹੁਤ ਵੱਡੀ ਆ, ਕੌਮ ਲਈ ਬਹੁਤ ਵੱਡੀ ਆ। ਮੈਂ ਇਸ 'ਤੇ ਤੁਹਾਡੇ ਵਾਲੇ ਇਸ 'ਤੇ ਬਾਅਦ ਚਾਹੁੰਦਾ ਕਿ ਸਾਰਥਿਕਤਾ ਕੀ ਹੈ। ਇੱਕ ਤੁਸੀਂ ਗੱਲ ਕੀਤੀ ਸੀ, ਮੈਂ ਥੋੜ੍ਹਾ ਜਿਹਾ ਤਾਂ ਕਰਕੇ ਉਸ 'ਤੇ ਸਟ੍ਰੈਸ ਦੇ ਰਿਹਾ ਕਿ ਕੌਮ ਉਹਦੇ ਬਾਰੇ ਸੋਚੇ, ਜੋ ਇੱਕ ਤੁਸੀਂ ਕਨਸੈਪਟ ਦਿੱਤਾ ਕੌਮ ਨੂੰ ਇਸ ਗੱਲੋਂ। ਅਤੇ ਮੈਂ ਤੁਹਾਡੇ ਵਰਗੇ ਬੁੱਧੀਜੀਵੀਆਂ ਰਾਹੀਂ, ਤੁਸੀਂ ਖੁਦ ਜਾਂ ਹੋਰ ਸੰਸਥਾਵਾਂ ਜਾਂ ਮੀਡੀਆ ਖੁਦ ਇਹ ਸਾਡੇ ਮਤਲਬ ਕਨਸੈਪਟ ਨੂੰ ਉੱਪਰ ਲੈ ਕੇ ਆਵੇ, ਤੁਹਾਡੀਆਂ ਸੰਸਥਾਵਾਂ ਇਸ ਕਨਸੈਪਟ ਨੂੰ ਉੱਪਰ ਲੈ ਕੇ ਆਉਣ ਕਿ ਸਾਡੀ ਸਿੱਖ ਕੌਮ ਦੀ ਸਿਰਜਣਾ ਪਲੱਸ ਸਾਡੀ ਸਿੱਖ ਸ਼ਸਤਰ ਵਿੱਦਿਆ, ਇਹ ਸੰਕੀਰਣ ਨਹੀਂ ਹੈਗੀ, ਸੋਚ ਵਾਲੀ ਨਹੀਂ ਹੈਗੀ, ਇਹ ਹਿੰਸਕ ਨਹੀਂ ਹੈਗੀ, ਇਹ ਸ਼ਸਤਰਧਾਰੀ ਹੋਣ ਦਾ ਕੋਈ ਮਕਸਦ ਹੈ ਗੁਰੂ ਸਾਹਿਬ ਨੇ ਜਦੋਂ ਦਿੱਤਾ। ਅਤੇ ਇਹ ਇੱਕ ਜਿਹੜੀ ਹੈਗੀ ਆ ਫੰਡਾਮੈਂਟਲ ਰਾਈਟਸ, ਮਨੁੱਖੀ ਅਧਿਕਾਰ, ਬੰਦੇ ਦੇ ਸਾਰੇ ਜਿਹੜੇ ਹੈਗੇ ਨੇ ਆਪਣੇ ਧਰਮ ਜੀਵਨ ਨਿਰਵਾਹ ਕਰਨ ਦੀ ਜਿਹੜੀ ਉਹਦੀ ਆਪਣੀ ਆਜ਼ਾਦੀ ਆ, ਧਾਰਮਿਕ ਆਜ਼ਾਦੀ ਆ, ਉਸ ਨੂੰ ਰੱਖਿਅਕ ਵਜੋਂ ਇਹ ਇੱਕ ਸ਼ਸਤਰ ਵਿੱਦਿਆ ਸੀਗੀ ਜੀ। ਇਹਦੇ 'ਤੇ ਜ਼ਰੂਰ ਤੁਸੀਂ ਵੀ ਗੌਰ ਫਰਮਾਉਣੀ ਆ, ਇਹਦੇ 'ਤੇ ਜ਼ਰੂਰ ਗਾਹਾਂ ਕਿਤੇ ਡਿਸਕਸ਼ਨਸ ਹੋਣ, ਇਹਦੇ 'ਤੇ ਆਰਟੀਕਲ ਵਗੈਰਾ ਲਿਖੇ ਜਾਣ। ਇਹ ਅੱਜ ਤੋਂ ਪਹਿਲਾਂ ਇਹ ਜਿਹੜਾ ਤੁਹਾਡਾ ਚੈਨਲ ਹੈ, ਇਹਦੇ 'ਤੇ ਪਹਿਲੀ ਵਾਰ ਡਿਸਕਸ਼ਨ ਹੋ ਰਹੀ ਹੈ ਇਸ ਗੱਲ ਦੀ ਕਿ ਜਿਹੜੀ ਸਿੱਖ ਸ਼ਸਤਰ ਵਿੱਦਿਆ ਇਹ ਮਨੁੱਖੀ ਅਧਿਕਾਰਾਂ ਦੇ ਲਈ ਗੁਰੂ ਸਾਹਿਬ ਨੇ ਸ਼ੁਰੂ ਕੀਤੀ। ਪਹਿਲੀ ਵਾਰ ਡਿਸਕਸ਼ਨ, ਮੈਂ ਵੀ ਅੱਜ ਮੈਨੂੰ 17 ਸਾਲ ਹੋ ਗਏ, ਅੱਜ ਤੱਕ ਕਦੇ ਇਸ ਕਨਸੈਪਟ ਨੂੰ ਲੈ ਕੇ ਚੱਲੇ ਨਹੀਂ ਸੀਗੇ। ਇਹ ਪਿਛਲੇ ਦਿਨਾਂ 'ਚ ਹੀ ਮੈਂ ਆਇਆ ਸੀ ਵੀ ਕੋਈ ਮੌਕਾ ਮੇਲ ਆਵੇ ਤਾਂ ਉੱਥੇ ਲੈ ਕੇ ਜਾਵਾਂ। ਜਿਹੜੀ ਗੱਤਕਾ, ਗੁਰਬਾਣੀ ਤੇ ਗੁਰਮੁਖੀ ਜਿਹੜਾ ਇਹਦਾ ਕਨਸੈਪਟ ਸੀ, ਇਹ ਵੀ ਤੁਹਾਡੀ ਵਿਸ਼ਵ ਪੰਜਾਬੀ ਕਾਨਫਰੰਸ ਨੂੰ ਜਾਂਦਾ, ਉਹ ਵੀ ਤੁਸੀਂ ਮੈਨੂੰ ਦਿੱਤਾ ਅਤੇ ਮੈਂ ਇੱਥੇ ਲੈ ਕੇ ਆਇਆ। ਮੈਂ ਸਮਝਦਾ ਕਿ ਤੁਸੀਂ ਇੱਕ ਇਤਿਹਾਸ 'ਚੋਂ ਲੈ ਕੇ ਚੱਲੇ ਹੋ ਦੋ ਚੀਜ਼ਾਂ ਕਿ ਇਹ ਤੁਹਾਡੇ ਨਾਲ ਜੁੜਨਗੀਆਂ ਕਿ ਤੁਸੀਂ ਕੌਮ ਨੂੰ ਦੋ ਕਨਸੈਪਟ ਵੱਖਰੇ ਦੇਣ ਚੱਲੇ ਹੋ ਜੀ। ਠੀਕ ਹੈ, ਉਹ ਕੈਨੇਡਾ 'ਚੋਂ ਅਤੇ 8ਵੀਂ ਵਿਸ਼ਵ ਕਾਨਫਰੰਸ 'ਚੋਂ ਅਤੇ ਜਾਂ ਇਸ ਚੈਨਲ ਤੋਂ ਸ਼ੁਰੂ ਹੋ ਰਹੇ ਆ। ਅਤੇ ਉਹਦੇ 'ਚ ਇਹ ਆ ਕਿ ਮੈਂ ਦੇਖਿਆ ਤੁਹਾਡੀ ਕਾਨਫਰੰਸ 'ਤੇ ਰੀਅਲੀ ਮਾਰਵਲਸ ਜੀ, ਬਹੁਤ ਸੋਹਣੇ ਮਤਲਬ ਜਿਹੜੇ ਲੋੜ ਸੀ ਜਿਸ ਡਿਸਕਸ਼ਨ ਦੀ, ਇੱਕ ਜਿਹੜੇ ਬੈਸਟ ਪੇਪਰ ਰੀਡਰ ਸੀਗੇ ਜਾਂ ਸਕਾਲਰ ਸੀਗੇ ਉਹ ਆਏ, ਉਹਨਾਂ ਨੇ ਐਡਰੈਸ ਕੀਤੇ ਉਹ ਇਸ਼ੂ ਐਸ ਆ ਕੇ ਕਿ ਸਾਡੇ ਪੰਜਾਬ ਪਲੱਸ ਸਾਡਾ ਪੰਜਾਬੀ ਭਾਈਚਾਰਾ ਦੁਨੀਆ 'ਚ ਜਿੱਥੇ ਵੱਸਦਾ ਅਤੇ ਪਲੱਸ ਕੈਨੇਡਾ ਦੀ ਸਥਿਤੀ ਕੀ ਹੈਗੀ ਆ, ਉਸ ਨੂੰ ਤੁਸੀਂ ਬਹੁਤ ਸੋਹਣਾ ਇੱਕ ਮਤਲਬ ਪਬਲਿਕ ਦੇ ਸਾਹਮਣੇ ਇੱਕ ਲੋਕਾਂ ਨੂੰ ਸੋਚ ਵਿਚਾਰਨ ਲਈ ਉਹ ਜਿਹੇ ਟੌਪਿਕ ਛੱਡਤੇ ਜਿੱਥੇ ਉਹ ਮੰਥਨ ਕਰਨ, ਲਿਖਣ ਅਤੇ ਅਗਲੀਆਂ ਜਿਹੜੀਆਂ ਵਿਸ਼ਵ ਕਾਨਫਰੰਸਾਂ ਆਉਣ ਉਹ ਸੋਚਣ ਕਿ ਉਹੋ ਜਿਹਾ ਕੁਛ ਕੰਮ ਕਰੀਏ ਕਿ ਕੋਈ ਨਵਾਂ ਕਨਸੈਪਟ ਲੈ ਕੇ ਚੱਲੀਏ ਕਿ ਰੂਟੀਨ ਵਾਲਾ ਨਹੀਂ ਕਿ ਅਸੀਂ ਗੁਰਮੁਖੀ ਹੈਗੀ ਆ ਸਾਡਾ। ਹੁਣ ਦੇਖੋ ਸਭ ਨੂੰ ਪਤਾ ਹੈ ਗੁਰਮੁਖੀ ਦਾ ਇਤਿਹਾਸ ਕੀ ਹੈ ਜੀ, ਗੱਲ ਗਾਹਾਂ ਦੀ ਕਰਨ ਵਾਲੀ ਆ ਜੀ। ਇਤਿਹਾਸ ਨੂੰ ਫਰੋਲਿਆਂ ਉਹਦੇ 'ਤੇ 2-4 ਮਿੰਟ ਲਾਏ ਜਾ ਸਕਦੇ ਆ। ਗੱਲ ਤਾਂ ਤੁਸੀਂ ਕੌਮ ਨੂੰ ਸੇਧ ਦੇਣੀ ਆ ਇਹੋ ਜਿਹੀਆਂ ਕਾਨਫਰੰਸਾਂ 'ਚੋਂ ਕਿ ਕੌਮ ਕਿੱਥੇ ਜਾਵੇ। ਹੁਣ ਮੈਂ ਉੱਥੇ ਜਿਹੜਾ ਪਰਚਾ ਤੁਹਾਡਾ ਪੜ੍ਹਿਆ ਸੁੱਚਾ ਸਿੰਘ ਗਿੱਲ ਜੀ ਨੇ, ਉਹ 'ਚ ਬੜਾ ਵੱਡਾ ਇੱਕ ਇਸ਼ੂ ਰੱਖਿਆ ਕਿ ਹੁਣ ਕੌਮ ਕੀ ਸੋਚੇ ਇਸ ਗੱਲ 'ਤੇ, ਹੈ ਨਾ। ਅਤੇ ਇਹ ਜਿਹੜਾ ਤੁਸੀਂ ਟੌਪਿਕ ਲੈ ਕੇ ਆਏ ਸੀ, ਇਹਦੇ ਲੋਕਾਂ ਨੂੰ ਸੋਚਣ ਲਈ ਬਹੁਤ ਵੱਡਾ ਹੋ ਦਿੱਤਾ।
ਨੋ ਡਾਊਟ ਜਿਹੜੀਆਂ ਵਿਸ਼ਵ ਕਾਨਫਰੰਸਾਂ ਨੇ ਪੰਜਾਬੀ ਦੇ ਆਧਾਰਿਤ, ਗੁਰਮੁਖੀ ਦੇ ਆਧਾਰਿਤ, ਤੇ ਹੋਣੀਆਂ ਚਾਹੀਦੀਆਂ ਨੇ। ਜੇ ਗੁਰਮੁਖੀ ਹੈ, ਮੈਂ ਉਹ ਗੁਰਮੁਖੀ ਸਭ ਤੋਂ ਮੂਲ ਰੂਪ ਹੈ। ਜਿਵੇਂ ਸਾਡਾ ਅਸੀਂ ਕਹਿੰਦੇ ਹਾਂ ਗੱਤਕਾ ਸੋਟੀ ਮੂਲ ਰੂਪ ਹੈ, ਤੇ ਗੁਰਮੁਖੀ ਇੱਕ ਮੂਲ ਰੂਪ ਹੈ ਜਿਹਦੇ ਉੱਪਰ ਸਾਰੀਆਂ ਇਮਾਰਤਾਂ ਉਸਰੀਆਂ ਹੋਈਆਂ ਨੇ। ਠੀਕ ਹੈ। ਗੁਰਮੁਖੀ ਦੀ ਇਮਾਰਤ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ, ਗੁਰੂ ਸਾਹਿਬ ਨੇ ਕੀਤੀ। ਉਸ ਦੇ ਉੱਪਰ ਫਿਰ ਗੁਰਦੁਆਰਾ ਸਾਹਿਬ ਆਉਂਦੇ ਆ ਜਿਹੜੇ ਉਸ ਨੂੰ ਰਾਖੀ ਕਰਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਡਿਸੈਮੀਨੇਟ ਉਹਦੀਆਂ ਟੀਚਿੰਗ ਜਿਹੜੀਆਂ ਹੁੰਦੀਆਂ ਨੇ, ਤੇ ਉੱਥੋਂ ਹੀ ਸਾਰਾ ਸਾਡੀ ਸ਼ਸਤਰ ਕਲਾ ਡਿਵੈਲਪ ਹੁੰਦੀ ਆ। ਤੇ ਇਸ ਕਰਕੇ ਪੰਜਾਬੀ ਦਾ ਪ੍ਰਚਾਰ ਜਿੰਨਾ ਹੋਊ, ਉਹਦੇ ਨਾਲ ਮੈਂ ਪਹਿਲਾਂ ਹੀ ਕਹਿ ਕੇ ਹਟਿਆ, ਸਾਡੀ ਗੁਰਮੁਖੀ ਲੋਕੀ ਪੰਜਾਬੀ 'ਚ ਪੜ੍ਹ ਸਕਣਗੇ, ਸਾਡੀ ਗੁਰਸਿੱਖੀ ਪੰਜਾਬੀ 'ਚ ਪੜ੍ਹ ਸਕਣਗੇ। ਗੁਰਦੁਆਰਿਆਂ 'ਚ ਅੰਗਰੇਜ਼ੀ 'ਚ ਕੀਰਤਨ ਨਹੀਂ ਹੋਣਗੇ, ਪੰਜਾਬੀ 'ਚ ਕੀਰਤਨ ਹੋਇਆ ਕਰਨਗੇ। ਕੋਈ ਸਮਾਂ ਹੋ ਸਕਦਾ ਹੈ ਕਾਲੋਂ ਸਾਹਿਬ ਕਿਤੇ 50 ਸਾਲਾਂ ਬਾਅਦ ਹੈ ਸਮਾਂ ਆ ਜੇ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਾਠ ਹੈ ਉਹ ਅੰਗਰੇਜ਼ੀ 'ਚ ਕਰ ਰਹੇ ਨੇ ਬੱਚੇ, ਜਾਂ ਜਿਹੜਾ ਕੀਰਤਨ ਹੈ ਉਹ ਅੰਗਰੇਜ਼ੀ 'ਚ ਹੋ ਰਿਹਾ। ਇਹੋ ਜਿਹੇ ਸਮੇਂ ਆ ਸਕਦੇ ਆ ਜੇ ਤੁਸੀਂ ਗੁਰਮੁਖੀ ਤੇ ਪੰਜਾਬੀ ਤੇ ਕਾਨਫਰੰਸਾਂ ਨਾ ਕੀਤੀਆਂ। ਇਹ ਸਾਰਥਕਤਾ ਹੈ ਇਹਦੀ। ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈਗੀ ਆ। ਔਰ ਪਿਆਰੇ ਦਰਸ਼ਕੋ, ਗਰੇਵਾਲ ਸਾਹਿਬ ਨੇ 1-2 ਰੈਫਰੈਂਸ ਦਿੱਤੇ ਆ, ਉਹਨਾਂ ਦੇ ਸੰਬੰਧ 'ਚ ਮੈਂ 1-ਅੱਧਾ ਮਿੰਟ ਜ਼ਰੂਰ ਲਾਉਣਾ ਚਾਹਾਂਗਾ। ਡਾਕਟਰ ਸੁੱਚਾ ਸਿੰਘ ਗਿੱਲ ਹੋਰਾਂ ਨੇ ਪੇਪਰ ਉੱਥੇ ਕਾਨਫਰੰਸ 'ਚ ਪੜ੍ਹਿਆ ਸੀਗਾ ਕਿ ਜਿਹੜਾ ਵਿਦਿਆਰਥੀਆਂ ਦਾ ਖਾਸ ਕਰਕੇ ਪ੍ਰਵਾਸ ਹੋ ਰਿਹਾ ਹੈਗਾ ਪੰਜਾਬ ਤੋਂ, ਉਹਦਾ ਪੰਜਾਬ 'ਤੇ ਕੀ ਅਸਰ ਪੈ ਰਿਹਾ ਤੇ ਕੈਨੇਡਾ 'ਤੇ ਕੀ ਅਸਰ ਪੈ ਰਿਹਾ ਹੈਗਾ। ਉਹ ਬੜਾ ਮਹੱਤਵਪੂਰਨ ਪੇਪਰ ਸੀਗਾ। ਡਾਕਟਰ ਸੁੱਚਾ ਸਿੰਘ ਗਿੱਲ ਸਾਡੇ ਬੜੇ ਵੱਡੇ ਵਿਦਵਾਨ ਨੇ। ਇਸੇ ਤਰ੍ਹਾਂ ਇੱਕ ਡਾਕਟਰ ਡੀ.ਪੀ. ਸਿੰਘ ਦਾ ਪੇਪਰ ਸੀਗਾ ਆਰਟੀਫਿਸ਼ੀਅਲ ਇੰਟੈਲੀਜੈਂਸ। ਉਹ ਕੰਟੈਂਪਰੇਰੀ ਬੜੀ ਵੱਡੀ ਸਮੱਸਿਆ ਆ ਜੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸਾਨੂੰ ਕੀ ਲਾਭ ਨੇ, ਕਿਵੇਂ ਅਸੀਂ ਲਾਭ ਉਠਾ ਸਕਦੇ ਹਾਂ, ਉਹਦੇ ਕੀ ਨੁਕਸਾਨ ਨੇ, ਕੀ ਹਾਨ ਨੇ, ਉਹਨਾਂ ਤੋਂ ਕਿਵੇਂ ਬਚ ਸਕਦੇ ਹਾਂ। ਇਸੇ ਹੀ ਤਰ੍ਹਾਂ ਜਿਹੜੇ ਡਾਕਟਰ ਦਵਿੰਦਰ ਸਿੰਘ ਸੇਖੋਂ ਸੀਗੇ, ਉਹਨਾਂ ਦਾ ਪੇਪਰ ਸੀਗਾ ਇੰਪੈਕਟ ਆਫ ਸਿੱਖ ਫਿਲਾਸਫੀ ਔਨ ਪੰਜਾਬੀ ਕਲਚਰ, ਤੇ ਉਹਦੇ ਵਿੱਚ ਉਹ ਵਿਦਵਾਨ ਨੇ ਜਿਨ੍ਹਾਂ ਨੇ ਗ੍ਰੰਥ ਸਾਹਿਬ ਨੂੰ ਅੰਗਰੇਜ਼ੀ ਦੇ ਵਿੱਚ ਹੁਣੇ ਹੀ ਰੀਸੈਂਟਲੀ ਅਨੁਵਾਦ ਕੀਤਾ ਹੈਗਾ। ਇਸੇ ਤਰ੍ਹਾਂ ਪਾਕਿਸਤਾਨ ਦੇ ਵਿਦਵਾਨ ਮਤਲੂਬ ਬੜੈਚ ਹੋਣਾ ਨੇ ਇੰਪੈਕਟ ਆਫ ਪਾਰਟੀਸ਼ਨ 1947 'ਚ ਜਿਹੜੀ ਵੰਡ ਹੋ ਗਈ ਉਹਦਾ ਕੀ ਪ੍ਰਭਾਵ ਪਿਆ ਹੈਗਾ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ, ਗਰੇਵਾਲ ਸਾਹਿਬ ਤੁਸੀਂ ਇਮੀਡੀਏਟਲੀ ਕੋਈ ਜਿਹੜਾ ਇੱਕ ਤਾਂ ਤੁਸੀਂ ਦੌਰਾ ਕਰ ਰਹੇ ਹੋ ਸਾਰੇ ਮਤਲਬ ਵਰਲਡ ਦਾ, ਭਈ ਉੱਥੇ ਤੁਸੀਂ ਗੱਤਕੇ ਦਾ ਪ੍ਰਚਾਰ ਕਰੋ, ਫੈਡਰੇਸ਼ਨਾਂ ਬਣਨ, ਐਸੋਸੀਏਸ਼ਨਾਂ ਬਣਨ, ਤੇ ਕੋਈ ਇਮੀਡੀਏਟਲੀ ਵੀ ਕੋਈ ਸੈਮੀਨਾਰ ਜਾਂ ਵਗੈਰਾ ਇੱਦਾਂ ਦਾ ਕੋਈ ਤੁਸੀਂ ਪ੍ਰਪੋਜ਼ ਕਰਦੇ ਹੋ? ਮੈਂ ਇਸ 'ਤੇ ਜਿਵੇਂ ਇਹ ਜਿਹੜਾ ਨਵਾਂ ਕਨਸੈਪਟ ਆਪਾਂ ਇੱਕ ਕਨਸੈਪਟ ਦੇਤਾ ਕੌਮ ਨੂੰ, ਜਿਹੜਾ ਤੁਸੀਂ ਵਿਸ਼ਵ ਪੰਜਾਬੀ ਕਾਨਫਰੰਸ ਰਾਹੀਂ ਦਿੱਤਾ ਹੈਗਾ, ਗੁਰਮੁਖੀ, ਗੁਰਬਾਣੀ, ਗੱਤਕਾ, ਤੇ ਚੌਥਾ ਤੁਸੀਂ ਅੱਜ ਹੋਰ ਜੋੜਤਾ ਕਿ ਗੁਰਦੁਆਰਾ ਸਾਹਿਬ। ਜੀ 4 ਗੱਗੇ ਹੋ ਗਏ ਨਾ, 4 ਗੱਗੇ ਹੋ ਗਏ। ਤੇ ਮੈਂ ਇਸੇ ਤਰ੍ਹਾਂ ਹੀ ਚਾਹੁੰਦਾ ਕਿ ਜਿਹੜਾ ਗੱਤਕੇ ਦੇ ਉੱਪਰ ਇੱਕ ਆਪਾਂ ਜੇ ਇੱਥੇ ਕੈਨੇਡਾ ਦੇ ਵਿੱਚ ਸੈਮੀਨਾਰ ਇੱਕ ਹੋਰ ਕਰਾਈਏ, ਕੌਮ ਨੂੰ ਇੱਕ ਸੰਦੇਸ਼ ਦੇਈਏ, ਕੌਮ ਨੂੰ ਨਹੀਂ, ਜੇ ਮੈਂ ਵਰਲਡ ਨੂੰ ਕਹਿਣਾ, ਸਮੁੱਚੇ ਵਰਲਡ ਨੂੰ, ਸਮੁੱਚੀਆਂ ਕੌਮਾਂ ਨੂੰ, ਠੀਕ ਹੈ, ਕਿ ਜਿਹੜੀ ਸਾਡੀ ਸਿੱਖ ਸ਼ਸਤਰ ਕਲਾ ਹੈਗੀ ਆ, ਇਹ ਫੰਡਾਮੈਂਟਲ ਰਾਈਟਸ ਲਈ ਆ। ਇਹ ਹਰ ਧਰਮ ਨੂੰ ਆਪਣੇ ਜਿਵੇਂ ਬੰਦਾ ਜੀ ਚਾਹੇ ਉਵੇਂ ਜਿਉਣ ਦਿਆਂ ਰੱਖਣ ਲਈ ਤੇ ਉਸ ਦੀ ਰਾਖੀ ਕਰਨ ਲਈ ਆ। ਹਰ ਕੌਮ ਨੂੰ ਬਿਨਾਂ ਕਿਸੇ ਵਿਤਕਰੇ ਤੋਂ, ਰੰਗ ਨਸਲ ਭੇਦ ਤੋਂ ਉੱਪਰ ਉੱਠ ਕੇ ਇਹ ਜਿਹੜਾ ਸਾਡੇ ਗੱਤਕੇ ਨੇ, ਜਿਹੜੇ ਸਾਡੇ ਸਿੱਖ ਨੇ, ਉਹ ਤੁਹਾਡੇ ਇਸ ਤਰ੍ਹਾਂ ਕੰਮ ਆਉਣ ਵਾਲੇ ਨੇ, ਤੇ ਉਹ ਸਿੱਖੇ ਹੋਏ ਨੇ ਜਿਹੜੇ ਉਹ ਤੁਹਾਡੇ ਨਾਲ ਖੜਨ ਨੂੰ, ਤੁਹਾਡੀ ਰਾਖੀ ਕਰਨ ਲਈ ਨੇ। ਮਤਲਬ ਇਸ ਕਨਸੈਪਟ ਨੂੰ ਮੈਂ ਦੁਨੀਆ 'ਤੇ ਲਿਜਾਣਾ ਚਾਹੁੰਦਾ, ਸੋ ਦੈਟ ਸਿੱਖੀ ਹੈ ਜਿਹੜੀ, ਜਿੱਥੇ ਸਾਡਾ ਲੰਗਰ ਐਡੀ ਵੱਡੀ ਮਹਾਨਤਾ ਹੈਗੀ ਆ, ਉਸੇ ਤਰ੍ਹਾਂ ਸਾਡੀ ਜਿਹੜੀ ਸ਼ਸਤਰ ਵਿੱਦਿਆ ਨਾ ਉਹ ਦੁਨੀਆ 'ਤੇ ਐਂ ਜਾਵੇ, ਲੋਕ ਕਹਿਣ ਕਿ ਨਹੀਂ ਇਹ ਹਿੰਸਕ ਲੋਕ ਨਹੀਂ ਗੇ, ਇਹ ਤਾਂ ਰਾਖੀ ਵਾਲੇ ਲੋਕ ਨੇ। ਗਰੇਵਾਲ ਸਾਹਿਬ, ਤੁਸੀਂ ਬੜੀ ਖੂਬਸੂਰਤੀ ਨਾਲ ਇਹ ਗੱਲਾਂ ਜਿਹੜੀਆਂ ਉਹ ਕੀਤੀਆਂ ਨੇ। ਗੱਤਕੇ ਦੀ ਗੱਲ ਕੀਤੀ ਆ, ਗੁਰਮੁਖੀ ਦੀ ਗੱਲ ਕੀਤੀ ਹੈਗੀ ਆ, ਗੁਰਬਾਣੀ ਦੀ ਗੱਲ ਕੀਤੀ ਆ, ਚਲੋ ਅਸੀਂ ਨਾਲ ਗੁਰਦੁਆਰਾ ਜੋੜਿਆ ਹੈਗਾ, ਉਹ ਵੀ ਗੱਲ ਹੋਈ ਆ। ਇਹਦੇ 'ਚ ਮੈਂ ਸਮਝਣਾ ਕਿ ਇਹ ਜਿਹੜਾ ਤੁਹਾਡਾ ਵਿਸ਼ਾਲ ਤੋਂ ਵਿਸ਼ਾਲ ਜਿਹੜਾ ਹਿਰਦਾ ਹੈਗਾ, ਮੋਸਟ ਜਿਹੜਾ ਮਤਲਬ ਬਰੋਡੈਸਟ ਪੋਸੀਬਲ, ਉਹ ਇਸ ਕਰਕੇ ਵੀ ਆ ਕਿ ਤੁਹਾਨੂੰ ਪਤਾ ਕਿ ਟੈਗੋਰ ਨੂੰ ਕਿਸੇ ਨੇ ਸਵਾਲ ਕੀਤਾ ਸੀਗਾ ਕਿ ਜੀ ਨੈਸ਼ਨਲ ਐਂਥਮ ਤਾਂ ਤੁਸੀਂ ਲਿਖ ਦਿੱਤਾ ਤੇ ਹੁਣ ਇੰਟਰਨੈਸ਼ਨਲ ਐਂਥਮ ਵੀ ਲਿਖੋ, ਤੇ ਟੈਗੋਰ ਨੇ, ਗਰੇਵਾਲ ਸਾਹਿਬ ਤੁਹਾਨੂੰ ਪਤਾ ਵੀ ਜਵਾਬ ਦਿੱਤਾ ਸੀਗਾ ਕਿ ਇੰਟਰਨੈਸ਼ਨਲ ਐਂਥਮ ਜਿਹੜਾ ਉਹ ਲਿਖਿਆ ਜਾ ਚੁੱਕਾ ਹੈ। ਸਵਾਲ ਕੀਤਾ ਵੀ ਕਿੱਥੇ ਲਿਖਿਆ? ਉਹ ਕਹਿੰਦੇ ਜੀ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਲਿਖੀ ਆ ਨਾ, ਉਹ ਅਸਲ ਦੇ ਵਿੱਚ ਵਿਸ਼ਵ ਨੈਸ਼ਨਲ ਐਂਥਮ ਆ।
ਉਹ ਵਰਲਡ ਨੈਸ਼ਨਲ ਐਂਥਮ ਆ। ਔਰ ਅੱਜ ਤੁਸੀਂ ਜਿਵੇਂ ਮੈਂ ਗੱਲ ਕੀਤੀ ਸੀਗੀ ਕਿ ਜਿਹੜੀਆਂ ਕੁਝ ਸਾਡੀਆਂ ਸੰਸਥਾਵਾਂ ਨੇ ਜਾਂ ਸਾਡੇ ਕੁਝ ਵਿਅਕਤੀ ਨੇ, ਉਹ ਸੰਕੀਰਨ ਹੋਣ ਕਰਕੇ ਸਾਡੇ ਧਰਮ ਦਾ, ਸਾਡੇ ਗੱਤਕੇ ਦਾ, ਸਾਡੀ ਗੁਰਮੁਖੀ ਦਾ, ਸਾਡੇ ਗੁਰਦੁਆਰੇ ਦਾ ਵੀ ਇਹ ਪ੍ਰਭਾਵ ਪੈਂਦਾ ਹੈ ਕਿ ਸ਼ਾਇਦ ਇਹ ਸੰਕੀਰਨ ਨੇ। ਇਹ ਸੰਕੀਰਨ ਨਹੀਂ ਗੇ, ਕੋਈ ਵਿਅਕਤੀ ਸੰਕੀਰਨ ਹੋ ਸਕਦੇ ਆ, ਕੋਈ ਸੰਸਥਾਵਾਂ ਸੰਕੀਰਨ ਹੋ ਸਕਦੀਆਂ ਆ। ਗੁਰੂ ਤੇਗ ਬਹਾਦਰ ਨੇ ਜੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਕਨਸੈਪਟ ਹੈਗਾ ਉਹ ਦਿੱਤਾ ਹੀ ਨਹੀਂਗਾ, ਉਹਦੇ ਲਈ ਕੁਰਬਾਨੀ ਦਿੱਤੀ ਹੈਗੀ ਆ। ਸੋ ਇਸ ਤਰੀਕੇ ਨਾਲ ਤੁਸੀਂ ਜਿਵੇਂ ਬਿਲਕੁਲ ਆਪਣੇ ਆਪ ਨੂੰ ਕਰੈਕਟ ਕਰਦੇ ਹੋਏ ਕਿਹਾ ਕਿ ਮੈਂ ਕੇਵਲ ਇੱਕ ਧਰਮ ਦੀ ਗੱਲ ਨਹੀਂ ਕਰਦਾ, ਮੈਂ ਪੂਰੀ ਮਾਨਵਤਾ ਦੀ ਗੱਲ ਕਰਦਾ, ਮੈਂ ਪੂਰੀ ਦੁਨੀਆ ਦੀ ਗੱਲ ਕਰਦਾ ਆ ਕਿ ਉਹਨਾਂ ਲਈ ਸੈਲਫ ਡਿਫੈਂਸ ਵਾਸਤੇ ਇਹ ਜਿਹੜਾ ਸ਼ਸਤਰ ਹੈਗਾ ਉਹ ਜ਼ਰੂਰੀ ਆ। ਤੇ ਤੁਸੀਂ ਗਰੇਵਾਲ ਸਾਹਿਬ ਇਹ ਗੱਲਾਂ ਜਿਹੜੀਆਂ ਇਹਨਾਂ ਦੇ ਬਾਰੇ ਤੁਹਾਡੇ ਮਨ ਦੇ ਵਿੱਚ ਵਿਚਾਰ ਕਿੱਥੋਂ ਆਇਆ ਕਿ ਤੁਸੀਂ ਇੱਧਰਲੇ ਪਾਸੇ ਨੂੰ ਜਾਓ? ਚੰਗੀ ਭਲੀ ਤੁਸੀਂ ਪੱਤਰਕਾਰੀ ਕੀਤੀ, ਚੰਗੀ ਭਲੀ ਅਫਸਰੀ ਕੀਤੀ, ਫਿਰ ਇੱਧਰਲੇ ਪਾਸੇ ਜਿੱਦਾਂ ਉਹ ਤੁਹਾਨੂੰ ਕਿਸੇ ਨੇ ਭਾਵੇਂ ਲਾਈਟਲੀ ਕਿਹਾ ਹੈਗਾ ਵੀ ਤੁਸੀਂ ਮੈਂ ਨਿਹੰਗ ਸਿੰਘਾਂ ਦੇ ਵਿੱਚ ਕਿੱਥੇ ਜਾ ਵੜੇ? ਇਹ ਤੁਹਾਡੇ ਮਨ ਦੇ ਵਿੱਚ ਵਿਚਾਰ ਕਿੱਥੋਂ ਆਇਆ ਕਿ ਮੈਂ ਆਪਣੇ ਇਤਿਹਾਸ ਦਾ ਜਿਹੜਾ ਖਜ਼ਾਨਾ ਹੈਗਾ ਉਹਨੂੰ ਫਰੋਲਾਂ, ਨਾ ਕੇਵਲ ਫਰੋਲਾਂ, ਮੈਂ ਉਹਨੂੰ ਡਿਵੈਲਪ ਕਰਾਂ, ਦੁਨੀਆ ਤੱਕ ਪਹੁੰਚਾਵਾਂ? ਇਹ ਵਿਚਾਰ ਕਿੱਥੋਂ ਆਇਆ? ਕਾਲਨ ਸਾਹਿਬ, ਇਹ ਤਾਂ ਖੈਰ ਮੈਂ ਜਿਹੜਾ ਹੈਗਾ ਬਹੁਤ ਮੇਰੇ ਲਈ ਇੱਕ ਟਰਨਿੰਗ ਪੁਆਇੰਟ ਸੀ। ਜਦੋਂ ਮੇਰੀ ਪੋਸਟਿੰਗ ਬਤੌਰ ਰੋਪੜ DPRO ਹੋਈ ਤਾਂ ਉੱਥੇ ਹੋਲਾ ਮਹੱਲਾ ਦੇਖਣ ਜਾਇਆ ਕਰਦੇ ਸੀ। ਤਾਂ ਉਸ ਹੋਲੇ ਮਹੱਲੇ ਤੋਂ ਜਿਹੜਾ ਮੈਂ ਉੱਥੇ ਮਹੱਲਾ ਨਿਕਲਦਾ ਸੀ ਐਂਡ ਤੇ ਉੱਥੇ ਚਰਨ ਗੰਗਾ ਸਟੇਡੀਅਮ ਦੇ ਵਿੱਚ ਜਿਹੜੇ ਸਾਡੀਆਂ ਲਾਡਲੀਆਂ ਫੌਜਾਂ ਉੱਥੇ ਘੋੜ ਸਵਾਰੀ, ਨੇਜੇਬਾਜੀ ਜਾਂ ਗੱਤਕਾ ਖੇਡਦੇ ਸੀ। ਤਾਂ ਉੱਥੋਂ ਬਸ ਇਹ ਹੋਇਆ ਕਿ ਉਸ ਖਾਲਸੇ ਦੀ ਜਨਮ ਭੂਮੀ ਤੋਂ ਉਹਨੂੰ ਦੇਖਦੇ ਹਾਂ ਕਿ ਇਹ ਗੱਤਕਾ 600 ਸਾਲ ਪੁਰਾਣੀ ਖੇਡ ਹੈ ਅਤੇ ਕਿਉਂ ਨਹੀਂ ਖੇਡ ਬਣਿਆ। ਬਸ ਉਹ ਇੱਕ ਟਰਨਿੰਗ ਪੁਆਇੰਟ ਉੱਥੋਂ ਮੇਰੀ ਲਾਈਫ 'ਚ ਆਇਆ। ਪਤਾ ਨਹੀਂ ਗੁਰੂ ਸਾਹਿਬ ਨੇ ਕਿੱਦਾਂ ਇੱਧਰਲੇ ਪਾਸੇ ਲਿਆਂਦਾ ਅਤੇ ਇਹ ਇੱਥੇ ਆ ਕੇ ਪਹੁੰਚ ਗਏ। ਕਿਹੜੇ ਸਾਲ ਦੀ ਗੱਲ ਹੈ ਇਹ? 2007-08 ਦੀ ਹੈ ਜੀ। ਅਤੇ ਉਸ ਵੇਲੇ ਮਤਲਬ ਇਸ ਟਰਨਿੰਗ ਪੁਆਇੰਟ 'ਤੇ ਆਉਣ ਤੋਂ ਬਾਅਦ ਫਿਰ ਰਿਸਰਚ ਸ਼ੁਰੂ ਕੀਤੀ ਇਸ 'ਤੇ, ਸਾਰਾ ਕੁਝ ਉਹ ਕੀਤਾ। ਫਿਰ ਦੈਨ ਪਤਾ ਲੱਗਿਆ ਕਿ ਪੁਰਾਣੀਆਂ ਕਿਤਾਬ ਹੈਗੀ ਆ 1936 ਦੀ ਆ, ਕਿਉਂਕਿ ਮੇਰੀ ਆਪਣੀ ਲਾਈਫ ਹੋਰ ਤਰ੍ਹਾਂ ਦੀ ਸੀਗੀ ਨਾ, ਤੁਸੀਂ ਆਪ ਜਾਣਦੇ ਹੋ। ਅਤੇ ਉਸ ਬਾਰੇ ਇੱਧਰਲੇ ਪਾਸੇ ਜਿਹੜੀ ਗੁਰੂ ਸਾਹਿਬ ਨੇ ਸੇਵਾ ਲਈ ਹੈ ਇਹ ਮੈਨੂੰ ਨਹੀਂ ਪਤਾ ਵੀ ਉਹ ਗੁਰੂ ਸਾਹਿਬ ਨੇ ਕਿਵੇਂ। ਮੇਰਾ 1990 'ਚ ਐਕਸੀਡੈਂਟ ਹੋਇਆ ਸੀ ਕਾਲੂ ਸਾਹਿਬ। ਮੈਂ ਉਸ ਐਕਸੀਡੈਂਟ 'ਚ ਲਗਭਗ ਖਤਮ ਹੋ ਗਿਆ ਸੀ ਇੱਕ ਕਿਸਮ ਦਾ, ਮਤਲਬ ਕਿਉਂਕਿ ਮੈਨੂੰ ਲੋਕਾਂ ਨੇ ਚੱਕ ਕੇ ਹਸਪਤਾਲ ਪਹੁੰਚਾਇਆ। ਉਹ ਨਵੀਂ ਲਾਈਫ ਜਿਉਈ ਅਤੇ ਨਵੀਂ ਲਾਈਫ 'ਚ ਗੁਰੂ ਸਾਹਿਬ ਨੇ ਆਹ ਸੇਵਾ ਲੈ ਲਈ। ਇਹ ਤਾਂ ਹੁਣ ਉਹੀ ਜਾਣਦੇ ਆ ਜੀ। ਬਸ ਬੜੀ ਸੋਹਣੀ ਗੱਲ ਤੁਸੀਂ ਕੀਤੀ ਆ। ਔਰ ਦੇਖੋ ਹੁੰਦੇ ਤਾਣ ਨਤਾਣਿਆਂ ਵਾਲੀ ਗੱਲ ਜਿਹੜੀ ਆ ਕਿ ਤੁਸੀਂ ਕੋਈ ਕ੍ਰੈਡਿਟ ਆਪ ਨਹੀਂ ਲੈਂਦੇ, ਤੁਸੀਂ ਹਰ ਗੱਲ ਦਾ ਜੋ ਵੀ ਤੁਸੀਂ ਸ਼ੁਰੂਆਤ ਕੀਤੀ ਆ ਉਹਦਾ ਕ੍ਰੈਡਿਟ ਤੁਸੀਂ ਉਸ ਆਲਮਾਈਟੀ ਨੂੰ ਦਿੰਦੇ ਆ। ਇਹ ਵੀ ਤੁਹਾਡੀ ਗ੍ਰੇਸਫੁਲ ਇੱਕ ਜੈਸਚਰ ਹੈਗਾ ਔਰ ਇਹ ਤੁਹਾਡੀ ਇੱਕ ਵਿਦਵਤਾ ਦੀ ਨਿਸ਼ਾਨੀ ਹੈਗੀ ਆ। ਇੱਕ ਵਿਦਵਾਨ ਆਦਮੀ ਜਿਹੜਾ ਉਹ ਇਹ ਕਹਿ ਸਕਦਾ ਕਿ ਮੈਂ ਕੁਛ ਨਹੀਂ ਹਾਂ, ਕਿਉਂਕਿ ਜਿਹੜਾ ਹੁੰਦਾ ਨਾ ਕਿ ਉਹ ਥੋਥਾ ਚਣਾ ਤੋਂ ਬਾਜੇ ਗਣਾ, ਉਹ ਬਹੁਤ ਮੈਂ ਕਰਦਾ ਹੈਗਾ। ਇਹ ਮੈਂ ਸਮਝਣਾ ਵੀ ਤੁਹਾਡੇ ਵਿੱਚ ਇੱਕ ਬੜੀ ਹਲੀਮੀ ਆ, ਬੜੀ ਤੁਹਾਡੇ ਵਿੱਚ ਇੱਕ ਵਿਦਵਤਾ ਦੀ ਨਿਸ਼ਾਨੀ ਹੈਗੀ ਆ ਕਿ ਤੁਸੀਂ ਇਹ ਜਿਹੜਾ ਕਾਰਜ ਹੈਗਾ ਸ਼ੁਰੂ ਕੀਤਾ। ਤੁਸੀਂ ਕੋਈ ਕਿਤਾਬਚਾ ਜਾਂ ਕੋਈ ਕਿਤਾਬ ਜਾਂ ਕੋਈ ਲੇਖ ਇਸ ਸੰਬੰਧ 'ਚ ਲਿਖੇ ਨੇ? ਹਾਂਜੀ, ਮੈਂ ਕਾਫੀ ਅਖਬਾਰਾਂ 'ਚ ਗੱਤਕੇ ਦੇ ਪ੍ਰਚਾਰ ਲਈ ਗੱਤਕੇ ਬਾਰੇ ਲਿਖਿਆ। ਆਪਣੇ ਬਾਰੇ ਕਦੇ ਅੱਜ ਤੱਕ ਮੈਂ ਕੋਈ ਉਹ ਨਹੀਂ ਦਿੰਦਾ ਹੁੰਦਾ। ਅਤੇ ਉਹਦੇ 'ਚ ਇੱਕ ਮੈਂ ਇੱਥੇ ਵੀ ਛੋਟੀ ਜਿਹੀ ਗੱਲ ਜਾਂਦਾ ਕਰਦਿਆਂ ਸਾਰੇ ਗੁਰਦੁਆਰਾ ਸਾਹਿਬਾਨ, ਪ੍ਰਬੰਧਕ ਹੋਰ, ਕਿ ਜੇ ਗੱਤਕੇ ਦੇ ਵਿੱਚ ਜਾਂ ਸਾਡੀ ਸਿੱਖ ਸ਼ਸਤਰ ਕਲਾ ਦੇ ਵਿੱਚ ਜਿਹੜੇ ਉਹ ਮੂੰਹ 'ਚੋਂ ਅੱਗ ਕੱਢਦੇ ਆ, ਕੱਚ ਖਾਣਾ ਜਾਂ ਹੋਰ ਇਸ ਤਰ੍ਹਾਂ ਦਾ ਕਰਨਾ, ਉਹ ਸਾਡੇ ਸਿੱਖੀ ਦਾ ਪਾਰਟ ਨਹੀਂ। ਉਹ ਸਾਡੀ ਛੇਵੇਂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਹੀ ਨਹੀਂ ਕੀਤੀ ਸਿੱਖ ਸ਼ਸਤਰ ਕਲਾ ਦੇ ਵਿੱਚ। ਉਹ ਸਟੰਟਬਾਜ਼ੀ ਜਾਂ ਬਾਜ਼ੀਗਰੀ ਹੁੰਦੀ ਆ। ਮੈਂ ਉਹਦੇ ਖਿਲਾਫ ਵੀ ਲਿਖਿਆ। ਮੈਂ ਗੱਤਕੇ ਦੀ ਪ੍ਰਮੋਸ਼ਨ ਲਈ ਕਿ ਗੱਤਕਾ ਹੈ ਕੀ ਆ ਜਾਂ ਕਿੱਦਾਂ ਹੈ ਉਹਦੇ ਬਾਰੇ ਵੀ ਲਿਖਿਆ। ਅਤੇ ਇਸ ਤੋਂ ਬਿਨਾਂ ਜਿਹੜਾ ਹੈਗਾ ਉੱਦਾਂ ਪ੍ਰਚਾਰ ਕਰਦੇ ਰਹੇ ਹਾਂ। ਕਿਤਾਬ ਤਾਂ ਗੱਤਕੇ ਦੀ 3-4 ਵਾਰ ਲਿਖਤੀ ਜੀ, ਅਤੇ ਉਹਦੇ ਚੌਥਾ ਐਡੀਸ਼ਨ ਹੁਣ ਆਉਣ ਵਾਲਾ ਹੈਗਾ। ਉਹ ਆਲਮੋਸਟ 110 ਕੁ ਪੇਜਾਂ ਦੀ ਹੈ।
ਤੇ ਉਹ ਮਤਲਬ ਤੁਸੀਂ ਐ ਸਮਝੋ ਵੀ ਉਹ ਕਿੱਥੇ ਅਵੇਲੇਬਲ ਹੈਗੀ ਹੈ? ਉਹ ਨੈੱਟ ਤੇ ਵੀ ਪਈ ਆ, ਮੇਰੇ ਕੋਲੇ ਵੀ ਅੱਜ ਮੈਂ ਨਹੀਂ ਲੈ ਕੇ ਆ ਸਕਿਆ। ਤੇ ਉਹ ਬੁੱਕ ਦੇ ਵਿੱਚ ਆਲਮੋਸਟ ਪਤਾ ਨਹੀਂ ਮੈਂ ਕਿੰਨੀ ਵਾਰੀ ਉਹਨੂੰ ਪੜ੍ਹ ਚੁੱਕਿਆ, ਕਿਹੜੇ ਪੇਜ ਤੇ ਕੀ ਲਿਖਿਆ ਉਹ ਮੈਨੂੰ ਅੱਜ ਵੀ ਯਾਦ ਹੁੰਦਾ। ਤੇ ਮੈਨੂੰ ਪਹਿਲਾਂ ਜਿੱਥੇ ਸੱਚੀ ਦੱਸਾਂ ਕਿ 16-17 ਸਾਲ ਪਹਿਲਾਂ ਮੈਨੂੰ ਗੱਤਕੇ ਦਾ ਕੁਝ ਨਹੀਂ ਸੀ ਪਤਾ, ਠੀਕ ਹੈ। ਪਤਾ ਨਹੀਂ ਗੁਰੂ ਸਾਹਿਬ ਨੇ ਕਿਵੇਂ ਕਰਵਟ ਦੇ ਕੇ ਇੱਥੇ ਲਿਆਂਦਾ। ਔਰ ਅੱਜ ਕੀ ਹੈ, ਜੇ ਕੋਈ ਗੱਤਕਾ ਖੇਡਦੇ ਹੁੰਦੇ ਆ ਤਾਂ ਉਹਨਾਂ ਨੂੰ ਮੈਂ ਕਰੈਕਟ ਕਰ ਰਿਹਾ ਹੁੰਦਾ ਕਿ ਨਹੀਂ ਇਹਨੂੰ ਇੱਦਾਂ ਕਰਨਾ, ਇਹਨੂੰ ਆਹ ਕਰੋ। ਗਰੇਵਾਲ ਸਾਹਿਬ, ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਸੀਂ ਗੱਤਕੇ ਬਾਰੇ, ਗੁਰਮੁਖੀ ਬਾਰੇ, ਗੁਰਬਾਣੀ ਬਾਰੇ, ਵਿਸ਼ਵ ਪੰਜਾਬੀ ਕਾਨਫਰੰਸਾਂ ਬਾਰੇ ਆਪਣੇ ਕੀਮਤੀ ਸੁਝਾਅ ਵੀ ਦਿੱਤੇ, ਆਪਣੀਆਂ ਟਿੱਪਣੀਆਂ ਵੀ ਕੀਤੀਆਂ, ਔਰ ਤੁਸੀਂ ਇੱਕ ਬਹੁਤ ਵੱਡਾ ਕਾਰਜ ਕਰ ਰਹੇ ਹੋ ਤੇ ਸਾਰੇ ਵਰਲਡ ਦੇ ਵਿੱਚ ਤੁਸੀਂ ਗੱਤਕੇ ਨੂੰ ਫੈਲਾ ਰਹੇ ਹੋ। ਅਸੀਂ ਤੁਹਾਡੇ ਬਹੁਤ ਮਸ਼ਕੂਰ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਇਹ ਸਨ ਸਰਦਾਰ ਹਰਜੀਤ ਸਿੰਘ ਗਰੇਵਾਲ, ਜਿਹੜੇ ਗੱਤਕੇ ਨੂੰ ਹੁਣ ਪਰਨਾਏ ਹਨ ਔਰ ਗੱਤਕੇ ਦੀ ਪ੍ਰਮੋਸ਼ਨ ਲਈ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਕਿੰਨੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਕਰ ਰਹੇ ਹੈਗੇ ਆ। ਅਸੀਂ ਆਪਣੇ ਵੱਲੋਂ ਇਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹਨਾਂ 'ਚ ਸ਼ਾਮਲ ਹੁੰਦੇ ਆ, ਇਹਨਾਂ ਨੂੰ ਉਤਸ਼ਾਹਿਤ ਕਰਦੇ ਆ, ਇਹਨਾਂ ਨੂੰ ਇਹ ਵੀ ਭਰੋਸਾ ਦਿੰਦੇ ਆ ਬਈ ਸਹਿਯੋਗ ਵੀ ਅਸੀਂ ਦੇਵਾਂਗੇ। ਤੇ ਤੁਹਾਨੂੰ ਵੀ ਬੇਨਤੀ ਆ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਹਰਜੀਤ ਸਿੰਘ ਗਰੇਵਾਲ ਕੋਈ ਗੱਤਕੇ ਦੇ ਸੰਬੰਧ ਦੇ ਵਿੱਚ ਸੈਮੀਨਾਰ ਰੱਖਦੇ ਆ ਤਾਂ ਉਹਨਾਂ ਵਿੱਚ ਜ਼ਰੂਰ ਸ਼ਮੂਲੀਅਤ ਕੀਤੀ ਜਾਵੇ। ਨਾ ਕੇਵਲ ਸ਼ਮੂਲੀਅਤ ਕੀਤੀ ਜਾਵੇ, ਉਹਦੇ ਵਿੱਚ ਪਰਿਵਾਰਾਂ ਸਮੇਤ, ਬੱਚਿਆਂ ਸਮੇਤ, ਬੀਬੀਆਂ ਸਮੇਤ ਸ਼ਾਮਲ ਹੋਇਆ ਜਾਵੇ ਤਾਂ ਕਿ ਸਾਨੂੰ ਆਪਣੇ ਇਤਿਹਾਸ ਤੇ ਵਿਰਸੇ ਬਾਰੇ ਪਤਾ ਲੱਗ ਸਕੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੇ ਅਸੀਂ ਕੋਈ ਹੋਰ ਰੰਗ ਜਿਹੜੇ ਹੈਗੇ ਆ ਤੁਹਾਡੇ ਪੇਸ਼ ਕਰਾਂਗੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।